ਮ੍ਰਿਤ ਮਥੇ ਸੁਰ ਨਾਲ ਮੁਰ ਬੰਧਨ। ਜਿਹੜੇ ਸੁਰ ਨਾਲ ਆ ਮੁਨੀ ਲੋਕ ਨੇ ਉਹ ਤੇਰੀ ਬੰਦਨਾ ਕਰਦੇ ਨੇ, ਤੈਨੂੰ ਨਮਸਕਾਰ ਕਰਦੇ ਨੇ। ਦੁਸ਼ਟ ਨਿਕੰਦਨ, ਦੁਸ਼ਟਾਂ ਦੀ ਤੂੰ ਜੜ ਪੁੱਟਣ ਵਾਲੀ ਹੈ। ਇਸ ਕਰਕੇ ਕਿਉਂਕਿ ਸੁਰ ਨਾਲ ਮੁਰ ਜਾਣ ਦੁਸ਼ਟਾਂ ਨੂੰ ਚੰਗਾ ਨਹੀਂ ਸਮਝਦੇ। ਦੁਸ਼ਟਾਂ ਦਾ ਤੂੰ ਨਾਸ ਕਰਨ ਵਾਲੀ ਹੈ। ਇਸ ਕਰਕੇ ਤੈਨੂੰ ਬੰਦਨਾ ਕਰਦੇ ਨੇ, ਤੈਨੂੰ ਪੂਜਦੇ ਨੇ। ਭ੍ਰਿਸ਼ਟ ਵਿਨਾਸ਼ਨ ਮ੍ਰਿਤ ਮਥੇ। ਭ੍ਰਿਸ਼ਟਤਾ ਜਿਹੜੀ ਹੈਗੀ ਸੰਸਾਰ ਦੀ, ਭ੍ਰਿਸ਼ਟਤਾ ਨੂੰ ਵਿਨਾਸ਼ ਕਰਦੀ ਹੈ। ਭ੍ਰਿਸ਼ਟ ਬੁੱਧੀ ਨੂੰ ਵਿਨਾਸ਼ ਨਹੀਂ ਕਰਦੀ। ਅਸਲ 'ਚ ਬੁੱਧੀ ਦੀ ਖੋਟ ਨੂੰ ਵਿਨਾਸ਼ ਕਰਦੀ ਹੈ। ਸਭਾ ਬੁੱਧੀ ਜਾਲੀਏ ਨੇ ਕਰਹਿ ਤਤ ਗਿਆਨ। ਬੁੱਧੀ ਜਾਲੀ ਹੈ, ਬੁੱਧੀ ਜਾਲ ਕੇ ਬੁੱਧੀ ਸ਼ੁੱਧ ਹੋ ਜਾਂਦੀ ਹੈ। ਜਿਵੇਂ ਲੋਹੇ ਨੂੰ ਜਾਲ ਦੀਏ, ਘੱਟ ਜ਼ਰੂਰ ਜਾਂਦਾ ਪਰ ਸ਼ੁੱਧ ਹੋ ਜਾਂਦਾ। ਜ਼ੰਗ ਲੈ ਜਾਂਦੀ ਹੈ, ਉਹਦੇ 'ਚ ਕੋਈ ਜਲ ਜਾਂਦਾ, ਸ਼ੁੱਧ ਹੋ ਜਾਂਦਾ। ਇਸ ਕਰਕੇ ਸ਼ੁੱਧ ਕਰਨ ਵਾਸਤੇ ਬੁੱਧੀ ਨੂੰ ਪ੍ਰਚੰਡ ਗਿਆਨ ਦੇ ਵਿੱਚ ਭੱਠੀ 'ਚ, ਪ੍ਰਚੰਡ ਗਿਆਨ ਦੀ ਭੱਠੀ 'ਚ ਪਾਉਣ ਦੀ ਲੋੜ ਹੈ। ਹਿਰਦੇ 'ਚ ਜਦ ਪ੍ਰਚੰਡ ਗਿਆਨ ਹੁੰਦਾ ਹੈ ਤਾਂ ਮਨ ਰੂਪੀ ਲੋਹਾ ਜਿਹੜਾ ਸ਼ੁੱਧ ਹੋ ਜਾਂਦਾ। ਪ੍ਰਚੰਡ ਗਿਆਨ ਦਾ ਮਤਲਬ ਇਹ ਹੈ, ਜਿਹੜਾ ਤਤ ਗਿਆਨ ਹੈ ਪ੍ਰਚੰਡ ਗਿਆਨ ਹੁੰਦਾ। ਜਦ ਪ੍ਰਚੰਡ ਗਿਆਨ ਹੁੰਦਾ ਮਨ ਸ਼ੁੱਧ ਹੋ ਜਾਂਦਾ। ਪਰ ਮਨ ਉੱਥੇ ਟਿਕੇ ਤਾਂ ਸ਼ੁੱਧ ਹੁੰਦਾ। ਜੇ ਮਨ ਹਿਰਦੇ ਟਿਕੇ ਸ਼ੁੱਧ ਹੋ ਜਾਂਦਾ। ਉੱਥੇ ਅੰਤਰਾਤਮਾ ਦੀ ਆਵਾਜ਼, ਚਾਹੇ ਅੱਗ ਥੋੜੀ ਹੈ, ਅੰਤਰਾਤਮਾ ਦੀ ਆਵਾਜ਼, ਉਹਦੇ ਨਾਲ ਵੀ ਮਨ ਖਰਾਬ ਨਹੀਂ ਹੁੰਦਾ। ਜੇ ਸ਼ੁੱਧ ਨਹੀਂ ਹੁੰਦਾ ਤੇ ਜ਼ਿਆਦਾ ਵਿਗੜਦਾ ਵੀ ਨਹੀਂ। ਜਿਹੜੇ ਲੋਕ ਚੰਗੇ ਆਦਮੀ ਕਹਿੰਦੇ ਨੇ ਜਿਨ੍ਹਾਂ ਨੂੰ, ਉਹ ਅੰਤਰਾਤਮਾ ਦੀ ਆਵਾਜ਼ ਅਨੁਸਾਰ ਚੱਲਦੇ ਨੇ, ਉਦੋਂ ਜ਼ਿਆਦਾ ਨਹੀਂ ਵਿਗੜਦੇ। ਉਹ ਜਿਹੋ ਜਿਹੀ ਬੁੱਧੀ ਹੁੰਦੀ ਉਹੋ ਜਿਹੀ ਰਹਿੰਦੀ ਉਹਨਾਂ ਦੀ। ਥੋੜ੍ਹੇ ਬਹੁਤੇ ਆਲੇ ਦੁਆਲੇ ਤੇ ਗਿਆਨ ਲੈ ਕੇ ਚੰਗੇ ਆਦਮੀਆਂ ਕੋਲ ਬਹਿ ਕੇ ਸੁਣ ਕੇ ਚੰਗੇ ਤਾਂ ਹੋ ਸਕਦੇ ਨੇ, ਉਹ ਬੁਰੇ ਨਹੀਂ ਹੋ ਸਕਦੇ। ਕਾਬਰੂ ਕੁਮਾਰੇ ਅਦਮ ਉਧਾਰੇ ਨਰਕ ਨਵਾਰੇ ਆਦ ਕਥੇ। ਦੇਖੋ ਅਦਮ ਉਧਾਰੇ ਹਰੇਕ ਹੀ ਪਦੇ ਵਿੱਚ ਆਊਗਾ ਤਕਰੀਬਨ। ਅਦਮ ਉਧਾਰੇ ਦਾ ਮਤਲਬ ਹੈ ਅੱਧ ਵਿਚਾਲੇ ਫਸੇ ਨੇ ਸਭ ਲੋਕ। ਇਹ ਕਿਤੇ ਨਾ ਕਿਤੇ ਜਾ ਰਹੇ ਸੀ, ਧਰਮ ਵੱਲ ਨੂੰ ਰੁਕ ਗਏ। ਸਾਰੀਆਂ ਮੱਤਾਂ ਕਿਤੇ ਨਾ ਕਿਤੇ ਰੁਕੀਆਂ ਹੋਈਆਂ ਨੇ। ਸਾਰੀਆਂ ਹੀ ਮੱਤਾਂ ਕਿਤੇ ਨਾ ਕਿਤੇ ਅਟਕੀਆਂ ਹੋਈਆਂ ਨੇ, ਅੱਧ 'ਚ ਖੜ ਗਈਆਂ। ਅੱਧ ਦਾ ਮਤਲਬ ਬਿਲਕੁਲ ਅੱਧ 'ਚ ਨਹੀਂ ਹੁੰਦਾ, ਰਾਹ 'ਚ ਖੜ ਗਈਆਂ। ਕਹਿਣ ਦਾ ਮਤਲਬ ਕਿਤੇ ਨਾ ਕਿਤੇ ਰਸਤਾ ਉਹਨਾਂ ਦਾ ਬੰਦ ਹੋ ਗਿਆ। ਜਦੋਂ ਗਿਆਨ ਦਾ ਰਸਤਾ ਬੰਦ ਹੋ ਜਾਵੇ, ਗਿਆਨ ਗਤੀਸ਼ੀਲ ਨਾ ਹੋਵੇ, ਰੁਕ ਜਾਵੇ, ਫਿਰ ਇਹ ਹੋ ਜਾਂਦਾ ਵੀ ਧੁਰ ਤਾਂ ਪਹੁੰਚੇ ਨਹੀਂ, ਰਸਤਾ ਬੰਦ ਹੋ ਗਿਆ। ਕੀ ਕਰੀਏ ਹੁਣ? ਜੇ ਤਾਂ ਇੱਛਾ ਹੋਵੇ ਜਿਹਦੇ ਵਿੱਚ ਜਾਣ ਦੀ, ਉਹ ਤਾਂ ਹੋ ਜਾਂਦਾ ਵਿਆਕੁਲ। ਜਿਵੇਂ ਕਬੀਰ ਤਾਂ ਹੋ ਗਿਆ ਵਿਆਕੁਲ, ਧੁਰ ਜਾਣ ਦੀ ਇੱਛਾ ਸੀ ਉਹਦੇ। ਜ਼ਿਆਦਾ ਲੋਕ ਉੱਥੇ ਕਹਿੰਦੇ ਵੀ ਠੀਕ ਆ, ਹੁਣ ਕੀ ਕਰੀਏ, ਹੁਣ ਕਹਾਂ ਜਦ ਪਰਮੇਸ਼ਰ ਕਰੂ ਹੋ ਜੂ। ਕੁਝ ਲੋਕ ਇਹੋ ਜਿਹੇ ਹੁੰਦੇ ਨੇ, ਕੋਸ਼ਿਸ਼ ਛੱਡ ਦਿੰਦੇ ਨੇ। ਉਹ ਸਿੱਖ ਕੋਸ਼ਿਸ਼ ਨਹੀਂ ਕਰ ਰਹੇ, ਸਿੱਖਾਂ ਨੇ ਕੋਸ਼ਿਸ਼ ਛੱਡੀ ਹੋਈ ਹੈ। ਗਿਆਨ ਖੜਾ ਇਹਨਾਂ ਦਾ ਕਿਤੇ ਨਾ ਕਿਤੇ ਲਿਆ ਕੇ। ਗਿਆਨ ਤਾਂ ਪਿੱਛੇ ਮੋੜਤਾ, ਖੜਾ ਕੀ ਹੈ? ਚੱਲ ਜਿੱਥੇ ਵੀ ਮੋੜਤਾ ਉੱਥੇ ਖੜਾ। ਠੀਕ ਹੈ, ਜਿੱਥੇ ਤੱਕ ਲਿਖੇ ਗਏ ਗਿਆਨ ਖੜਾ ਸਿੱਖਾਂ ਦਾ। ਆਰਾਮ ਨਾਲ ਸੰਤ ਦੁੱਧ ਪੀਂਦੇ ਨੇ, ਅਧਿਕਾਰਾਂ 'ਚ ਘੁੰਮਦੇ ਨੇ। ਕੋਈ ਉਹਨਾਂ ਨੂੰ ਇਹ ਨਹੀਂ ਹੈਗਾ ਵੀ ਗਾਹਾਂ ਤੋਰੀਏ ਕਿਵੇਂ। ਹੁਣ ਇਹਨਾਂ ਨੂੰ ਪ੍ਰਾਪਤੀ ਦਾ ਕੁਛ ਹੋਈ ਨਹੀਂ। ਉਹੀ ਗੱਲ ਕਬੀਰ ਵਾਲੀ, ਚਾਲੇ ਤੇ ਹਰ ਮਿਲਣ ਕੋ ਵਿੱਚ ਹਟ ਕੇ ਚੀਤ। ਹਰ ਮਿਲਾਪ ਹੋਇਆ ਨਹੀਂ ਤੁਹਾਡਾ, ਤੁਹਾਡਾ ਜੀ ਕਿਵੇਂ ਲੱਗਦਾ? ਤੁਹਾਨੂੰ ਚੈਨ ਕਿਵੇਂ ਆਈ ਹੋਈ ਹੈ? ਇਹਨਾਂ ਉਹਨਾਂ ਧਾਰਮਿਕ ਬੰਦੇ ਨਹੀਂ ਧਰਮ ਛੱਡ ਦਿੱਤਾ ਇਹਨਾਂ ਨੇ। ਇਹ ਖਿਆਲ ਹੈ ਛੱਡਤਾ ਵੀ ਇੱਜ਼ਤ ਵਧੀਆ, ਖਾਓ ਪੀਓ ਮੌਜ ਕਰੋ। ਆਮ ਲੋਕਾਂ ਨੂੰ ਚੰਗੇ ਆ, ਸੌਖੇ ਆ। ਵਿਆਕੁਲਤਾ ਨਹੀਂ ਹੈ। ਵਿਆਕੁਲਤਾ ਗੁਰੂ ਅਮਰਦਾਸ ਦੇ ਵਿੱਚ ਸੀ। ਕਬੀਰ 'ਚ ਜੀ 'ਚ ਵਿਆਕੁਲਤਾ ਉਹਨੂੰ ਮਿਲ ਜਾਂਦਾ, ਉਹ ਪਹੁੰਚ ਜਾਂਦਾ। ਵਿਆਕੁਲਤਾ ਹੈ ਨਹੀਂ ਕਿਸੇ 'ਚ। ਜਿਹੜਾ ਵਿਆਕੁਲਤਾ ਉਹ ਕੋਈ ਨਾ ਲੱਭ ਲੈਂਦਾ। ਜਿਹੜੇ ਖੋਜੀ ਲੱਗੇ ਨੇ ਕੋਈ ਨਾ ਕੋਈ ਖੋਜ ਲੈਂਦੇ ਨੇ। ਜਿਹੜੇ ਨਹੀਂ ਖੋਜਦੇ ਉਹਨਾਂ ਨੂੰ ਕੁਛ ਨਹੀਂ ਮਿਲਦਾ। ਖੋਜੀ ਦੱਸਦੇ ਨੇ ਫਿਰ ਦੁਨੀਆ ਨੂੰ ਖੋਜੀ ਉਹ ਦੱਸਦੇ ਹੁੰਦੇ ਨੇ ਕੁਛ। ਖੋਜੀ ਦੇ ਅੰਦਰ ਇੱਛਾ ਹੁੰਦੀ ਹੈ ਕੁਛ ਗਾਹਾਂ ਵਧਣ ਦੀ।
ਥੋੜਾ ਬਹੁਤਾ ਖੋਜੇ ਤਾਂ ਕੁਛ ਨਾ ਕੁਛ ਖੋਜੂ, ਕੁਛ ਨਾ ਕੁਛ ਦੱਸੂਏ। ਯਾਨੀ ਉਹ ਖੜੇ ਗਿਆਨ ਨੂੰ ਗਾਂਹ ਤੋਰੂ ਅੱਗੇ, ਖੋਜੀ ਤੋਰਦਾ। ਇਸ ਕਰਕੇ ਖੋਜੀ ਉਪਜਾ ਬਾਦੀ ਬਨਸੈ। ਆ ਜਿਹੜੇ ਬਾਦ ਵਿਵਾਦ ਚ ਲੱਗੇ ਹੋਏ ਨੇ ਨਾ, ਕੈਲੰਡਰ ਐ ਨਹੀਂ ਚਾਹੀਦਾ, ਉਹ ਚਾਹੀਦਾ, ਇਹ 10 ਗ੍ਰੰਥ ਦਾ ਉਹ ਨਹੀਂ ਜੀ, ਆਹ ਫਲਾਣੇ ਦਾ ਜੀ, ਇਹ ਫਲਾਣੇ ਦਾ ਨਾਮ ਹੈ, ਰਾਮ ਔਰ ਕ੍ਰਿਸ਼ਨ ਦਾ ਨਾਮ ਹੈ, ਪਤਾ ਖੈ ਨਹੀਂ ਵੀ ਰਾਮ ਕ੍ਰਿਸ਼ਨ ਹੁੰਦਾ ਕੀ ਹੈ, ਕਹਿੰਦਾ ਕਿਹਨੂੰ ਨੇ। ਕਿਸੇ ਸ਼ਿਆਮ ਦਾ ਨਾਮ ਹੈ, ਰਾਮ ਦਾ ਨਾਮ ਹੈ, ਕਵੀ ਨੇ, ਫਲਾਣੇ ਨੇ। ਉਹਨੂੰ ਪੜ੍ਹ ਕੇ ਤਾਂ ਦੇਖੋ ਵੀ ਕੀ ਲਿਖਿਆ ਹੋਇਆ ਕੀ ਹੈ। ਰਾਮ ਦਾ ਨਾਮ ਤਾਂ ਪੜ੍ਹ ਲਿਆ, ਇਹ ਨਹੀਂ ਦੇਖਿਆ ਵੀ ਲਿਖਿਆ ਹੋਇਆ ਕੀ ਹੈ। ਇਹ ਵਾਦੀ ਨੇ ਸਾਰੇ ਲੋਕ। ਇਹਨਾਂ ਦੀ ਬੁੱਧੀ ਜਿਹੜੀ ਹੁੰਦੀ ਹੈ, ਜੇ ਹੁੰਦੀ ਵੀ ਹੈ ਅਬਲ ਤਾਂ ਹੁੰਦੀ ਉਹ ਇਹੋ ਜਿਹੀ ਇਹਨਾਂ ਦੀ, ਉਹ ਜਿਹੀ ਹੁੰਦੀ ਹੈ। ਪਰ ਜਿੰਨੀ ਹੁੰਦੀ ਉਹਦਾ ਵੀ ਨਾਸ ਹੋ ਜਾਂਦਾ, ਵੱਧਦੀ ਨਹੀਂ ਹੁੰਦੀ ਬੁੱਧੀ ਇਹਨਾਂ ਦੀ। ਇਹ ਗੁਰਬਾਣੀ ਦਾ ਵਾਕ ਹੈ ਨਾ, ਇਹਨੂੰ ਕੌਣ ਨਹੀਂ ਮੰਨੂਗਾ। ਖੋਜੀ ਉਪਜੈ, ਖੋਜ ਕਰੇ ਤਾਂ ਬੁੱਧੀ ਵੱਧਦੀ ਹੈ। ਖੋਜ ਕਰਦੇ ਸਾਨੂੰ ਕੋਈ ਦੱਸਦੇ। ਇਹ ਖੋਜ ਨਹੀਂ, ਇਹਦਾ ਸੁਣੀਆਂ ਸੁਣਾਈਆਂ ਪੁਰਾਣੀਆਂ ਗੱਲਾਂ ਨੇ ਇਹਨਾਂ ਦੀਆਂ। ਇਹ ਜਿਵੇਂ ਲੋਕ ਕਹਿੰਦੇ ਨੇ ਪਰਮੇਸ਼ਰ ਇੱਕ ਹੈ, ਪਤਾ ਕਿਸੇ ਨੂੰ ਦੇਖਿਆ ਕਿਸੇ ਨੇ ਇੱਕ ਹੈ? ਕੀ ਸਬੂਤ ਹੈ ਇੱਕ ਹੈ? ਕੋਈ ਸਬੂਤ ਨਹੀਂ, ਸੁਣੀ ਸੁਣਾਈ ਹੋਈ ਗੱਲ ਹੈ। ਸਬੂਤ ਕੀ ਹੈ ਇੱਕ ਹੈ ਤੁਹਾਡੇ ਕੋਲ? ਅੱਖ ਨੂੰ ਦਿਖਦਾ ਨਹੀਂ, ਉਹ ਵੀ ਸੁਣੀ ਹੋਈ ਗੱਲ ਹੈ। ਜੇ ਦਿਖਦਾ ਹੀ ਨਹੀਂ ਤਾਂ ਫਿਰ ਦੱਸਿਆ ਕਿਹਨੇ ਤੁਹਾਨੂੰ ਵੀ ਇੱਕ ਹੈਗਾ? ਸਬੂਤ ਕੀ ਹੈ ਉਹਦਾ ਵੀ ਹੈਗਾ? ਜੇ ਦੇਖਿਆ ਹੀ ਨਹੀਂ, ਪੰਜੇ ਗਿਆਨੰਤਰਾਂ ਤੋਂ ਪਰੇ, ਫਿਰ ਸਬੂਤ ਕੀ ਰਹਿ ਗਿਆ? ਇਹੀ ਸਵਾਲ ਕਰਦੇ ਨੇ ਤਰਕਸ਼ੀਲ ਨੇ ਜਿਹੜੇ। ਉਹਦਾ ਸਬੂਤ ਕੀ ਹੈ ਉਸ ਗੱਲ ਦਾ? ਜਿਹੜੀ ਗਿਆਨੰਤਰਾਂ ਤੋਂ ਪਰੇ, ਉਹਦਾ ਸਬੂਤ ਕੀ ਹੈ? ਕੋਈ ਸਬੂਤ ਨਹੀਂ। ਸਬੂਤ ਇਹੀ ਹੈ, ਕਬੀਰ ਕਹਿੰਦਾ ਹੈ ਤਾਂ ਸਹੀ ਲਖੇ ਜੇ ਕੋਈ। ਦੇਖਿਆ ਨਹੀਂ ਜਾ ਸਕਦਾ, ਲਖਿਆ ਜਾ ਸਕਦਾ। ਲਖੇ ਦਾ ਮਤਲਬ ਲੱਖਣ ਲਾਉਣਾ, ਅੰਦਾਜ਼ਾ ਲਾਉਣਾ। ਲੱਖਣ ਦਾ ਮਤਲਬ ਦੇਖਣਾ ਨਹੀਂ ਹੁੰਦਾ, ਲੱਖਣ ਦਾ ਮਤਲਬ ਬੁੱਝਣਾ ਹੁੰਦਾ। ਆਪਾਂ ਕਹਿੰਦੇ ਲੱਖਣ ਲਾ ਲਿਆ, ਲੱਖਣ ਨਹੀਂ ਹੁੰਦਾ। ਲੱਖਣ ਅੰਦਾਜ਼ੇ ਨੂੰ ਕਹਿੰਦੇ ਨੇ। ਕੁਛ ਸਮਝ ਲੈਣਾ, ਕੁਛ ਅੰਦਾਜ਼ਾ ਲਾ ਲੈਣਾ। ਸਮਝ ਲੈਣਾ, ਕੁਛ ਅੰਦਾਜ਼ਾ ਲਾ ਲੈਣਾ, ਉਹ ਫਿਰ ਬੁੱਝ ਲੈਣਾ ਕਹਿੰਦੇ ਨੇ ਉਹਨੂੰ। ਉਹੀ ਬੁੱਝਣਾ। ਅੰਦਾਜ਼ੇ ਨਾਲੇ ਬਾਤ ਬੁੱਝ ਹੁੰਦੀ ਹੈ। ਜੋ ਕੋਈ ਦੱਸਿਆ ਹੋਇਆ ਹੈ ਉਹਦਾ ਚਾਰ ਪਾਸੇ ਦੇਖ ਕੇ ਅੰਦਾਜ਼ਾ ਲਾ ਕੇ ਬੁੱਝ ਹੁੰਦੀ ਹੈ ਨਾ, ਬੁਝਾਰਤ ਹੈ। ਬੁੱਝਣ 'ਚ ਹਮੇਸ਼ਾ ਲੱਖਣ ਲਾਉਣਾ ਪਊ, ਤੁਹਾਨੂੰ ਅੰਦਾਜ਼ਾ ਲਾਉਣਾ ਹੀ ਪਊਗਾ। ਇਹ ਜਿਹੜੇ ਖੋਜੀ ਹੁੰਦੇ ਨੇ ਇਹ ਬੁੱਝ ਲੈਂਦੇ ਨੇ। ਬਾਦੀ ਨਾ ਜਿਹੜੇ, ਉਹ ਤਾਂ ਬਸ ਬਾਦ ਚ ਫਸਲੇ। ਜੇ ਮਨ ਵੀ, ਜੇ ਪਤਾ ਵੀ ਲੱਗ ਜਾਵੇ ਵੀ ਅਸੀਂ ਹਾਰ ਕੇ, ਤਾਂ ਵੀ ਨਹੀਂ ਮੰਨਦੇ ਹੁੰਦੇ। ਮੈਂ ਨਾ ਮੰਨੂ ਤੇ ਆ ਜਾਂਦੇ ਨੇ। ਇਸ ਕਰਕੇ ਨਾ ਮੂਰਖਾਂ ਨਾਲ ਕਹਿੰਦੇ, ਮੂਰਖੇ ਨਾਲ ਨਾ ਲੁੱਝੀਏ, ਪੜ੍ਹ ਅੱਖਰ ਇਹੋ ਬੁਝੀਏ। ਚਰਚਾ ਵੀ ਉਹਦੇ ਨਾਲ ਕਰੀਏ ਜਿਹਨੇ ਕੁਛ ਲੈਣਾ ਹੋਵੇ, ਜਿਹਨੂੰ ਲੈਣ ਦੀ ਇੱਛਾ ਹੋਵੇ, ਜਿਹਨੇ ਪੈਂਤਰੇ ਹੀ ਬਦਲਨੇ ਹੋਣ। ਇਹ ਪੈਂਤਰੇ ਤੋਂ ਹਾਰ ਕੇ ਦੂਏ ਤੇ ਜਾ ਖੜੇ, ਦੂਏ ਤੋਂ ਹਾਰ ਕੇ ਤੀਏ ਤੇ ਜਾ ਖੜੇ। ਉਹਦੇ ਨਾਲ ਚਰਚਾ ਦੀ ਲੋੜ ਨਹੀਂ, ਗੱਲ ਚਰਚਾ ਦੀ ਲੋੜ ਨਹੀਂ। ਇਹ ਹਰਾਉਣ ਦਾ ਵਿਸ਼ਾ ਨਹੀਂ ਕਿਸੇ ਨੂੰ, ਜਿੱਤ ਹਾਰ ਦਾ ਵਿਸ਼ਾ ਨਹੀਂ। ਇਹ ਪ੍ਰਾਪਤੀ ਦਾ ਵਿਸ਼ਾ, ਗਿਆਨ ਪ੍ਰਾਪਤ ਕਰਨਾ, ਕੁਛ ਵਿਚਾਰ ਕਰਨੀ, ਵਿਚਾਰ ਚੋਂ ਕੁਛ ਕੱਢਣਾ, ਜਿੱਥੇ ਨਿਕਲਣਾ ਹੀ ਕੁਛ ਨਹੀਂ। ਉਹਦੇ ਨਾਲ ਚਰਚਾ ਦੀ ਵੀ ਲੋੜ ਨਹੀਂ। ਕਾਬਰੂ ਕੁਮਾਰੇ ਅਦਮ ਉਧਾਰੇ। ਕਾਬਰੂ ਕੁਮਾਰੇ ਅਸਲ 'ਚ ਕੁਮਾਰੇ ਲਫ਼ਜ਼ ਨਹੀਂ ਹੈ, ਕਾਬਰੂਕ ਲਫ਼ਜ਼ ਹੋਣਾ ਚਾਹੀਦਾ। ਕਾਕਾ ਉੱਧਰ ਚਾਹੀਦਾ, ਕਾਕੇ ਨੂੰ ਕੁੱਕੜ ਹੈ। ਕਾਬਰੂਕ ਮਾਰੇ, ਕਾਬਰੂਕ ਮਾਰੇ, ਮਾਰੇ ਅੱਡ ਹੈ। ਜਿਹੜੇ ਮਹਿਜ਼ ਕਵਿਤਾ ਹੀ ਆ ਕੇ, ਕਵਿਤਾ ਤੇ ਹੀ ਆ ਕੇ ਅਟਕ ਗਏ, ਤਤ ਗਿਆਨ ਤੱਕ ਨਹੀਂ ਪਹੁੰਚੇ, ਵੀ ਮਾਰੇ ਗਏ। ਚਾਹੇ ਉਹ ਗੋਸਵਾਮੀ ਤੁਲਸੀਦਾਸ ਸੀ, ਸਾਰੇ ਦੁਨੀਆ ਉਹਦੀ ਪੜ੍ਹਦੀ ਹੈ ਰਮਾਇਣ, ਤਤ ਗਿਆਨ ਨਹੀਂ ਹੈ। ਮਹਾਭਾਰਤ ਹੈ, ਤਤ ਗਿਆਨ ਨਹੀਂ ਹੈ। ਸਿਮਰਤੀਆਂ ਨੇ ਸਾਰੀਆਂ, ਸ਼ਾਸਤਰ ਨੇ, ਤਤ ਗਿਆਨ ਨਹੀਂ ਹੈ। ਸਭ ਮਾਰੇ ਗਏ। ਕਵੀ ਸੀ, ਸਾਰੇ ਸਾਰੇ ਕਵੀ ਸੀ। ਸ਼ੇਕਸਪੀਅਰ ਹੈ, ਕਵੀ ਹੈ, ਮਾਰਿਆ ਗਿਆ। ਤਤ ਗਿਆਨ ਨਹੀਂ ਹੈ। ਤਤ ਗਿਆਨ ਤੇ ਥੱਲੇ ਦੀ ਕਵਿਤਾ ਵਾਲੇ ਸਾਰੇ ਮਾਰੇ ਜਾਂਦੇ ਨੇ। ਕਾਬਰੂ ਕਵਿਤਾ ਲਿਖਣ ਵਾਲੇ ਨੇ, ਕਾਬਰੂ ਕਵੀ। ਕਾਬਰੂਕ
ਜਿਹੜੇ ਕਵਿਤਾ ਤੇ ਆ ਕੇ ਰੁਕ ਗਏ, ਬਸ ਕਵਿਤਾ ਨੂੰ ਮੰਨ ਲਿਆ ਵੀ ਅਸੀਂ ਪਤਾ ਨਹੀਂ ਪਹੁੰਚ ਗਏ, ਸਾਨੂੰ ਫੁਰਦੀ ਹੈ। ਕਵਿਤਾ ਨੂੰ ਬਾਣੀ ਸਮਝ ਲਿਆ, ਉਹਦੀ ਫੁਰਦੀ ਹੈ ਨਾ ਦਿਮਾਗ ਚੋਂ, ਉਹਨੂੰ ਉਹ ਦੂਈ ਸਮਝ ਲਿਆ ਤੁਰਕੀ ਬਾਣੀ। ਉਹਨੇ ਕਿਹਾ ਸਾਡੇ ਮੁਕਾਬਲੇ ਤਾਂ ਹੁਣ ਕੋਈ ਹੈ ਹੀ ਨਹੀਂ, ਕਵਿਤਾ ਵੀ ਫੁਰਦੀ ਹੈ। ਕਈ ਗੱਲਾਂ ਇਹੋ ਜਿਹੀਆਂ ਫੁਰਦੀਆਂ ਨੇ ਰਲਦੀਆਂ ਮਿਲਦੀਆਂ ਗੁਰਬਾਣੀ ਨਾਲ, ਪਰ ਜਿਵੇਂ ਬੁੱਲਾ ਮੁਸਕੀਨ ਜਿਹਨਾਂ ਦੀਆਂ ਗੱਲਾਂ ਕਰਦਾ ਸਾਰਿਆਂ ਦੀਆਂ, ਉਹ ਕਾਬ ਰੂਕੇ ਨੇ, ਰੁਕ ਗਏ ਉੱਥੇ, ਕਵਿਤਾ ਤੇ ਆ ਕੇ ਰੁਕ ਗਏ, ਬਸ ਕਵਿਤਾ ਤੋਂ ਗਾਹਾਂ ਨਹੀਂ ਗਏ। ਇਹ ਤੋਂ ਗਾਹਾਂ, ਕਵਿਤਾ ਥੱਲੇ ਆ ਉਦੋਂ। ਕਵਿਤਾ ਵਿੱਚ ਦੱਸਣਾ ਕੀ ਹੈ, ਸਵਾਲ ਇਹ ਹੈ। ਦੱਸਣਾ ਦਾ ਬ੍ਰਹਮ ਗਿਆਨ ਸੀ, ਉਹਨਾਂ ਦਾ ਬ੍ਰਹਮ ਗਿਆਨ ਨਹੀਂ ਹੈ ਟੀਚਾ, ਕਵਿਤਾ ਹੀ ਟੀਚਾ ਸੀ। ਮਾਰੇ ਗਏ, ਮਾਰੇ ਅਦਮ ਉਧਾਰੇ, ਇਹ ਵੀ ਅਦਮ ਸੀ ਨਾ, ਅਟਕੇ ਹੋਏ ਸੀ ਇੱਥੇ, ਉਧਾਰੇ ਇਹ ਵੀ ਉਧਾਰੇ ਨੇ। ਮਾਰੇ ਦਾ ਮਤਲਬ ਜਿਹੜਾ ਮਾਰਿਆ ਉਹ ਉਧਾਰੇ ਹੀ ਆ ਅਸਲ 'ਚ, ਕਿਉਂਕਿ ਉੱਥੇ ਅਟਕੇ ਇਹਨੂੰ ਗਾਹਾਂ ਤੋਰਨਾ, ਗਾਹਾਂ ਤਾਂ ਮਾਰ ਕੇ ਹੀ ਤੋਰੂ, ਦੂਆ ਜਨਮ ਦੇ ਕੇ। ਉਦਾਹਰਨ ਕਰਨ ਵਾਸਤੇ ਮਾਰੇ ਨੇ ਇਹ ਅਦਮ, ਅੱਧੇ ਝਟਕੇ ਸੀ, ਇਹ ਵੀ ਅਦਮੇ ਸੀ, ਰਾਜੇ ਖੜੇ ਸੀ ਕਿਤੇ। ਉਧਾਰੇ ਨਰਕ ਨਿਵਾਰੇ ਇਹਨਾਂ ਦਾ ਨਰਕ ਨਿਵਾਰੇ, ਥੱਲੇ ਨੂੰ ਨਹੀਂ ਜਾਣ ਦਿੱਤੇ। ਜੇ ਕਾਫੀ ਦੇਰ ਹੋਰ ਜਿਉਂਦੇ ਰਹਿ ਜਾਂਦੇ ਨਾ, ਹੰਕਾਰ ਹੋ ਜਾਂਦਾ, ਨਰਕ ਨੂੰ ਚਲੇ ਜਾਂਦੇ। ਹੰਕਾਰ ਹੋਣ ਤੋਂ ਪਹਿਲਾਂ ਹੀ ਮਾਰ ਲਏ, ਇਹ ਹੰਕਾਰ ਹੋ ਰਿਹਾ ਸੀ ਰਾਜ ਮਾਰ ਲਏ, ਬਹੁਤਾ ਹੰਕਾਰ ਨਾ ਹੋ ਜਾਵੇ। ਜਿੰਨਾ ਜ਼ਿਆਦਾ ਹੰਕਾਰ ਹੋ ਜਾਂਦੇ ਜ਼ਿਆਦਾ ਨਰਕ ਚਲੇ ਜਾਂਦੇ। ਨਰਕ ਦਾ ਮਤਲਬ ਕਿੰਨਾ ਜ਼ਿਆਦਾ ਹੰਕਾਰ ਹੋ ਗਿਆ ਉਹਨਾਂ ਹੀ ਥੱਲੇ ਜਿਉਂ 'ਚ ਜਾਊਗਾ, ਉਹਨੇ ਕਮਜ਼ੋਰ ਡਰਪੋਕ ਪੈਦਾ ਉਹਨਾਂ ਹੋਊਗਾ, ਕਿਉਂਕਿ ਡਰਪੋਕ ਜਿੰਨਾ ਬਣਾਉਣਗੇ ਉਨਾ ਹੀ ਹੰਕਾਰ ਘਟੂਗਾ। ਫਿਰ ਉਹਦਾ ਹੌਲੀ ਹੌਲੀ ਹਰੇਕ ਚੀਜ਼ ਤੋਂ ਡਰੂ, ਜਿਹੜਾ ਹਰੇਕ ਚੀਜ਼ ਤੋਂ ਡਰੂ, ਜ਼ਿਆਦਾ ਖਤਰੇ ਹੋਣਗੇ। ਹੰਕਾਰੀ ਡਰਦਾ ਨਹੀਂ ਹੁੰਦਾ ਕਿਸੇ ਤੇ, ਉਹਨੂੰ ਡਰ ਪੈਦਾ ਕਰਨਾ ਉਹਦੇ ਅੰਦਰ। ਬਹੁਤ ਸਾਰੀਆਂ ਜੂਨੀਆਂ ਐਸੀਆਂ ਦਿੱਤੀਆਂ ਜਾਣਗੀਆਂ ਜਿੱਥੇ ਡਰਪੋਕ ਰਹੂ, ਡਰਦਾ ਰਹੂ। ਪੈ ਦੇ ਬਿਨਾਂ ਭਗਤੀ ਨਹੀਂ ਨਾ ਹੁੰਦੀ, ਉਹਨੂੰ ਪੈ ਦੇ ਕੇ ਭਗਤੀ ਲਿਆਉਂਦੇ ਨੇ ਦੇ ਕੇ। ਪੈ ਬਿਨਾਂ ਭਗਤ ਨਾ ਹੋਏ ਤੇਰੀ, ਪਰ ਪੈ ਦੇ ਵਿੱਚ ਰਹਿਣਾ ਹੀ ਭਗਤੀ ਹੈ, ਹੋਰ ਭਗਤੀ ਕੋਈ ਨਹੀਂ ਹੈ ਉਹਨਾਂ ਦੀ। ਆਦਮੀ ਦੀ ਵੀ ਪੈ 'ਚ ਰਹਿਣਾ ਹੀ ਭਗਤੀ ਹੈ, ਹੁਕਮ ਦੇ ਵਿੱਚ ਰਹਿਣਾ ਭਗਤੀ ਹੈ। ਹੁਕਮ ਦੀ ਪੈ ਵਿੱਚ ਰਹਿਣਾ ਭਗਤੀ ਹੈ, ਹੁਕਮ ਚੱਲਣਾ ਭਗਤੀ ਹੈ। ਮਾਰੇ ਅਦਮ ਉਧਾਰੇ, ਨਰਕ ਨਿਵਾਰੇ ਆਦ ਕਥੇ, ਆਦ ਕਥੇ। ਇਹ ਆਦ ਤੋਂ ਲੈ ਕੇ ਤੂੰ ਜਦੋਂ ਤੋਂ ਸ੍ਰਿਸ਼ਟੀ ਪੈਦਾ ਹੋਈ ਹੈ, ਇਹੀ ਕਥਾ ਤੇਰੀ ਹੈ, ਇਹੀ ਕੰਮ ਕਰ ਰਹੀ ਹੈ ਤੂੰ। ਥੱਲੇ ਨਰਕ ਜੋ ਕੱਢ ਕੇ ਉੱਪਰ ਨੂੰ ਲਿਆ ਰਹੀ ਹੈ ਜੀਵਾਂ ਨੂੰ, ਸਾਰਿਆਂ ਨੂੰ। ਜਿਹੜਾ ਕਵਿਤਾ ਤੇ ਆ ਕੇ ਅੜ ਜਾਂਦਾ ਉਹਨੂੰ ਵੀ ਮਾਰ ਕੇ ਫਿਰ ਗਾਹਾਂ ਲੈ ਕੇ ਜਾਂਦੀ, ਥੱਲੇ ਨੂੰ ਨਹੀਂ ਜਾਣ ਦਿੰਦੀ, ਥੱਲੇ ਨੂੰ ਜਾਣ ਤੇ ਰੋਕ ਰਹੀ ਹੈ ਸਭ ਨੂੰ। ਇਹ ਹੈ ਗੁਰਮਤ ਦੀ ਡਿਊਟੀ, ਇਹ ਹੈ ਗੁਰਮਤ ਦਾ ਕਰਮ। ਹੁਕਮ ਦਾ ਕੰਮ ਕੀ ਹੈ? ਇਹ ਕੰਮ ਹੈ, ਹੁਕਮ ਦਾ ਕੰਮ ਹੈ ਪਰਮੇਸ਼ਰ ਦਾ। ਨਰਕ ਤੋਂ ਆਪਣੇ ਘਰ ਨੂੰ ਲੈ ਕੇ ਜਾਣਾ, ਜਗਾ ਕੇ ਸਾਰਿਆਂ ਨੂੰ ਆਪਣੇ ਨਾਲ ਮਿਲਾਉਣਾ, ਸਾਰਿਆਂ ਨੂੰ, ਇਹ ਕੰਮ। ਕਿੰਕਣੀ ਪ੍ਰਸੋਹਣੀ ਸੁਰਨਰ ਮੋਹਣੀ, ਸਿੰਘਾ ਰੋਹਣੀ ਬਿਤਲ ਤਲੇ। ਕਿੰਕਣੀ ਹੁੰਦਾ ਇੱਕ ਲੱਕ ਦੇ ਉੱਤੇ 4 ਉਂਗਲ ਦੀ ਚੌੜੀ ਪੱਟੀ ਬੰਨੀ ਹੁੰਦੀ ਹੈ ਸਾੜੀ ਦੇ ਉੱਤੇ ਦੀ, ਔਰਤਾਂ ਦੇ। ਉਹਨੂੰ ਤੜਾਗੀ ਕਹਿੰਦੇ ਨੇ, ਬੱਚਿਆਂ ਦੀ ਵੀ ਤੜਾਗੀ ਹੁੰਦੀ ਹੈ। ਯੂਪੀ ਦੇ ਵਿੱਚ ਹੁੰਦੀ ਹੈ ਜ਼ਿਆਦਾ, ਯੂਪੀ ਦੇ ਵਿੱਚ। ਉਹਦੇ ਥੱਲੇ ਘੁੰਗਰੂ ਬੰਨੇ ਹੁੰਦੇ ਨੇ, ਚਾਂਦੀ ਦੀ ਹੁੰਦੀ ਹੈ, ਸੋਨੇ ਦੀ ਵੀ ਹੁੰਦੀ ਹੈ। ਜਿਹੜੇ ਅਮੀਰ ਨੇ ਰਾਜਾਂ ਦੇ ਸੋਨੇ ਦੀ ਹੋ ਸਕਦੀ ਹੈ, ਅਮੀਰਾਂ ਨੇ ਆਮ ਤੌਰ ਤੇ ਚਾਂਦੀ ਦੀ ਹੁੰਦੀ ਹੈ। ਬਹੁਤੇ ਜਿਹੜੇ ਨੇ ਉਹਨਾਂ ਦੇ ਇੱਕ ਚਿੱਟੀਆਂ ਧਾਤਾਂ ਹੋਰ ਨੇ, ਸਿਲਵਰ ਜਿਹਾ। ਗਰੀਬਾਂ ਦੇ ਉਹਦੀ ਹੁੰਦੀ ਹੈ, ਗਰੀਬ ਜਿਹਾ ਜਾਊ। ਘੁੰਗਰੂ ਜ਼ਰੂਰ ਉਹਦੇ ਛੋਟੇ ਛੋਟੇ ਲੱਗੇ ਹੁੰਦੇ ਨੇ, ਜਿਹੇ ਨਿਆਣਿਆਂ ਦੇ ਸਗਲੇ ਪਾਏ ਹੁੰਦੇ ਨੇ।
ਲੱਕ ਦਾ ਮਤਲਬ ਹੈ ਸੰਤੋਖ ਤੱਕ ਦੀ ਜਿਹੜੀ ਆਵਾਜ਼ ਹੈ ਨਾ ਤੇਰੀ ਤੜਾਗੀ ਦਾ ਮਤਲਬ ਅੱਧ ਚ ਹੁੰਦੀ ਹੈ ਨਾ ਲੱਕ ਤੇ, ਜਿਹੜੀ ਸੰਤੋਖ ਤੱਕ ਦਾ ਵੀ ਜਿਹੜਾ ਤੇਰਾ ਹੈ ਨਾ ਅੱਧ ਤੱਕ ਹੁੰਦਾ। ਜਦੋਂ ਇਹ ਗਾਰੇ ਚੋਂ ਬਾਹਰ ਨਿਕਲਿਆ ਹੈ ਨਾ ਦਲਦਲ ਚੋਂ, ਮਨ ਮਾਇਆ ਮੈਂ ਫਸ ਰਿਹਾ, ਮਾਇਆ ਤੋਂ ਬਾਹਰ ਆ ਗਿਆ ਸੰਤੋਖੀ ਹੈ, ਫਿਰ ਇਹ ਤੁਰਿਆ, ਉਹ ਤੋਂ ਬਾਅਦ ਤਾਂ ਤੁਰਨ ਲੱਗਦਾ ਹੈ ਜੋ ਰਾਹ। ਜੇ ਪੱਕਾ ਸੰਤੋਖ ਹੋ ਜਾਏ ਨਾ, ਪੱਕੇ ਸੰਤੋਖੀ ਹੋ ਜਾਏ, ਤਾਂ ਵੀ ਇਹ ਰਾਹ ਚ ਜੋ ਤੁਰਿਆ ਪੈਰ ਪੱਟਣ ਜੋਗਾ ਹੋਇਆ, ਗੁਰਮਤ ਨੂੰ ਮੰਨਣ ਜੋਗਾ ਹੀ ਹੋਇਆ ਜੀ। ਇਹ ਤਾਂ ਸੰਤੋਖੀ ਹੋ ਕੇ ਕਹਿੰਦੇ ਨੇ ਅਸੀਂ ਪਤਾ ਨਹੀਂ ਪਹੁੰਚ ਗਏ, ਕੀ ਮਿਲ ਗਿਆ ਲੋਕਾਂ ਨੂੰ। ਸੰਤੋਖੀ ਕੋਈ ਬਹੁਤੀ ਬੜੀ ਗੱਲ ਨਹੀਂ ਹੈ। ਸੰਤੋਖੀ ਹੋਏ ਤਾਂ ਭੱਜੇ ਫਿਰਦੇ ਤੇ ਫਿਰ ਵੀ ਮਿਲੇ ਹੁਣ ਕੁਛ। ਕਬੀਰ ਸੰਤੋਖੀ ਹੋ ਕੇ ਵਿਆਕੁਲ ਹੋਇਆ, ਸੰਤੋਖੀ ਹੋਏ ਨੂੰ ਪਤਾ ਲੱਗਦਾ ਮਿਲਿਆ ਕੁਛ ਨਹੀਂ। ਸੰਤੋਖ ਤੋਂ ਪਹਿਲਾਂ ਤਾਂ ਸਭ ਮਾਇਆ ਲਈ ਬੈਠਾ, ਬਹੁਤ ਕੁਝ ਮਿਲਿਆ ਹੋਇਆ। ਉੱਥੇ ਤਾਂ ਮੈਂ ਮੇਰਾ ਬਹੁਤ ਕੁਛ ਹੈ। ਜਦ ਪਤਾ ਲੱਗਦਾ ਨਾ ਪ੍ਰਾਣੀ ਕਿਆ ਤੇਰਾ ਕਿਆ ਮੇਰਾ, ਫਿਰ ਵਿਆਕੁਲ ਹੁੰਦਾ। ਤੇਰਾ ਮੇਰਾ ਕੁਛ ਹੈ ਨਹੀਂ, ਇੱਥੇ ਫਿਰ ਆਏ ਕੀ ਕਰਨਾ? ਤੇਰਾ ਮੇਰਾ ਨਹੀਂ ਕੁਛ, ਫਿਰ ਵਿਆਕੁਲ ਹੁੰਦਾ। ਇਹ ਕੋਲ ਕੋ ਰਹਿੰਦਾ ਨਹੀਂ। ਮੇਲੇ 'ਚ ਪੈਸੇ ਮੁੱਕ ਜਾਣ ਵਿਆਕੁਲ ਹੋ ਜਾਂਦਾ, ਜਿੱਥੇ ਕੋਈ ਜਾਣਦਾ ਨਾ ਹੋਵੇ। ਜਿਹੜੇ ਸ਼ਹਿਰ 'ਚ ਕੋਈ ਜਾਣਦਾ ਨਹੀਂ ਤੁਹਾਨੂੰ, ਬਟੂਆ ਨਿਕਲ ਜਵੇ ਆ ਪੈਸੇ ਮੁੱਕ ਜਾਣ, ਵਿਆਕੁਲਤਾ ਪੈਦਾ ਹੋ ਜਾਂਦੀ ਹੈ। ਇੱਥੇ ਤਾਂ ਕਿਸੇ ਨੇ ਆਧਾਰ ਵੀ ਨਹੀਂ ਦੇਣਾ, ਕੋਈ ਜਾਣਦਾ ਵੀ ਹੈ ਨਹੀਂ, ਕੀ ਕਰਾਂਗੇ? ਇਹੋ ਜਿਹੀ ਵਿਆਕੁਲਤਾ ਪੈਦਾ ਹੋ ਜਾਂਦੀ ਹੈ। ਸਮਝ ਲਓ ਗਠੜੀ ਚੋਰੀ ਹੋ ਗਈ, ਪਰਦੇਸ ਹੈਗਾ, ਪਰਦੇਸ ਦੇ ਵਿੱਚ ਗਠੜੀ ਚੋਰੀ ਹੋ ਗਈ। ਮੰਗਣਾ ਬਹੁਤ ਔਖਾ ਹੈ। ਜਿਹੜਾ ਮੰਗੂ ਹੈ ਫਿਰ ਤਾਂ ਮੰਗਤਾ ਹੀ ਬਣੂ ਨਾ, ਇਹ ਔਖਾ ਹੈ। ਮੰਗਤਾ ਗਿਆ ਤਾਂ ਹੰਕਾਰ ਗਿਆ। ਫਿਰ ਪਤਾ ਲੱਗਦਾ, ਫਿਰ ਥੰਮੀ ਨਿਕਲ ਜਾਂਦੀ ਹੈ ਸਾਰੀ ਹੰਕਾਰ ਵਾਲੀ। ਜੇ ਪਹਿਲਾਂ ਹੀਰਿਆਂ ਦੀਆਂ ਅੰਗੂਠੀਆਂ ਹੋਣ, ਸਾਰੀ ਗਠੜੀ ਚਲੀ ਜਾਵੇ। ਪਹਿਲਾਂ ਤਾਂ ਬਹੁਤ ਕੁਝ ਸੀ, ਗਿਆ ਨਾ, ਹੁਣ ਪਿੱਛੋਂ ਗਠੜੀ ਚੋਰੀ ਹੋ ਗਈ। ਬਹੁਤ ਸੀ ਸਮਾਨਤਾ ਕੋਲ, ਪਰ ਰਿਹਾ ਹੀ ਕੱਖ ਨਹੀਂ। ਹੁਣ ਤਾਂ ਜੋ ਸਭ ਕੁਝ ਕੀਤਾ ਸੀ ਜਬ ਤੱਕ ਉਹ ਤਾਂ ਕੁਛ ਵੀ ਨਹੀਂ ਸੀਗਾ। ਜਦ ਦੇਖਿਆ ਵੀ ਉਹ ਤਾਂ ਸਾਰਾ ਹੀ ਕੁਛ ਵੀ ਨਹੀਂ ਸੀ, ਉਹ ਤਾਂ ਗਠੜੀ ਹੋ ਸੀ। ਹਾਂ ਤਾਂ ਇੱਕ ਰਮਈਆ ਲੈ ਹੋ, ਕਬੀਰ ਕੀ ਕਹਿੰਦਾ, ਮੈਨੂੰ ਇੱਕ ਰਮਈਆ ਚਾਹੀਦਾ, ਉਹ ਹੈ ਨਹੀਂ। ਆਨ ਦੇਵ ਬਦਲਾਵਨ ਦਾ ਹੁਆ, ਸਾਰੇ ਦੇਵੀ ਦੇਵਤੇ ਜਿਹਨੇ ਪਹਿਲਾਂ ਪੂਜੇ ਨੇ ਬਦਲੇ ਚ ਲੈ ਲਓ। ਸਾਰੀ ਗਠੜੀ ਦੇਤੀ ਰਾਮਈਆ, ਫਿਰ ਵੀ ਨਹੀਂ ਮਿਲਦਾ। ਜੋ ਚੀਜ਼ ਚਾਹੀਦੀ ਉਹ ਫਿਰ ਵੀ ਨਹੀਂ ਮਿਲਦੀ। ਸਾਰੀ ਗਠੜੀ ਬਦਲੇ ਨਹੀਂ ਮਿਲਦਾ। ਤਨ ਮਨ ਧਨ ਸਭ ਸੌਂਪ ਗੁਰ ਕੋ, ਤਨ ਮਨ ਧਨ ਸਭ ਕੁ ਦੇਤਾ। ਕਹਿੰਦੇ ਹੁਣ ਦੇ ਦੋ, ਕਹਿੰਦੇ ਨਹੀਂ ਮਿਲਦਾ ਜੀ, ਅਜੇ ਨਹੀਂ ਮਿਲਦਾ, ਕੀਮਤ ਥੋੜੀ ਹੈ। ਉਹ ਤਾਂ ਕਹਿੰਦੇ ਤਨ ਮਨ ਧਨ ਮਿਲ ਜਾਂਦਾ, ਹਿੰਦੂ ਕਹਿੰਦੇ, ਗੁਰਮਤਿ ਕਹਿੰਦੇ ਨਹੀਂ ਮਿਲਦਾ। ਅਸਲ ਜਿਹੜੇ ਤਨ ਮਨ ਧਨ ਲੈ ਕੇ ਦਿੰਦੇ ਨੇ, ਕੋਈ ਦਿੰਦਾ ਹੀ ਕੱਖ ਨਹੀਂ, ਉਹਨਾਂ ਕੋਲ ਦੇਣ ਨੂੰ ਕੁਛ ਨਹੀਂ ਹੈ। ਜੋ ਲੈਵੇ ਸੋ ਦੇਵੇ ਨਹੀਂ। ਜਿਹੜੇ ਲੈਂਦੇ ਨੇ ਉਹ ਦੇਣ ਜੋਗਾ ਹੀ ਨਹੀਂ ਹੁੰਦੇ। ਇਹ ਤਨ ਮਨ ਧਨ ਲੈਂਦੇ ਨਹੀਂ, ਉਹ ਸਾਂਭਦੇ ਨੇ। ਗੁਰੂ ਦਾ ਗਠੜੀ, ਜਿਵੇਂ ਅਸੀਂ ਗਠੜੀ ਸੰਭਾਲਦੇ ਨੇ ਨਾ ਗੁਰਦੁਆਰੇ, ਲਈ ਥੋੜੀ ਉਹਨਾਂ ਨੇ, ਸੰਭਾਲੀ ਹੈ। ਜੋ ਮਰਜ਼ੀ ਕਰ ਲਿਓ, ਸੰਭਾਲੀ ਹੋਈ ਆ ਉਹਨਾਂ ਨੇ ਨਾ, ਉਹ ਸੰਭਾਲਿਆ। ਤਨ ਮਨ ਸੌਂਪ ਗੁਰ ਕੋ ਆਇਆ ਲਫ਼ਜ਼, ਦੇ ਗੁਰ ਕੋ ਨਹੀਂ ਆਇਆ। ਸਾਂਭਿਆ ਉਹਨੇ, ਜਿਵੇਂ ਗਠੜੀ ਸੰਭਾਲੀ ਹੋਵੇ ਤੇ ਚੋਰੀ ਹੋ ਜੂ, ਤੇ ਇੱਥੇ ਰੱਖ ਜਾ। ਆਰਾਮ ਨਾਲ ਮੇਲਾ ਦੇਖ, ਕੀਰਤਨ ਸੁਣ ਜਾ ਕੇ, ਕਿਤੇ ਗਠੜੀ ਧਿਆਨ ਰੱਖੇ, ਬਾਹਰ ਕੋਈ ਲੈ ਨਾ ਜਾਵੇ, ਉਧਰ ਕੀਰਤਨ ਸੁਣੇ ਨਾ ਸਕੇ। ਤਾਂ ਗਠੜੀ ਘਰ ਬਣਾਇਆ, ਜੋੜਾ ਘਰ। ਇਹਦਾ ਜੁੱਤੀ 'ਚ ਧਿਆਨ ਰਹੂਗਾ ਤੇ ਇਹਦਾ ਗਠੜੀ 'ਚ ਧਿਆਨ ਰਹੂਗਾ। ਲੰਗਰ ਬਣਾਤਾ, ਲੰਗਰ ਦਾ ਫਿਕਰ ਨਹੀਂ ਹੈ। ਜਦ ਮਰਜੀ ਚਾਹ ਪੀ ਲਓ, ਲੰਗਰ ਛਕ ਲਓ, ਗਠੜੀ ਦਾ ਫਿਕਰ ਨਹੀਂ ਹੈ। ਜਦ ਮਰਜੀ ਜਾ ਕੇ ਜੋ ਚੀਜ਼ ਮਰਜੀ ਕੱਢ ਲਓ। ਇਹ ਕਿਉਂ ਬਣਾਇਆ? ਤੁਸੀਂ ਕਮ ਸੇ ਕਮ ਉੱਥੇ ਸੁਣ ਸਕੋ ਬੈਠ ਕੇ ਕੁਛ। ਕੌਣ ਸੁਣਦਾ? ਸੁਣਦੇ ਫੇਰ ਵੀ ਨਹੀਂ। ਇਹਨੂੰ ਸਮਝਿਆ ਨਹੀਂ ਕਿਉਂ ਬਣਾਇਆ।
ਉਹ ਨਾ ਸਮਝਾਉਣ ਵਾਲਾ ਕੋਈ, ਨਾ ਸਮਝਣ ਵਾਲਾ, ਸਮਝਣ ਕੋਈ ਜਾਂਦਾ ਉੱਥੇ ਤਾਂ ਸੈਰ ਕਰਨ ਜਾਂਦੇ ਨੇ। ਸੋਨਾ ਕਿਹੋ ਜਿਹਾ ਲੱਗਿਆ ਸੁਣਿਆ ਹੋਇਆ, ਉਹ ਤਾਂ ਦੇਖਣ ਜਾਂਦੇ ਨੇ। ਮੇਰੀ ਕਿੱਥੇ ਹੈ, ਬਾਬਾ ਦੀਪ ਸਿੰਘ ਦੀ ਫੋਟੋ ਕਿੱਥੇ ਹੈ, ਕਿੱਧਰੋਂ ਅਸੀਂ ਸਿੱਟਿਆ ਸੀ, ਉਹ ਜਿਹੜੇ ਕਹਾਣੀਆਂ ਨੇ ਸੁਣੀ ਹੋਈ ਉਹ ਦੇਖਣ ਜਾਂਦੇ ਨੇ, ਟੈਲੀ ਕਰਨ। ਉੱਥੇ ਕੋਈ ਕੀਰਤਨ ਸੁਣ ਜਾਂਦਾ ਉੱਥੇ ਨਾ, ਉੱਥੇ ਕੋਈ ਸੁਣਾਉਣ ਵਾਲਾ ਹੀ ਹੈ, ਦੱਸਣ ਵਾਲਾ ਵੀ ਨਹੀਂ। ਦੋਏ ਤਰ੍ਹਾਂ ਇੱਕੋ ਜਿਹੇ ਨੇ। ਇਹਨਾਂ ਨੂੰ ਜੋ ਚਾਹੀਦਾ ਉਹ ਲੈਣ ਜਾਂਦੇ ਨੇ, ਉਹਨਾਂ ਨੂੰ ਜੋ ਚਾਹੀਦਾ ਦੇਣ ਜਾਂਦੇ ਨੇ। ਉਹਨਾਂ ਨੂੰ ਕੀ ਚਾਹੀਦਾ, ਉਹਨੂੰ ਚਾਹੀਦੀ ਹੈ ਮਾਇਆ, ਉਹ ਦੇ ਆਉਂਦੇ ਨੇ। ਉਹਨਾਂ ਨੂੰ ਵੀ ਉਹੀ ਚਾਹੀਦੀ ਹੈ ਜੋ ਇਹਨਾਂ ਨੂੰ ਚਾਹੀਦਾ, ਉਹ ਲੈ ਆਉਂਦੇ ਨੇ। ਬਸ ਦੋਏ ਰਾਜੀ ਨੇ, ਦੋਏ ਤਰ੍ਹਾਂ ਰਾਜੀ ਨੇ। ਰੌਲਾ ਕੋਈ ਨਹੀਂ ਹੈ। ਰੌਲਾ ਤਾਂ ਉਹਦਾ ਜਿਹਨੂੰ ਕੁਛ ਹੋਰ ਚਾਹੀਦਾ, ਰੌਲਾ ਉਹਦਾ ਜਿਹਨੂੰ ਕੁਛ ਚਾਹੀਦਾ ਹੋਰ, ਉਹਦਾ ਰੌਲਾ ਹੈ ਵੀ ਤੁਸੀਂ ਕਾਸ ਨੂੰ ਬੈਠੇ ਹੋ ਉੱਥੇ, ਤੁਸੀਂ ਤਾਂ ਕੋਈ ਦੇ ਹੀ ਨਹੀਂ ਰਹੇ। ਯਾਰ ਡੰਬਰ ਕਾਸ ਨੂੰ ਇੰਨਾ ਕੀਤਾ ਹੋਇਆ ਜਾਂ ਤੁਹਾਡੇ ਕੋ ਦੇ ਹੀ ਨਹੀਂ ਰਹੇ ਕਿਸੇ ਨੂੰ ਕੁਛ, ਅੱਗੇ ਤੋਰੇ ਨਹੀਂ ਰਹੇ ਜੋ ਤੁਸੀਂ ਫਸਿਆ ਇਹਨੂੰ। ਆਹ ਕੀ ਸੀ, ਆਹ ਕੰਮ ਹੈ ਗੁਰਮਤਿ ਦਾ ਜਿਹੜਾ ਇੱਥੇ ਲਿਖਿਆ ਹੋਇਆ ਹੈ। ਇਹ ਤਾਂ ਆਦ ਤੋਂ ਲੈ ਕੇ ਤੂੰ ਨਰਕ ਨਿਵਾਰਨ ਕਰਨੀ, ਤੇ ਤੁਸੀਂ ਕਿਹਦਾ ਨਰਕ ਨਿਵਾਰਨ ਕਰ ਰਹੇ ਹੋ? ਜੇ ਨਰਕ ਨਿਵਾਰਨ ਨਹੀਂ ਹੋ ਰਿਹਾ, ਇਹਦਾ ਮਤਲਬ ਹੈ ਫਿਰ ਗੁਰਮਤਿ ਦਾ ਪ੍ਰਚਾਰ ਹੀ ਨਹੀਂ ਹੋ ਰਿਹਾ, ਫਿਰ ਤਾਂ ਗੁਰਮਤਿ ਦੀ ਹਾਜ਼ਰੀ ਉਹ ਹੈ ਨਹੀਂ। ਜੇ ਗੁਰਮਤਿ ਹਾਜ਼ਰ ਹੈ ਤਾਂ ਨਰਕ ਨਿਵਾਰਨ ਹੋ ਰਿਹਾ। ਜੇ ਨਰਕ ਨਿਵਾਰਨ ਨਹੀਂ ਹੋ ਰਿਹਾ, ਗੁਰਮਤਿ ਦਾ ਉੱਥੇ ਜ਼ਿਕਰ ਹੀ ਨਹੀਂ ਹੈ। ਗੁਰਮਤਿ ਨਾਮ ਦੀ ਚੀਜ਼ ਹੈ ਕੋਈ ਨਹੀਂ ਹੈ ਉੱਥੇ। ਜੇ ਗੁਰਮਤਿ ਹੈ ਤਾਂ ਨਰਕ ਨਿਵਾਰਨ ਹੈ, ਜੇ ਗੁਰਮਤਿ ਨਹੀਂ ਤਾਂ ਨਰਕ ਨਿਵਾਰਨ ਨਹੀਂ। ਫਿਰ ਕੀ ਫਾਇਦਾ ਬਈ ਇੰਨੇ ਡੰਬਲ ਦਾ? ਫਿਰ ਕੀ ਫਾਇਦਾ ਹੋਇਆ? ਕਿ ਇਸੇ ਗੱਲ ਨੂੰ ਬਣਾਇਆ ਦਾ ਕਿ ਇਹੀ ਮੰਤਵਤਾ ਸੈਰ ਸਪਾਟੇ ਵਾਲਾ ਹੀ ਗੁਰੂਆਂ ਦਾ। ਗੱਲ ਵਿਚਾਰਨ ਵਾਲੀ ਹੈ, ਜਵਾਬ ਸਾਨੂੰ ਦੇਣਾ ਪਊ, ਜਿਹੜੇ ਦੀ ਜ਼ਿੰਮੇਵਾਰੀ ਹੈ। ਡਿਊਟੀ ਸਾਡੀ ਹੈ। ਝੰਡਾ ਬਰਦਾਰ ਅਸੀਂ ਬਣਾਏ ਹਾਂ, ਚੌਕੀਦਾਰ ਅਸੀਂ ਬਣਾਏ ਹਾਂ। ਹੁਣ ਉਹ ਪੰਜ ਪਿਆਰੇ ਕਾਸ ਨੂੰ ਬਣਾਏ ਸੀ, ਚੌਕੀਦਾਰ ਸੀ ਉਹ, ਝੰਡਾ ਬਰਦਾਰ ਸੀ। ਬਾਅਦ ਦੇ ਵਿੱਚ ਵੀ ਝੰਡਾ ਗਾਂ ਲੈ ਕੇ ਜਾਣਾ ਸੀ, ਅਗਵਾਈ ਦੇਣੀ ਸੀ, ਉਹ ਤਾਂ ਕਰਨੀ ਛੱਡ ਦਿੱਤਾ ਸੀ। ਪੰਜ ਅਸੀਂ ਉਹੀ ਹਾਂ ਜਥੇਦਾਰ, ਨੌ ਵੀ ਸਾਡਾ ਸਿੰਘ ਸਾਹਿਬਾਨ। ਕੰਮ ਫਿਰ ਕੰਮ ਕਾਹਦੇ ਵਾਲਾ? ਕੰਮ ਕੀ ਹੈ? ਬਸ ਇਹ ਕੰਮ ਨੂੰ ਪਛਾਣੋ ਔਰ ਆਪਣੀ ਡਿਊਟੀ ਆਉਂਦੋ। ਜਿਵੇਂ ਵਿਹੜਾ ਦਿੰਦਾ ਸੀ, ਬੈਠਾ ਸੀ ਨਾ ਛਾਪੜਿਆ ਦੁੱਧ ਪੀ ਕੇ, ਉਹ ਗਿਆ, ਉਹਨੇ ਕੰਨ 'ਚ ਕਿਹਾ ਨਾ ਫਿਰ ਸਾਧ ਨੇ ਵੀ ਭਰੇਗਾ ਕਿੱਥੇ ਖਾ ਕੇ? ਉਹ ਮੰਤਰ ਤੁਹਾਨੂੰ ਕੰਨ 'ਚ ਦੱਸਤਾ, ਹੁਣ ਤੁਸੀਂ ਮੰਨੋ ਚਾਹੇ ਨਾ ਮੰਨੋ, ਉਹ ਵਿਹੜੇ ਵਾਲਾ ਹੀ ਹਾਲ ਹੋਊਗਾ ਫਿਰ। ਕਿੰਕਣੀ ਪ੍ਰਸੋਹਣੀ, ਕਿੰਕਣੀ ਪ੍ਰਸੋਹਣੀ। ਸੰਤੋਖ ਤੱਕ ਦਾ ਵੀ ਜਿਹੜਾ ਸੀ ਨਾ ਗਿਆਨ, ਉੱਥੇ ਤਾਂ ਉਹ ਵੀ ਹੈ ਨਹੀਂ। ਉਹ ਵੀ ਪਹਿਲਾਂ ਜਿਹੜਾ ਸੀ ਨਾ, ਪਹਿਲਾਂ ਚੰਗੇ ਪਾਸੇ ਜਾਂ ਤੁਰਦਾ ਕੀ ਹੁੰਦਾ? ਜਿਨ ਮਾਨਸ ਤੇ ਦੇਵਤੇ ਕੀਏ, ਬਲਿਹਾਰੀ ਗੁਰ ਆਪਣੇ ਦਿਓ ਹਾੜੀ ਸਦਬਾਰ। ਜਿਨ ਮਾਨਸ ਤੇ ਦੇਵਤੇ ਕੀਏ, ਮਾਨਸ ਤੋਂ ਦੇਵਤਾ ਬਣਾਤਾ, ਸੋਹਣਾ ਬਣਾਤਾ ਨਾ। ਪਰ ਜਦ ਸੰਤੋਖ ਹੋ ਗਿਆ, ਸੋਹਣਾ ਤਾਂ ਹੋਰ ਸੋਹਪਣ ਹੋ ਗਿਆ। ਪਰ ਸੋਹਣਾ ਹੁੰਦਾ, ਸੋਹਣੇ ਤੋਂ ਹੋਰ ਸੋਹਣਾ ਬਣਾ ਦੇਣਾ। ਕਿੰਕਣੀ ਪ੍ਰਸੋਹਣੀ, ਪ੍ਰਸੋਹਣੀ। ਸੁਰ ਨਰ ਮੋਹਣੀ, ਸੁਰ ਨਰ ਮੋਹਣੀ। ਜਿਹੜੇ ਸੁਰ ਨਰ ਨੇ, ਸੁਰ ਨਰਾਂ ਕੋਲ ਸੰਤੋਖ ਨਹੀਂ ਹੁੰਦਾ, ਉਹ ਵੀ ਮੋਹੇ ਜਾਂਦੇ ਨੇ। ਉਹ ਵੀ ਜਿਹੜੇ ਹੁੰਦੇ ਨੇ ਨਾ ਉਹਦੀਆਂ ਗੱਲਾਂ ਨਾਲ, ਉਹ ਵੀ ਹੱਥ ਜੋੜਦੇ ਨੇ ਵੀ ਅਵਸਥਾ ਇਹਦੀ ਉੱਪਰ ਚਲੀ ਗਈ। ਚੰਗਾ ਸਮਝਦੇ ਨੇ ਉਹ, ਮੋਹ ਪੈਦਾ। ਦੇਖੋ ਸਾਨੂੰ ਗੁਰੂਆਂ ਨਾਲ ਮੋਹ ਹੈ, ਸਿੱਖਾਂ ਨੂੰ ਕਾਹਤੇ ਹੈ ਬਈ? ਕਾਹਤੇ? ਕਿਹੜੀ ਗੱਲ ਦਾ ਮੋਹ ਹੈ? ਐਸੇ ਗੱਲ ਦਾ ਉਹਨਾਂ 'ਚ ਗੱਲ ਸੀਗੀ, ਮੋਹਣੀ, ਸੁਰਨਰ ਮੋਹਣੀ। ਉਹ ਸਾਹਿਬਜ਼ਾਦਿਆਂ ਨਾਲ ਮੋਹ ਕਾਹਦੇ? ਸਾਰਿਆਂ ਦਾ ਹੀ। ਉਹ ਕਿਉਂ ਬੁਰੇ ਲੱਗਦੇ ਨੇ? ਉਹ ਸੋਚਾਨੰਦ ਨਹੀਂ ਮੋਹ ਹੈ ਤਾਂ ਬੁਰੇ ਲੱਗਦੇ ਨੇ।
ਕਿਹੜੀ ਗੱਲ ਦਾ ਮੋਹ ਹੈ? ਐਸੇ ਗੱਲ ਦਾ ਮੋਹ ਹੈ। ਕਿੰਕਣੀ ਪ੍ਰਸੋਹਣੀ, ਕਿੰਕਣੀ ਪਰਸਾਉਣੀ ਸੀ ਉਹਦੇ ਚ। ਸਭ ਕੁਝ ਛੱਡਤਾ, ਪਰਵਾਹ ਨਹੀਂ ਕੀਤੀ, ਸੱਚ ਕਰਤਾ, ਧਰਮ ਤਾਂ ਸਭ ਕੁਝ ਛੱਡਤਾ, ਸਾਰੀਆਂ ਆਫਰਾਂ ਠੁਕਰਾਤੀਆਂ। ਸੰਤੋਖ ਦਿਖਾਤਾ ਨੂੰ ਵੀ ਸੰਤੋਖ ਕੀ ਹੁੰਦਾ। ਉਹ ਗੱਲ ਹੈ ਸੁਰਨਾਰ ਮੋਹਣੀ। ਮੋਹ ਉਹਨਾਂ ਦਾ ਹੀ ਹੈ ਜਿਹੜੇ ਸੁਰਨੇ ਆ ਨਾਲ ਨੇ, ਜਿਹੜੇ ਇਹ ਨਹੀਂ ਹਨ ਉਹਨਾਂ ਦਾ ਮੋਹ ਨਹੀਂ ਹੈ। ਜਿਹੜੇ ਸੁਰਨੇ ਦੇਵਤੇ ਨੇ, ਨਰ ਵੀ ਚੰਗੇ ਹੁੰਦੇ ਨੇ, ਨਰ ਵੀ ਆਦਮੀ ਭਲੇ ਆਦਮੀ ਨੂੰ ਕਹਿੰਦੇ, ਨਰ ਆਦਮੀ ਸੱਚੇ ਸੁੱਚੇ ਨੂੰ ਕਹਿੰਦੇ ਨੇ। ਕਹਿੰਦਾ ਉਹ ਤਾਂ ਨਰ ਆਦਮੀ ਸੀ, ਬੋਲ ਤੇ ਪੂਰਾ ਉਤਰਨਾ, ਜ਼ਬਾਨ ਦਾ ਪੂਰਾ ਹੋਣਾ, ਕਿਸੇ ਨਾਲ ਧੋਖਾ ਨਹੀਂ ਕਰਨਾ, ਨਰ ਆਦਮੀ ਦਾ। ਇਹ ਵੀ ਠੱਗੀ ਨਹੀਂ ਕਰਨੀ, ਗਰੀਬ ਦੇ ਪੱਖ ਤੇ ਖੜ ਜਾਣਾ, ਗਰੀਬ ਖਾਤਰ ਖੜ ਜਾਣਾ। ਜੇ ਧੱਕਾ ਹੁੰਦਾ ਵੀ ਮੈਂ ਖੜਾ, ਵੀ ਆਓ ਕਿਹੜਾ ਹੁੰਦਾ, ਨਰ ਆਦਮੀ ਦਾ ਕੰਮ ਨਾ। ਨਰ ਤੇ ਬਾਅਦ ਫਿਰ ਸੁਰ ਹੁੰਦਾ। ਸੁਰ ਕਦ ਬਣਦਾ? ਜਦੋਂ ਹੁਕਮ ਦੇ ਵਿੱਚ ਚੱਲਣ ਲੱਗਦਾ, ਹੁਕਮ ਨਾਲ ਸੁਰ ਆਪਣੀ ਬੁਲਾਉਣੀ ਸ਼ੁਰੂ ਕਰਦਾ ਨਾ, ਫਿਰ ਨਰ ਤੇ ਸੁਰ ਬਣ ਜਾਂਦਾ। ਨਰ ਫੇਰ ਵੀ ਰਹਿੰਦਾ, ਨਰ ਤਾਂ ਫੇਰ ਵੀ ਰਹਿੰਦਾ। ਫਿਰ ਉਹਨੂੰ ਫੁੱਲ ਆਉਣੇ ਦੀ ਤਿਆਰੀ ਹੋ ਜਾਂਦੀ ਹੈ, ਪੱਤੇ ਨਵੇਂ ਫੁੱਟਣ ਲੱਗ ਜਾਂਦੇ ਨੇ। ਗਾਂ ਚੱਲ ਪੈਂਦਾ ਨਾ ਪੌਦਾ, ਜਾਂ ਪੱਤੇ ਫੁੱਟਣ ਲੱਗ ਗਏ ਫਿਰ ਫੁੱਲ ਵੀ ਆਊਗਾ। ਜਦ ਫੁੱਲ ਆਉਂਦੇ ਨੇ ਫਿਰ ਇਹ ਸੋਪਣ ਹੁੰਦਾ ਪੌਦੇ ਨੂੰ। ਆਹ ਫੁੱਲ ਵਾਲੀ ਗੱਲ ਹੈ। ਪੌਦਾ ਤਾਂ ਹਰਾ ਭਰਾ ਵੀ ਸੋਹਣਾ ਲੱਗਦਾ ਹੈ, ਹਰਾ ਹੋਵੇ ਨਾ ਪੌਦਾ ਸੋਹਣਾ ਲੱਗਦਾ, ਸੁੱਕਾ ਹੋਵੇ ਸੁੱਕਾ ਜਿਹਾ ਬੁਰਾ ਲੱਗਦਾ। ਪਰ ਜਦ ਫੁੱਲ ਆ ਜਾਂਦੇ ਨੇ ਫਿਰ ਪਰਸੋਹਣੀ ਹੋ ਜਾਂਦਾ, ਪਰਸੋਹਣੀ। ਫਲ ਆਉਂਦਾ, ਫਲ ਫੇਰ ਆਉਂਦਾ। ਜੋ ਫਲ ਆਉਂਦਾ, ਫਲ ਆ ਕੇ ਜੇ ਫੁੱਲ ਆ ਕੇ ਝੜ ਜਾ ਫਿਰ ਵੀ ਕੁਛ ਨਹੀਂ ਗੱਲ। ਫੁੱਲ ਆਉਂਦਾ ਤਾਂ ਉਹਦੀ ਸੋਹਪਣ ਨੂੰ ਪਰਸੋਹਣੀ ਕਹਿੰਦੇ ਨੇ। ਫਿਰ ਸੁਰ ਨਰ ਮੋਹਣੀ, ਮੋਹਣੀ, ਸਿੰਘਾ ਰੋਹਣੀ ਬਿਤਲ ਤਲੇ, ਸਿੰਘ ਅਰੋਹਣੀ। ਫਿਰ ਫਲ ਲੱਗਦਾ ਸਿੰਘ ਅਰੋਹਣੀ ਜਦ ਹੁੰਦੀ ਆ ਨਾ, ਗਿਆਨ ਫਲ ਲੱਗਦਾ। ਸਿੰਘ ਸ਼ੇਰ ਦਾ ਨਾਮ ਹੈ, ਬਿਤਲ ਤਲੇ। ਫਿਰ ਗਿਆਨ ਫਲ ਲੱਗਦਾ ਜਾ ਕੇ ਕਿਤੇ। ਉਹ ਜਿਹੜਾ ਤਤ ਗਿਆਨ ਹੈ ਨਾ, ਉਹ ਸਿੰਘ ਫੇਰ ਉੱਥੇ ਲੱਗਦਾ ਪੌਦੇ ਨੂੰ, ਸਿੰਘ ਅਰੋਹਣੀ। ਹਾਂ, ਬਿਤਲ ਤਲੇ, ਬਿਤਲ ਤਲੇ, ਥੱਲੇ ਨੂੰ ਨਹੀਂ ਜਾ ਸਕਦੀ। ਫਿਰ ਉਹ ਉੱਤੇ ਹੀ ਜਾਊ, ਉੱਤੇ ਹੀ ਉੱਤੇ। ਬਿਤਲ ਤਲੇ ਤੋਂ ਉੱਤੇ ਨੂੰ, ਪੁੱਠੇ ਪਾਸੇ ਨੂੰ। ਫਿਰ ਗੰਗਾ ਜਮਨਾ, ਗੰਗਾ ਚ ਮਿਲ ਜੂ। ਗੰਗਾ ਉਲਟੀ ਹੈ, ਪਹਾੜਾਂ ਤੇ ਨੂੰ ਚੜ੍ਹਦੀ ਹੈ। ਫਿਰ ਸ਼ਿਵ ਜੀ ਵੀ ਥੱਲੇ ਰਹਿ ਜਾਂਦਾ, ਰਾਮਚੰਦਰ ਵੀ ਥੱਲੇ ਰਹਿ ਜਾਂਦਾ। ਸਾਰੀਆਂ ਮੱਤਾਂ ਨੂੰ ਫਿਰ ਐਸੀ ਪਹਾੜ ਤੇ ਨੂੰ ਚੜ੍ਹਦੀ ਹੈ ਰੇਲ। ਸਭ ਥੱਲੇ ਵਾਲੇ ਸਟੇਸ਼ਨ ਥੱਲੇ ਹੀ ਥੱਲੇ ਰਹਿੰਦੇ ਚਲੇ ਜਾਂਦੇ ਨੇ। ਸਿਖਰ ਜਾ ਚੜ੍ਹਦੀ ਹੈ ਸਭ ਤੋਂ ਉੱਚੀ, ਗੰਗਾ ਉੱਚੀ ਜਾ ਚੜ੍ਹਦੀ ਹੈ। ਜੈ ਜੈ ਹੋਸੀ ਸਭ ਠੌਰ ਨਿਵਾਸਣ, ਜੈ ਜੈ ਹੋਸੀ ਸਭ ਠੌਰ ਨਿਵਾਸਣ। ਸਭ ਠੌਰ ਨਿਵਾਸਣ, ਸਾਰੇ ਹਿਰਦਿਆਂ 'ਚ ਹੈ ਤੂੰ ਪ੍ਰਗਟ। ਕਿਹੜੇ ਰੂਪ 'ਚ, ਕਿਹੜੇ ਰੂਪ 'ਚ ਪ੍ਰਗਟ ਹੈ? ਅੰਤਰਾਤਮਾ ਦੀ ਆਵਾਜ਼ ਦੇ ਰੂਪ 'ਚ। ਅੰਤਰਾਤਮਾ ਦੀ ਆਵਾਜ਼ ਬੀਜ ਰੂਪ ਹੈ ਇਹਦਾ। ਬੀਜ ਕੀ ਹੁੰਦਾ? ਇਹਦੀ ਅਸਲ 'ਚ ਬੀਜ ਨਹੀਂ ਹੁੰਦਾ, ਜੜ ਹੁੰਦੀ ਹੈ। ਪੁਦੀਨੇ ਦੀਆਂ ਜੜ੍ਹਾਂ ਲਾਉਂਦੇ, ਬੀਜ ਹੁੰਦਾ ਪੁਦੀਨੇ ਦਾ, ਜੜੇ ਉਹਦੀ ਬੀਜ ਹੁੰਦਾ। ਬਹੁਤ ਸਾਰੀਆਂ ਚੀਜ਼ਾਂ ਨੇ, ਘਾਹ ਹੈ ਹੁਣ, ਘਾਹ ਦਾ, ਘਾਹ ਦੀ ਜੜ ਬੀਜ ਹੁੰਦਾ, ਘਾਹ ਦਾ ਜੜ ਹੁੰਦੀ ਹੈ। ਬਸ ਇਹਦੀ ਜੜੇ ਦਾ ਬੀਜ ਹੈ, ਉਹ ਜੜ ਹੈ ਇਹਦੀ। ਆਤਮਾ ਦੀ ਆਵਾਜ਼ ਜਿਹੜੀ ਜੜ ਹੈ, ਬਸ ਇਹਨੇ ਵਧਣਾ ਤਾਂ। ਇਹ ਜੜ ਤੋਂ ਹੀ ਫੁੱਟਣਾ, ਪਰ ਫੁੱਟੂ ਤਾਂ ਜੇ ਇਹਨੂੰ ਨਾਮ ਦਾ ਅੰਮ੍ਰਿਤ ਮਿਲੂਗਾ। ਹੁਣ ਪੁਦੀਨੇ ਨੂੰ ਪਾਣੀ ਉਹਨੇ ਪਾਈਏ, ਸੁੱਕੀ ਹੋਵੇ, ਜੜ ਤਾਂ ਰਹਿ ਜਾਂਦੀ ਹੈ। ਫਿਰ ਵੀ ਖੁਸ਼ਕੀ ਵੀ ਉਹਦੀ, ਕਈ ਪੌਦਿਆਂ ਦੀ ਕਿੰਨੀਆਂ ਖੁਸ਼ਕੀ ਹੋਵੇ, ਕੋੜਤੁੰਬੇ ਦੀ ਬੇਲ ਫੇਰ ਵੀ ਰਹਿ ਜਾਂਦੀ ਹੈ। ਸਗੋਂ ਜਦ ਗਰਮੀ ਜ਼ਿਆਦਾ ਆਉਂਦੀ ਹੈ ਨਾ, ਜ਼ਿਆਦਾ ਗਰਮੀ ਆਉਂਦੀ ਹੈ, ਖੁਸ਼ਕੀ ਜ਼ਿਆਦਾ ਪੈਂਦੀ ਹੈ, ਫੇਰ ਫੁੱਟਦੀ ਹੈ ਉਹ। ਹੁਣ ਕੋਈ ਪੁੱਛੂ ਵੀ ਖੁਸ਼ਕੀ ਕਾਹਦੇ ਫੁੱਟਦੀ ਹੈ? ਜ਼ਮੀਨ ਤਾਂ ਸੁੱਕ ਗਈ, ਜ਼ਮੀਨ ਸੁੱਕੂਗੀ, ਕੋੜਤੁੰਬੇ ਦੀ ਬੇਲ ਫੁੱਟੂਗੀ ਬਗੈਰ ਬਾਰਿਸ਼ ਤੇ। ਬਾਰਿਸ਼ ਪਈ ਤੇ ਮਰ ਜਾਂਦੀ ਹੈ ਸਭ,
ਥੱਲੇ ਨੂੰ ਜਾਂਦੀ ਹੈ। ਜ਼ਮੀਨ ਤੋਂ ਜਿਹੜੀ ਥੱਲਿਓਂ ਪਾਣੀ ਸੁੱਕਦਾ ਨਾ ਉੱਤੇ ਨੂੰ ਆਉਂਦਾ, ਜ਼ਮੀਨ ਦੇ ਥੱਲਿਓਂ ਪਾਣੀ ਉੱਤੇ ਨੂੰ ਆਉਂਦਾ ਰਹਿੰਦਾ, ਭਾਵ ਜਿਵੇਂ ਆਪਣੇ ਪਸੀਨਾ ਬਾਹਰ ਨੂੰ ਆਉਂਦਾ ਅੰਦਰੋਂ। ਮਾਟੀ ਕੋ ਜਲ ਦਹਿ ਦਿਸ ਤਿਆਗਾ, ਮਿੱਟੀ ਤੇ ਜੇ ਉੱਤੋਂ ਸੂਰਜ ਦੀ ਧੁੱਪ ਪੈਂਦੀ ਹੈ ਥੱਲੇ ਪਾਣੀ ਵੀ ਆਉਂਦਾ ਇਹਦੀ ਗਰਮੀ ਬੁਝਾਉਣ ਵਾਸਤੇ, ਤਾਂ ਹੀ ਸੁੱਕਦੀ ਹੈ ਥੱਲੇ ਦੀ ਮਿੱਟੀ। ਪਾਣੀ ਉੱਤੇ ਨੂੰ ਆਉਂਦਾ, ਭਾਫ ਬਣ ਕੇ ਉੱਡਦਾ ਰਹਿੰਦਾ। ਉਹ ਜਿਹੜੀ ਭਾਫ ਲੱਗਦੀ ਹੈ ਜੜਾਂ ਨੂੰ ਉਹਦੇ ਨਾਲ ਉਹ ਤੋਂ ਉਹ ਲੈ ਲੈਂਦਾ ਘੁੜ ਦੂ ਕੇ, ਉਹਦੇ ਨਾਲ ਜੜ ਹਰੀ ਹੋ ਜਾਂਦੀ ਹੈ। ਬਿਤਲ ਤਲੇ, ਥੱਲੇ ਨੂੰ ਨਹੀਂ ਜਾ ਸਕਦੀ। ਜੈ ਜੈ ਹੋਸੀ ਸਭ ਠੌਰ ਨਿਵਾਸਨ, ਸਭ ਠੌਰ ਨਿਵਾਸਨ, ਜੜ ਦੇ ਰੂਪ ਚ ਨਿਵਾਸ ਕਰਦੀ ਹੈ ਸਾਡੇ ਅੰਦਰ ਸਾਰਿਆਂ ਦੇ। ਬਾਏ ਪਤਾਲ ਆਕਾਸ਼ ਅਨਲੇ, ਬਾਏ ਹਵਾ ਆਕਾਸ਼, ਪਤਾਲ ਬਾਏ ਕੀ ਕਹਿੰਦੇ ਨੇ ਸਾਡੇ ਬੋਲ ਵਿੱਚ, ਆਵਾਜ਼ ਵਿੱਚ ਵੀ ਨਿਵਾਸ ਕਰਦੀ ਹੈ। ਫਿਰ ਉਹ ਅੰਤਰਾਤਮਾ ਦੀ ਪਹਿਲਾਂ ਤਾਂ ਉਹ ਨਾ ਬੋਲ ਵੀ ਤਾਂ ਸਕਦਾ ਆਦਮੀ। ਉਹ ਕਹਿੰਦਾ ਵੀ ਅਸਲੀ ਗੱਲ ਦੱਸ ਕੀ ਹੈ, ਇਮਾਨਦਾਰੀ ਨਾਲ। ਜਾਂ ਇਮਾਨਦਾਰੀ ਦੀ ਗੱਲ ਕਰਦਾ ਫਿਰ ਬਾਏ ਦੇ ਵਿੱਚ ਨਿਵਾਸ ਕਰ ਜਾਂਦੀ ਹੈ। ਆ ਬਾਣੀ ਕੀ ਹੈ, ਬਾਏ ਦੇ ਵਿੱਚ ਹੀ ਹੈ ਨਾ, ਮੂੰਹ ਕਾ ਕਿਆ ਭਾਵ ਨਹੀਂ ਹੈ, ਇਹਦੇ ਵਿੱਚ ਵੀ ਨਿਵਾਸ ਕਰਦੀ ਹੈ। ਆਕਾਸ਼ ਹਿਰਦੇ ਚ ਨਿਵਾਸ ਕਰਦੀ ਹੈ। ਪਤਾਲ, ਪਤਾਲ ਤਾਂ ਹੈ, ਹਿਰਦੇ ਨੂੰ ਪਤਾਲ ਕਹਿੰਦੇ ਨੇ ਨਾ। ਅਨਲੇ, ਅਨਲੇ, ਅਨਲ ਕਹਿੰਦੇ ਨੇ ਪ੍ਰਚੰਡਤਾ ਅੱਗ ਦੇ ਵਿੱਚ। ਉਹ ਪ੍ਰਚੰਡਤਾ ਵੀ ਜਿਹੜੇ ਸਰੀਰ ਦੇ ਵਿੱਚ ਅੱਗ ਹੈ ਨਾ, ਹਰ ਗਰਮੀ, ਇਹ ਵੀ ਉਹਦੀ ਵਜ੍ਹਾ ਨਾਲ ਹੈ। ਸਰੀਰ 'ਚ ਗਰਮੀ ਕਾਹਦੀ ਵਜ੍ਹਾ ਨਾਲ ਹੈ? ਆਤਮਾ ਜੇ ਹੈ ਸਰੀਰ 'ਚ ਤਾਂ ਗਰਮ ਹੈ, ਆਤਮਾ ਨਿਕਲੇਗੀ ਠੰਡੀ ਹੋ ਜਾਂਦਾ ਸਰੀਰ। ਚਾਹੇ ਗਰਮੀ 'ਚ ਰੱਖ ਦੋ, ਧੁੱਪ ਹੋਵੇ ਜਿੰਨੀ ਮਰਜ਼ੀ, ਜਿੰਨੀ ਮਰਜ਼ੀ ਗਰਮੀ ਪੈਂਦੀ ਹੋਵੇ, ਆਦਮੀ ਮਰ ਜਾਂਦਾ, ਸਰੀਰ ਠੰਡਾ ਹੋ ਜਾਂਦਾ। ਉਹ ਗਰਮੀ ਕਾਹਦੀ ਸੀ? ਕਾਹਦੀ ਗਰਮੀ ਸੀ? ਆਤਮਾ ਦੀ। ਸਰੀਰ ਦੀ ਅੱਗ 'ਚ ਤੇਰਾ ਨਿਵਾਸ ਹੈ, ਸਰੀਰ ਗਰਮ ਤੇਰੇ ਕਰਕੇ ਹੈ। ਕਿਉਂ? ਬਬੀਹਾ ਜਲ ਮੈਂ ਤੇਰਾ ਬਾਸ ਹੈ। ਉਹਦਾ ਬਬੀਹਾ ਨਾ ਮਨ, ਉਹਦਾ ਜਿਹੜਾ ਪਾਣੀ ਹੈ ਨਾ ਸਰੀਰ ਦਾ, ਉਹਦੇ ਵਿੱਚ ਨਿਵਾਸ ਕਰਦਾ ਹੈ। ਤਾਂ ਕਿਹਾ ਜੈ ਜਲ ਤੇ ਤੇਰੇ ਭਪਣ ਸਾਜਿਆ, ਬਬੀਹੇ ਦਾ ਜਲ ਵਿੱਚ ਵਾਸ ਹੈ। ਜਿੱਧਰ ਖੂਨ ਦਾ ਦੌਰਾ ਘਟ ਜਾਂਦਾ ਉਧਰ ਕੰਮ, ਹੱਥ ਪੈਰ ਲੜਕ ਜਾਂਦੇ ਨੇ, ਫਿਰ ਨਹੀਂ ਕੰਮ ਕਰਦੇ। ਜਿੱਧਰ ਖੂਨ ਦਾ ਦੌਰਾ ਹੈ ਉਧਰ ਬਬੀਹੇ ਦੀ ਸ਼ਕਤੀ ਕੰਮ ਕਰਦੀ ਹੈ, ਹੱਥ ਪੈਰ ਹਿਲਦਾ। ਜਿੱਧਰ ਖੂਨ ਦਾ ਦੌਰਾ ਨਹੀਂ ਰਹਿੰਦਾ ਤੇ ਫਿਰ ਬਬੀਹਾ ਚਾਹੇ ਜਿਉਂਦਾ ਵੀ ਹੈ, ਸਰੀਰ ਹੈਗਾ ਵੀ ਹੈ, ਉਹ ਫਿਰ ਬਾਂਹ ਨਹੀਂ ਚੱਕ ਹੁੰਦੀ ਬਬੀਹੇ ਤੇ, ਸ਼ਕਤੀ ਨਹੀਂ ਹੈ ਉਧਰ, ਉਹਦਾ ਨਿਵਾਸ ਉਧਰ ਬੰਦ ਹੋ ਗਿਆ। ਹਾਂਜੀ। ਸੰਕਟ ਨਿਵਾਰਨੀ ਅਦਮ ਉਦਾਹਰਨੀ। ਸੰਕਟ ਨਿਵਾਰਨੀ, ਸੰਕਟ ਕੀ ਹੈ? ਸੰਕਟ ਨਿਵਾਰਨੀ, ਧਰਮ ਸੰਕਟ ਹੁੰਦਾ ਹੈ ਫਸਿਆ ਹੋਇਆ। ਧਰਮ ਸੰਕਟ ਹੈ। ਜਿਹੜੇ ਭਰਮ 'ਚ ਫਸੇ ਨੇ, ਧਰਮ ਸੰਕਟ 'ਚ ਫਸੇ ਹੋਏ ਨੇ। ਸਭ ਤੋਂ ਬੜਾ ਸੰਕਟ ਭਰਮ, ਜਿਹੜਾ ਇਹ ਫਸ ਗਿਆ ਘੁੰਮਣ ਘੇਰੀ 'ਚ, ਸੰਕਟ 'ਚ ਫਸ ਗਿਆ। ਆਪਣੀ ਜਾਣੇ ਧਾਰਮਿਕ ਹੈ, ਧਰਮ ਹੈ ਨਹੀਂ ਕੋਲ। ਸੰਕਟ ਨਿਵਾਰਨੀ, ਭਰਮ ਨੂੰ ਨਿਵਾਰਨ ਕਰਨ ਵਾਲੀ ਹੈ। ਅਦਮ ਉਦਾਹਰਨੀ, ਇਹ ਵੀ ਆਦਮ ਹੈ। ਦੇਖੋ ਆਦਮ ਫੇਰ ਆ ਗਿਆ ਸੰਕਟ ਵਾਲੇ ਦਾ, ਇਹ ਵੀ ਰੁਕਿਆ ਹੈ। ਜਦ ਭਰਮ ਹੈ, ਭਰਮ ਵੀ ਰੋਕ ਲੈਂਦਾ। ਆਦਮ ਉਦਾਹਰਨੀ, ਅੱਧ ਚੋਂ ਖੜਾ ਹੈ ਸੰਕਟ ਵਾਲਾ, ਭਰਮ ਸੰਕਟ ਵਾਲਾ। ਇਹ ਸਾਰੇ ਭਰਮ ਸੰਕਟ ਵਾਲੇ ਹੀ ਰਹੇ, ਜਿਹਨਾਂ ਨੂੰ ਕੁਝ ਹੋਰੇ ਲੱਗਦੀ ਹੈ ਸਿੱਖੀ। ਕੀ ਕਰਦੇ ਨੇ? ਭਰਮ 'ਚ ਫਸੇ ਨੇ। ਜਿੱਥੇ ਭਰਮ ਹੈ ਉੱਥੇ ਧਰਮ ਸੰਕਟ ਵੀ ਹੈ। ਧਰਮ ਸੰਕਟ ਬਣ ਜਾਂਦਾ। ਅੱਜ ਸਿੱਖਾਂ ਦਾ ਧਰਮ ਸੰਕਟ ਬਣਿਆ ਹੋਇਆ। ਝਗੜਾ ਸੰਕਟ ਹੁੰਦਾ। ਸੰਕਟ ਕੀ ਹੁੰਦਾ? ਝਗੜਾ, ਕਲੇਸ਼। ਉਹ ਕਲੇਸ਼ ਜਿਹੜਾ ਪਿਆ ਹੋਇਆ ਭਰਮ ਕਰਕੇ ਪਿਆ ਹੋਇਆ। ਗਿਆਨ ਨਹੀਂ ਹੈਗਾ ਧਰਮ ਦਾ, ਨਹੀਂ ਪਤਾ ਕੀ ਹੈ। ਸਿੱਖੀ ਦਾ ਗਿਆਨ ਨਹੀਂ ਹੈ। ਜਿੱਦਣ ਸਿੱਖੀ ਦਾ ਗਿਆਨ ਹੋ ਗਿਆ, ਸੰਕਟ ਦੂਰ ਹੋ ਜੂ। ਜਿਹੜੇ ਸੰਕਟ ਖੜਾ ਕਰਦੇ ਨੇ ਅਨਸੈਸਰੀ, ਸਭ ਨੂੰ ਪਤਾ ਲੱਗ ਜੂ ਵੀ ਇਹ ਤਾਂ ਸਿੱਖੇ ਨਹੀਂ ਹਨ।
ਪਤਾ ਹੀ ਨਹੀਂ ਸੱਚਾ ਕੌਣ ਹੈ ਝੂਠਾ ਕੌਣ ਹੈ ਆਮ ਪਬਲਿਕ ਨੂੰ। ਸਾਰੇ ਕਹਿੰਦੇ ਨੇ ਉਹ ਕਹਿੰਦਾ ਮੈਂ ਸੱਚਾ, ਉਹ ਕਹਿੰਦਾ ਮੈਂ ਸੱਚਾ, ਉਹ ਕਹਿੰਦਾ ਮੈਂ ਸੱਚਾ, ਉਹ ਕਹਿੰਦਾ ਮੈਂ ਸੱਚਾ। ਆਪਾਂ ਵਿਰੋਧੀ ਨੇ ਸਾਰੇ। ਹੁਣ ਸਾਰੇ ਸੱਚੇ ਕਿਵੇਂ ਹੋ ਗਏ? ਸਾਰੇ ਸਿੱਖ ਕਿਵੇਂ ਹੋ ਗਏ? ਉਹ ਤਾਂ ਇੱਕ ਦੂਏ ਦੇ ਵਿਰੁੱਧ ਖੜੇ ਨੇ। ਸਾਰੇ ਸਿੱਖ ਕਿਵੇਂ ਹੋ ਗਏ? ਹੁਣ ਸਿੱਖੀ ਦਾ ਪਤਾ ਲੱਗੇ ਤਾਂ ਫੈਸਲਾ ਹੋਊ ਵੀ ਸਿੱਖ ਕਿਹੜਾ ਕਿੰਨਾ ਗਲਤ ਹੈ, ਕਿਹੜਾ ਕਿੰਨਾ ਠੀਕ ਹੈ, ਕਿਹੜਾ ਬਿਲਕੁਲ ਹੀ ਗਲਤ ਹੈ। ਜਿਹੜਾ ਜ਼ਿਆਦਾ ਗਲਤ ਹੈ ਕੌਣ ਹੈ? ਘੱਟ ਗਲਤ ਕੌਣ? ਘੱਟ ਗਲਤ ਵਾਲੇ ਦੀ ਇੱਜ਼ਤ ਹੋ ਜੂ, ਜ਼ਿਆਦਾ ਗਲਤ ਵਾਲੇ ਦੀ ਇੱਜ਼ਤ ਨਹੀਂ ਹੋਣੀ। ਹੁਣ ਜਿਹੜਾ ਜ਼ਿਆਦਾ ਦੂਰ ਹੈ ਧਰਮ ਤੋਂ ਉਹ ਚੌਧਰੀ ਬਣਿਆ ਬੈਠਾ, ਫਿਰ ਲਾਈਨ 'ਚ ਆ ਜਾਣਗੇ। ਜਿੰਨਾ ਕੋਈ ਨੇੜੇ ਹੋਊ ਸਿੱਖੀ ਦੇ ਉਹਦੀ ਉਹਨਾਂ ਉਹ ਮੂਹਰੇ ਆ ਜਾਊਗਾ, ਲਾਈਨ 'ਚ ਆ ਜਾਊਗਾ। ਜਦ ਲਾਈਨ ਟੁੱਟ ਜਾਂਦੀ ਯਾਰ ਝਗੜਾ ਹੋਣਾ ਹੀ ਹੈ। ਜੇ ਘੱਟ ਅਕਲ ਵਾਲੇ ਨੂੰ ਜੂਨੀਅਰ ਨੂੰ ਸੀਨੀਅਰ ਬਣਾ ਦਿੰਦੇ ਨੇ ਮਹਿਕਮੇ ਦੇ ਵਿੱਚ, ਉਹ ਕਹਿੰਦਾ ਮੇਰੇ ਤੋਂ 4 ਦਰਜੇ ਥੱਲੇ ਸੀ, ਚੱਕ ਕੇ ਮੇਰਾ ਅਫਸਰ ਬਣਾ ਦਿੱਤਾ। ਵਿਆਕੁਲਤਾ ਪੈਦਾ ਨਹੀਂ ਹੁੰਦੀ ਉੱਥੇ ਉਹਨਾਂ ਦੀ, ਵਿਆਕੁਲਤਾ ਪੈਦਾ ਹੁੰਦੀ ਉਹਨਾਂ 'ਚ ਵੀ। ਬਈ ਜਿਹੜਾ ਕਾਬਲ ਆਦਮੀ ਆ ਉਹਨੂੰ ਅੱਗੇ ਤੋਂ ਪਿੱਛੇ ਕਰ ਦੇਵੇ ਕੋਈ, ਉਹਦੇ ਅੰਦਰ ਵੀ ਵਿਆਕੁਲਤਾ। ਉਹ ਜਿਹੜਾ ਥੱਲੇ ਉੱਤੇ ਲਾਤਾ ਉਹਨੇ ਮਨਮਰਜ਼ੀ ਕਰਨੀ ਹੈ। ਕੱਲ ਮੇਰਾ ਬੌਸ ਦੀ ਐਂ ਕਰ ਲੈਂਦਾ, ਮੈਂ ਹੁਣ ਇਹਨੂੰ ਤੰਗ ਕਰਾਂ। ਉਹਨੇ ਤਾਂ ਮਿਸਯੂਜ਼ ਕਰਨਾ ਥੱਲੇ ਵਾਲੇ ਨੇ ਉੱਪਰ ਜਾ ਕੇ। ਇਹ ਜ਼ਿਆਦਾ ਰੌਲਾ ਜਿਹੜਾ ਸਾਡਾ ਉੱਤੇ ਹੈ ਨਾ, ਇਹ ਜਿਹੜਾ ਇਹਨਾਂ ਨੇ ਉਥਲ ਪੁਥਲ ਕਰਤੀ ਨਾ ਰਿਆਇਤਾਂ ਦੇਣ ਦੀ, ਇਹ ਵੀ ਕਾਰਨ ਹੈ ਇੱਕ। ਘੱਟ ਅਕਲ ਵਾਲਿਆਂ ਨੂੰ ਰਿਆਇਤ ਦੇ ਕੇ ਅਕਲ ਵਾਲਿਆਂ ਦੇ ਉੱਤੇ ਥੋਪ ਦੇਣ, ਇਹ ਗੈਰ ਕੁਦਰਤੀ ਗੱਲ ਹੈ। ਜਿੱਥੇ ਗੈਰ ਕੁਦਰਤੀ ਗੱਲ ਹੋਊਗੀ ਉੱਥੇ ਉਥਲ ਪੁਥਲ ਰਹੂਗੀ, ਉੱਥੇ ਸ਼ਾਂਤੀ ਰਹੂਗੀ। ਗੈਰ ਕੁਦਰਤੀ ਗੱਲ, ਗੈਰ ਕੁਦਰਤੀ ਤਰੀਕੇ ਨਾਲ ਤਰੱਕੀ ਨਹੀਂ ਹੋ ਸਕਦੀ ਕਦੇ ਵੀ ਕਿਤੇ। ਉਹ ਦੇ ਦਿਓ ਤੁਸੀਂ, ਉਹਨਾਂ ਨੂੰ ਪੈਸੇ ਦੇ ਕੇ ਬਰਾਬਰ ਕਰ ਦਿਓ, ਜ਼ਮੀਨਾਂ ਦੇ ਕੇ ਬਰਾਬਰ ਕਰ ਦਿਓ, ਪਰ ਬੇਅਕਲਾਂ ਨੂੰ ਅਕਲ ਵਾਲਿਆਂ ਤੇ ਨਹੀਂ ਥੋਪੀਦਾ ਹੁੰਦਾ, ਫਿਰ ਹੀ ਚੱਲਦਾ ਹੁੰਦਾ ਕੰਮ। ਉੱਥੇ ਸ਼ਾਂਤੀ ਪੈਦਾ ਹੋ ਜਾਂਦੀ ਹੈ। ਸ਼ਾਂਤੀ ਦਾ ਕਾਰਨ ਇਹ ਬੇਅਕਲਾਂ ਨੂੰ ਰਿਸ਼ਵਤ ਨਾਲ ਸਿਫਾਰਿਸ਼ ਨਾਲ ਉੱਤੇ ਲੈ ਆਉਂਦਾ। ਅਕਲ ਵਾਲਿਆਂ ਨੇ ਐਤਵਾਰ ਸ਼ੁਰੂ ਕਰ ਲਿਆ। ਉਹ ਇੰਟੈਲੀਜੈਂਟ ਨੇ ਬਹੁਤ, ਉਹਨਾਂ 'ਚ ਬੰਦੇ, ਉਹਨਾਂ ਨੂੰ ਉਹਨਾਂ ਦੀ ਹੱਕ ਨਹੀਂ, ਸੀਟ ਨਹੀਂ ਮਿਲੀ ਤਾਂ ਉੱਧਰ ਚਲੇ ਗਏ। ਉਹ ਦੱਸੇ ਕੌਣ ਇਹਨਾਂ ਨੂੰ? ਇੱਕ ਸਰਕਾਰ ਨਾਲ ਲੜਨਾ ਮਜ਼ਾਕ ਦੀ ਗੱਲ ਹੈ। ਸਪਲਾਈ ਲਾਈਨ ਕੋਈ ਨਹੀਂ, ਟ੍ਰੇਨਿੰਗ ਸੈਂਟਰ ਹੁੰਦਾ ਕੋਈ ਨਹੀਂ। ਸਰਕਾਰ ਦੀ ਭੂਤ ਨਹੀਂ ਭੁਲਾ ਦੇਣੀ। ਇੰਟੈਲੀਜੈਂਟ ਨਹੀਂ ਹਨ ਉਹ। ਉਹਨਾਂ ਦੀ ਇੰਟੈਲੀਜੈਂਸੀ ਨੂੰ ਉਹਨਾਂ ਨੇ ਪਰਖਿਆ ਨਹੀਂ ਹੈ, ਉਹਨਾਂ ਦੀ ਅਕਲ ਦੀ ਦਾਤ ਦਿੱਤੀ ਨਹੀਂ ਹੈ। ਬੰਦੂਕ ਦੇ ਜ਼ੋਰ ਨਾਲ, ਪਾਵਰ ਦੇ ਜ਼ੋਰ ਨਾਲ ਪਾਵਰ ਕੋਲ ਹੈ, ਉਹ ਦਬਾ ਰਹੇ ਨੇ। ਇਹ ਤਰੀਕਾ ਨਹੀਂ ਹੈਗਾ। ਸਿਆਣੇ ਬੰਦੇ ਹੋਰ ਵੀ ਕਹਿੰਦੇ ਨੇ ਵੀ ਇਹਨਾਂ ਨੇ ਬੈਠ ਕੇ ਗੱਲ ਕਰੋ, ਜੜ ਲੱਭੋ। ਕਹਿ ਰਹੇ ਨੇ ਲੋਕ ਜੜ ਲੱਭੋ, ਠੀਕ ਕਹਿ ਰਹੇ ਨੇ, ਸਿਆਣੇ ਨੇ। ਪਰ ਜਿਹਦੇ ਕੋਲ ਪਾਵਰ ਹੈ ਛੱਡਣੀ ਨਹੀਂ ਚਾਹੁੰਦਾ, ਉਹ ਕਹਿੰਦਾ ਡਾਂਗ ਦੇ ਜ਼ੋਰ ਨਾਲ ਕਰ ਲਈਏ ਠੀਕ। ਬੇਅਕਲ ਕੋ ਪਾਵਰ ਹੈ, ਉਹਨੂੰ ਪਤਾ ਮੇਰੀ ਪਾਵਰ ਚਲੀ ਜਾਣੀ ਹੈ। ਸਵਾਰਥ ਹੈ ਉਹਦੇ ਕੋਲ, ਸਵਾਰਥ ਹੈ। ਸਵਾਰਥੀ ਆਦਮੀ ਉੱਤੇ, ਜਿੱਥੇ ਸਵਾਰਥ ਹੋਊ ਉੱਥੇ ਉਥਲ ਪੁਥਲ ਰਹੂਗੀ। ਸੰਸਾਰ 'ਚ ਉਥਲ ਪੁਥਲ ਦਾ ਕਾਰਨ ਹੈ ਸਵਾਰਥ। ਜਾਂ ਇਸ ਗੁਰਬਾਣੀ ਕੀ ਹੈ? ਗੁਰਮਤਿ ਪਰਮਾਰਥ। ਜਿੱਦਣ ਪਰਮਾਰਥ ਦਾ ਰਾਜ ਆ ਗਿਆ ਉਦੋਂ ਰਾਮ ਰਾਜ ਹੋਊਗਾ। ਏਦਾਂ ਨਹੀਂ ਹੁੰਦਾ ਰਾਮ ਰਾਜ ਵੀ ਬਾਦਲ ਕਹਿੰਦੇ ਮੇਰਾ ਰਾਜ ਹੈ ਤਾਂ ਰਾਮ ਰਾਜ ਹੈ। ਕਰਨਾ ਦਿੱਤਾ ਕਹਿੰਦਾ ਸੇਵਾ ਹੋਊਗੀ, ਰਾਜ ਨਹੀਂ ਹੋਣਾ। ਕਰਕੇ ਦਿਖਾਉਂਦਾ, ਕਰਕੇ ਦਿਖਾਉਂਦਾ। ਫਿਰ ਸਵਾਦ ਦੀ ਗੱਲ, ਜਿਹੜਾ ਕੰਮ ਕਹੇ ਕਰਕੇ ਦਿਖਾਵੇ ਨਾ। ਇਹ ਗੱਲਾਂ ਨੇ ਸਿਰਫ ਇਹਨਾਂ ਦੀਆਂ ਹੁੰਦੀਆਂ, ਇਹ ਗੱਲਾਂ ਨੇ ਇਹਨਾਂ ਦੀਆਂ ਹੁੰਦੀਆਂ। ਕਿਉਂਕਿ ਆਪਣਾ ਰਾਜ ਕਰਨਾ ਨਾ, ਆਪਣੇ ਰਾਜ ਨੂੰ ਮਾੜਾ ਤਾਂ ਕੋਈ ਕਹਿੰਦਾ ਨਹੀਂ ਹੁੰਦਾ। ਆਪਣਾ ਮੈਂ ਮਾੜਾ ਹੈ ਤਾਂ ਕੋਈ ਕਹਿੰਦਾ ਨਹੀਂ ਹੁੰਦਾ, ਚਾਹੇ ਸਾਰਿਆਂ ਨੂੰ ਮਾੜਾ ਮੈਂ ਹੋਵਾਂ। ਇਹ ਆਦਮੀ ਦੀ ਨੇਚਰ ਹੈ ਨਾ। ਤਾਂ ਗੱਲੀਆਂ ਅਸੀਂ ਚੰਗੀਆਂ ਚਾਰੀ ਬੁਰੀਆਂ, ਗੱਲੀਆਂ ਅਸੀਂ ਚੰਗੀਆਂ ਚਾਰੀ ਬੁਰੀਆਂ, ਇਹ ਤਾਂ ਸੰਸਾਰ ਦੀ ਕਾਰ ਹੈ ਨਾ। ਪਰ ਜੇ ਸੰਸਾਰ ਚਾਹੁੰਦਾ, ਜੇ ਇਮਾਨਦਾਰ ਨੇ, ਫਿਰ ਤਾਂ ਰਸਤਾ ਇਹੀ ਹੈ। ਜਿਹਦਾ ਜਿੱਥੇ ਹੱਕ ਬਣਦਾ ਉਹਨੂੰ ਦੇ ਦਿਓ।
ਉਹ ਦਵੇ ਕੌਣ? ਆਪਣੇ ਮੁੰਡਿਆਂ ਨੂੰ ਪਿੱਛੇ ਕੌਣ ਕਰੇ? ਆਪਣੇ ਰਿਸ਼ਤੇਦਾਰ ਨੂੰ ਪਿੱਛੇ ਕੌਣ ਕਰੇ? ਬੇਅਕਲਾਂ ਨੂੰ ਉੱਤੇ ਰੱਖਿਆ ਕੁਰਸੀਆਂ ਦੇ ਪਿੱਛੇ ਕੌਣ ਹਟਾਵੇ? ਮੇਰੇ ਆਦਮੀ ਨੇ, ਮੇਰੇ ਫੇਵਰ 'ਚ ਨੇ, ਮੈਂ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਨੂੰ ਉੱਤੇ ਰੱਖਣਾ, ਬੈਨੀਫਿਟ 'ਚ ਰੱਖਣਾ, ਪਾਵਰ 'ਚ ਰੱਖਣਾ। ਉਹ ਮੇਰੇ ਆਦਮੀ ਨੇ। ਤੇ ਇਹ ਤਾਂ ਤਰੀਕਾ ਨਹੀਂ ਹੈ। ਇਹ ਕੋਈ ਸ਼ਾਂਤੀ ਦਾ, ਤਰੱਕੀ ਦਾ ਤਰੀਕਾ ਥੋੜ੍ਹੀ ਹੈ, ਤਾਂ ਵਿਨਾਸ਼ ਦਾ ਤਰੀਕਾ। ਹੌਲੀ ਹੌਲੀ ਹੋ ਜਾਂਦਾ ਤਾਂ ਵਿਨਾਸ਼ ਦਾ ਤਰੀਕਾ ਹੈ। ਇਹ ਪੜ੍ਹਾਈ ਜਿਹੜੀ ਇਹਨਾਂ ਨੇ ਪੜ੍ਹਾਈ ਪੜ੍ਹੀ ਹੈ ਨਾ, ਕੁਟਲਤਾ ਦੀ, ਕੁਟਲ ਨੀਤੀ, ਏਦਾਂ ਗੁਰਬਾਣੀ ਨਿੰਦਿਆ ਕਰਦੀ ਹੈ ਜੀ। ਕੁਟਲ ਗਾਂਠ ਜਬ ਖੁੱਲ੍ਹੇ ਦੇਵ, ਇਹ ਜਦੋਂ ਗੱਠ ਖੁੱਲ੍ਹ ਗਈ ਨਾ, ਉਹਦਣੇ ਦੇਵ ਹੈ, ਦੇਵਤਾ ਹੀ ਆਪ ਹੈ। ਕੁਟਲ ਗਾਂਠ ਜਬ ਖੁੱਲ੍ਹੇ ਦੇਵ, ਫਿਰ ਤੇ ਦੇਵਤਾ। ਇਹ ਕੁਟਲਤਾ ਦੀ ਗਾਂਠ ਹੈ ਜਿਹੜੀ ਅੰਦਰ ਆ ਨਾ, ਗੱਠ, ਇਹ ਇਹਨੂੰ ਰੱਬ ਬੁੱਧੀਹੀਨ ਬਣਾਈ ਬੈਠੀ ਹੈ। ਬੁੱਧੀਹੀਨ ਜਿਹੜਾ ਹੁੰਦਾ ਮੁਸੀਬਤਾਂ ਪੈਦਾ ਕਰਦਾ ਹੁੰਦਾ। ਜਿਹੜੀ ਬੁੱਧੀ ਜਦ ਕਬੁੱਧ ਬਣ ਜਾਂਦੀ ਹੈ ਨਾ, ਫਿਰ ਉਹ ਮੁਸੀਬਤਾਂ ਖੜੀਆਂ ਕਰਦੀ ਹੈ, ਆਪਣੇ ਵਾਸਤੇ ਵੀ, ਆਪਣੇ ਪਰਿਵਾਰ ਵਾਸਤੇ ਵੀ, ਆਪਣੇ ਮੁਹੱਲੇ ਵਾਸਤੇ ਵੀ, ਆਪਣੇ ਪਿੰਡ ਵਾਸਤੇ ਵੀ, ਆਪਣੇ ਦੇਸ਼ ਵਾਸਤੇ ਵੀ, ਸਾਰੀ ਦੁਨੀਆ ਵਾਸਤੇ ਵੀ। ਅਸੀਂ ਦੁਨੀਆ ਨਾਲ ਜੁੜ ਜਾਂਦੇ ਨਾ ਹੌਲੀ ਹੌਲੀ ਜਾ ਕੇ, ਹੌਲੀ ਹੌਲੀ ਜਾ ਕੇ ਆਦਮੀ ਸਾਰੀ ਦੁਨੀਆ ਨਾਲ ਜੁੜ ਜਾਂਦਾ। ਅਸੀਂ ਹੌਲੀ ਹੌਲੀ ਜੁੜਦੇ ਹਾਂ, ਗੁਰਬਾਣੀ ਨੇ ਇੱਕਦਮ ਜੋੜਤਾ। ਇਹ ਹੌਲੀ ਹੌਲੀ ਜੁੜਦਾ, ਆਪਣੇ ਪਰਾਏ ਨੇ ਨਾ ਇਹਦੇ ਨੇੜੇ ਤੇ। ਗੁਰਬਾਣੀ ਇੱਕੋ ਦਮ ਜੋੜ ਦਿੰਦੀ, ਉਹ ਕਹਿੰਦੇ ਸਾਰੇ ਹੀ ਤੇਰੇ ਨੇ, ਤੂੰ ਸਾਰਿਆਂ ਦਾ, ਰੌਲਾ ਹੋ ਗਿਆ। ਇਹ ਵਿਚਾਰ ਲੀਆਂ ਜਿਹੜੀਆਂ ਸਟੈਪ ਨੇ ਨਾ, ਤਾਂ ਅੱਜ ਹੀ ਮੇਰੀ ਤਹਿਸੀਲ ਦਾ, ਅੱਜ ਹੀ ਮੇਰੇ ਮਹੱਲੇ ਦਾ, ਅੱਜ ਹੀ ਮੇਰੀ ਵਾਰਡ ਦਾ, ਅੱਜ ਹੀ ਸਾਡਾ ਆਪਣਾ ਘਰ ਦਾ, ਅੱਜ ਹੀ ਰਿਸ਼ਤੇਦਾਰ ਹੈ, ਅੱਜ ਹੀ ਸਗਾ ਭਾਈ ਆ, ਅੱਜ ਹੀ ਚਾਚੇ ਦਾ ਮੁੰਡਾ, ਇਹ 'ਚ ਫਰਕ ਹੈ। ਇਹ ਤਾਂ ਝਗੜੇ ਪਾਉਣ ਵਾਲੀ ਗੱਲ ਹੈ ਨਾ। ਇਹ ਪੌੜੀਆਂ ਨਹੀਂ ਹਨ ਇਹਦੇ ਵਿੱਚ, ਗੁਰਬਾਣੀ 'ਚ ਨਹੀਂ ਇਹ ਪੌੜੀਆਂ। ਇਹ ਆਦਮੀ ਦੀਆਂ ਬਣਾਈਆਂ ਹੋਈਆਂ ਪੌੜੀਆਂ ਨੇ, ਇਹ ਕੁਟਲਤਾ ਦੀਆਂ ਪੌੜੀਆਂ ਬਣਾਈਆਂ ਹੋਈਆਂ ਨੇ, ਕੁਟਲ ਨੀਤੀ ਦੀਆਂ ਪੌੜੀਆਂ, ਆਪਣੇ ਪਰਾਏ ਦੀਆਂ। ਇਹ ਤਾਂ ਗੁਰਬਾਣੀ ਖਿਲਾਫ ਹੈ, ਇਸੇ ਦੇ ਖਿਲਾਫ ਹੈ। ਬਸ ਫਿਰ ਜਦ ਸਾਰੇ ਇੱਕ ਨੇ, ਆਪਣਾ ਪਰਾਇਆ ਕੋਈ ਹੈ ਨਹੀਂ, ਫਿਰ ਆਪੇ ਕਾਬਲ ਨੂੰ ਮੂਹਰੇ ਲਿਆ, ਉਹ ਵੀ ਮੇਰਾ, ਉਹ ਵੀ ਮੇਰਾ, ਉਹ ਵੀ ਮੇਰਾ, ਉਹ ਵੀ ਮੇਰਾ। ਕਾਬਲ ਜਿਹੜਾ ਹੋ ਗਿਆ ਹੋਵੇ, ਕਾਬਲੀਅਤ ਦਾ ਹੀ ਕੰਮ ਕਰੋ, ਫਿਰ ਇਹ ਬਦਲ ਸਕਦਾ ਸਭ ਕੁਝ, ਵਰਨਾ ਨਹੀਂ ਬਦਲ ਸਕਦਾ। ਗੁਰਬਾਣੀ ਜੇ ਲਾਗੂ ਹੋ ਜਾਵੇ, ਗੁਰਮਤ ਇੱਥੇ ਹੀ ਸੱਚਖੰਡ ਬਣ ਜਾਵੇ। ਜੇ ਸੱਚਖੰਡ ਕੀ ਆ, ਗੁਰਮਤ ਤੇ ਲਾਗੂ ਆ, ਹੋਰ ਉੱਥੇ ਕੀ ਹੈ? ਇਹ ਸੰਵਿਧਾਨ ਲਾਗੂ ਆ ਉੱਥੇ, ਇੱਥੇ ਲਾਗੂ ਹੈ ਨਹੀਂ। ਇੱਥੇ ਹੀ ਸੁਰਗ ਬਣ ਜਾਵੇ, ਐਵੇਂ ਬਣੂਗਾ, ਵਰਨਾ ਕੋਈ ਤਰੀਕਾ ਨਹੀਂ ਸੁਰਗ ਬਣਨ ਦਾ। ਕੁਟਲਤਾ ਛੱਡਣੀ ਪਊਗੀ। ਹੁਣ ਕੁਟਲ ਨੀਤੀ ਪੜ੍ਹ ਕੇ ਕਹਿੰਦੇ ਨੇ ਅਸੀਂ ਜੀ ਕਿਤਾਬਾਂ ਪੜ੍ਹ ਲਈਆਂ। ਉਹ ਤੁਸੀਂ ਵਿਗੜ ਗਏ ਕਿ ਪੜ੍ਹ ਲਈਆਂ? ਠਗੀਆਂ ਮਾਰਨੀਆਂ ਪੜ੍ਹ ਲਈਆਂ ਤੁਸੀਂ, ਧੋਖੇ ਦੇਣੇ ਪੜ੍ਹ ਲਏ। ਇਹ ਪੜ੍ਹਾਈ ਆ? ਫੜਕਣੀ ਪਾ ਕੇ ਦੁੱਧ ਵਿਗਾੜਤਾ, ਇਹ ਸੁੱਭਿਆ ਨਹੀਂ ਦੁੱਧ ਵਿਗਾੜਤਾ। ਕਹਿੰਦੇ ਜੀ ਅਸੀਂ ਬਹੁਤ ਉਸਤਾਦ ਹੋ ਗਏ। ਤੁਸੀਂ ਤਾਂ ਵਿਗਾੜਤਾ ਸਭ ਕੁਛ। ਆ ਜੀ ਰਹਿਤਾ ਦੇ ਦਿਓ ਇਹਨਾਂ ਨੂੰ, ਜੀ ਉਹ ਦੇ ਦਿਓ ਉਹਨਾਂ ਨੂੰ, ਫਲਾਨਾ ਦੇ ਦਿਓ। ਕੀ ਝਗੜਿਆਂ ਦੇ ਵਿੱਚ ਇਹਨਾਂ 'ਚ ਰੱਖਿਆ ਕੀ? ਧੜੇਬੰਦੀਆਂ ਬਣ ਗਈਆਂ। ਤੇ ਜਿਹੜੇ ਦੇਸ਼ ਦੇ ਵਿੱਚ ਧੜੇਬੰਦੀ ਹੋਵੇ ਉਹਨੂੰ ਦੁਸ਼ਮਣ ਦੀ ਕੀ ਲੋੜ ਹੈ? ਬਾਹਰਲੇ ਦੀ। ਜਿਹੜੇ ਘਰ 'ਚ ਧੜੇਬੰਦੀ ਹੋਵੇ ਉਹਨੂੰ ਬਾਹਰਲੇ ਦੁਸ਼ਮਣ ਦੀ ਕੀ ਲੋੜ ਹੁੰਦੀ ਹੈ? ਜਿਹੜੇ ਦੇਸ਼ ਵਿੱਚ ਰੌਲਾ ਹੀ ਏਕਤਾ ਦਾ ਪਾਉਂਦੇ ਨੇ, ਏਕਤਾ ਹੈ ਕਿੱਥੇ? ਸੱਚ ਤਾਂ ਇਹੀ ਹੈ। ਝੂਠ 'ਚ ਅਸੀਂ ਜੋ ਮਰਜ਼ੀ ਕਹੀ ਜਾਈਏ, ਬਾਹਰ ਦਿਖਾਉਣ ਵਾਸਤੇ ਜੋ ਮਰਜ਼ੀ ਝੂਠ ਬੋਲੀ ਜਾਈਏ, ਸਾਰਿਆਂ ਨੂੰ ਇਹ ਪਤਾ, ਆਪਾਂ ਨੂੰ ਵੀ ਪਤਾ ਹੈ, ਸਾਨੂੰ ਵੀ ਪਤਾ ਹੈ। ਫਿਰ ਇਹ ਵੀ ਕਹੀ ਜਾਂਦੇ ਬੈਡ ਆਨਸਰ ਦੇਸ਼ ਦੇ। ਬੈਡ ਆਨਸਰ ਕਿੱਥੋਂ ਪੈਦਾ ਹੋ ਗਏ? ਇਹ ਕਿੱਥੋਂ ਆ ਗਏ? ਜੇ ਬੈਡ ਆਨਸਰ ਹੈਗੇ ਨੇ, ਕਿਉਂ ਆ ਗਏ? ਉਹ ਦੇਖਦੇ ਆ ਕਿੱਥੋਂ ਆ ਗਏ ਉਹ। ਅਸੀਂ ਸਾਡੇ ਪੈਦਾ ਕੀਤੇ ਹਨ। ਇਹ ਨਹੀਂ ਪਤਾ ਵੀ ਅਸੀਂ ਵੀ ਬੈਡ ਆਨਸਰ ਹਾਂ।
ਬੈਡ ਆਨਸਰ ਦਾ ਜਿਹੜੇ ਬੈਠੇ ਹਕੂਮਤ ਵਾਲੇ ਨੇ ਉਹ ਵੀ ਹੈਗੇ ਨੇ, ਉਹਨਾਂ 'ਚ ਵੀ ਹੈਗਾ। ਅਸਲ ਤਾਂ ਉਹੀ ਬੈਡ ਆਨਸਰ ਨੇ, ਪਹਿਲਾਂ ਉਹ ਤੋਂ ਥੱਲੇ ਆ ਜਾਂਦੇ, ਜਥਾ ਰਾਜਾ ਤਥਾ ਪ੍ਰਜਾ, ਸਾਰੇ ਬੈਡ ਆਨਸਰ ਨੇ ਬਹੁਤੇ। ਕੋਈ ਬੱਲਾ ਬੱਲਾ ਹੀ ਆ ਸੱਚਾ ਸੁੱਚਾ, ਬਾਕੀ ਸਭ ਬੈਡ ਆਨਸਰ ਨਾਲ ਭਰਿਆ ਹੋਇਆ। ਕਿਸੇ 'ਚ ਜ਼ਿਆਦਾ ਕਿਸੇ 'ਚ ਘੱਟ ਹੈ। ਖੂਨ ਇੱਕੋ ਜਿਹਾ ਹੀ ਹੈ ਸਾਰਿਆਂ 'ਚ, ਇੱਕੋ ਪਾਣੀ ਪੀਂਦੇ ਨੇ, ਇੱਕੋ ਹੀ ਹਵਾ, ਇੱਕੋ ਮਾਹੌਲ ਹੈ, ਇੱਕੋ ਜਿਹਾ ਹੀ ਲੋਭ ਹੈ ਸਾਰਿਆਂ 'ਚ, ਇੱਕੋ ਜਿਹਾ ਹੀ ਹੰਕਾਰ ਹੈ, ਇੱਕੋ ਜਿਹਾ ਹੀ ਭਰਮ ਹੈ, ਇੱਕੋ ਜਿਹਾ ਹੀ ਮੋਹ ਹੈ ਸਾਰਿਆਂ 'ਚ। ਤੇ ਇਹ ਚਾਰੇ ਪੰਜੇ ਚੀਜ਼ਾਂ ਬੈਡ ਆਨਸਰ ਨੇ। ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਤਾਂ ਬੈਡ ਆਨਸਰ ਹੈ। ਜਿਹੜਾ ਇਹਦੇ ਨਾਲ ਰਲਿਆ ਹੋਇਆ ਸਾਰਾ ਬੈਡ ਆਨਸਰ ਹੀ ਵਿਗਾੜਿਆ ਹੋਇਆ। ਉਹ ਇਹ ਬੈਡ ਆਨਸਰ ਬਣਾਉਣ ਦੀ ਦਵਾਈ ਹੈ। ਇਹ ਬੈਡ ਆਨਸਰ ਹੀ ਬਣਾਉਂਦੀਆਂ ਨੇ, ਪੈਦਾ ਕਰਦੀਆਂ ਨੇ। ਇਹ ਅਸੀਂ ਛੱਡਦੇ ਨਹੀਂ, ਸਾਰਾ ਵਿਗੜਿਆ ਹੋਇਆ ਹੀ ਹੈ ਸਾਰਾ ਕੋੜਵਾ। ਤਾਂ ਹੀ ਸੱਚ ਕਰਨ ਵਾਲੇ ਨੇ ਇੱਥੇ ਕੱਢਤੇ ਇਹ ਵੀ ਤੁਸੀਂ ਉੱਥੇ ਰਹੋ ਜੀ, ਪਰੇ ਆਪਣੇ ਫੈਸਲੇ ਕਰਦੇ ਰਹੋ, ਆਪੇ ਵੋਟਾਂ ਵਾਟਾਂ ਪਾ ਲਓ, ਚਾਹੇ ਲੜਾਈ ਕਰਕੇ ਕਰ ਲਓ, ਜਿਵੇਂ ਮਰਜ਼ੀ ਕਰ ਲਓ, ਸਿਆਣਪਣਾ ਕਰ ਲਓ, ਚਾਹੇ ਮੂਰਖਤਾ ਨਾਲ ਕਰ ਲਓ। ਫੈਸਲੇ ਸਿਆਣਪਣਾ ਵੀ ਹੋ ਜਾਂਦੇ ਨੇ, ਮੂਰਖਤਾ ਨੂੰ ਵੀ ਹੋ ਜਾਂਦੇ ਨੇ। ਰਸ਼ੀਆ ਟੁੱਟ ਗਿਆ, ਇੱਕ ਵੀ ਆਦਮੀ ਨਹੀਂ ਮਰਿਆ। ਬੰਗਲਾਦੇਸ਼ ਅੱਡ ਹੋਇਆ, ਲੱਖਾਂ ਆਦਮੀ ਮਰ ਗਏ। ਅੱਡ ਤਾਂ ਫਿਰ ਵੀ ਹੋ ਗਿਆ ਨਾ। ਇੰਨੇ ਆਦਮੀ ਮਾਰੇ ਕਿਉਂ ਮਾਰੇ? ਹਿੰਦੁਸਤਾਨ ਡਿਵਾਈਡ ਹੋਇਆ, ਲੱਖਾਂ ਆਦਮੀ ਮਾਰਤੇ। ਉਹ ਸਿਆਣੇ ਸੀ, ਅੱਡ ਹੋ ਗਏ, ਇੱਕ ਵੀ ਬੰਦਾ ਨਹੀਂ ਮਾਰਿਆ। ਅੱਡ ਤਾਂ ਉਹ ਵੀ ਹੋ ਗਏ ਨਾ। ਅਗਲ ਵਾਲੇ ਕੌਣ ਹੋਏ ਫਿਰ? ਜਿਹੜੇ ਨੁਕਸਾਨ ਕਰਕੇ ਅੱਗਾਂ ਲਾ ਕੇ ਫੂਕ ਕੇ ਬੰਦੇ ਮਾਰ ਕੇ ਅੱਡ ਹੋਏ, ਉਹ ਚੰਗੇ ਹੋਏ। ਹੁਣ ਕਹਾਂ ਨੂੰ ਦੁਸ਼ਮਣ ਬਣੇ ਬੈਠੇ ਨੇ, ਉਹ ਚੰਗੇ ਹੋਏ ਕਿ ਜਿਹੜੇ ਕਹਿੰਦੇ ਹੱਸਦੇ ਸੱਜਣ ਛੋਡੀਏ ਫੇਰ ਮਿਲਣ ਕੀ ਆਸ। ਸਿਆਣੇ ਉਹ ਨੇ ਕਿ ਹੱਸਦੇ ਸੱਜਣ ਛੋਡੀਏ, ਸੱਜਣਾ ਨੂੰ ਹੱਸਦਿਆਂ ਨੂੰ ਛੱਡ ਦਈਏ। ਵੀ ਹੁਣ ਭਾਈ ਆਪਣੀ ਨਿਭਣੀ ਨਹੀਂ, ਹੁਣ ਆਪਾਂ ਅੱਡ ਹੋ ਜਾਈਏ, ਇਹ ਤੋਂ ਜ਼ਿਆਦਾ ਨਾ ਖਰਾਬਾ ਹੋ ਜਾਏ ਕੰਮ। ਤਾਂ ਦੁਬਾਰਾ ਮਿਲਣ ਦੀ ਆਸ ਵੀ ਹੁੰਦੀ ਹੈ ਜੇ ਹੱਸਦੇ ਛੱਡ ਦਈਏ। ਇਹ ਸੀ ਸਿਆਣਪ। ਇਹਨਾਂ ਨੂੰ ਕੌਣ ਸਮਝਾਵੇ? ਇਹ ਤਾਂ ਆਪੇ ਬਹੁਤ ਬੜੇ ਹੋਏ ਨੇ। ਸੰਕਟ ਨਿਵਾਰਨੀ ਅਦਮ ਉਧਾਰਨੀ। ਇਹ ਸੰਕਟ ਨੇ, ਸੰਕਟ ਦੀ ਗੱਲ ਚੱਲਦੀ ਸੀ। ਹੁਣ ਸੰਕਟ ਸਾਰੇ ਹੀ ਨੇ। ਸੰਕਟ ਲੈ ਕੇ ਤੁਰਤੇ ਆਪਾਂ ਡਿਸਕਸ ਕਰ ਲਿਆ। ਘਰਾਂ 'ਚ ਵੀ ਸੰਕਟ ਨੇ। ਇੱਥੇ ਤਾਂ ਘਰ ਵਾਲੇ ਦਾ ਸੰਕਟ ਖੜਾ ਹੋ ਗਿਆ। ਇੰਨਾ ਸਿਆਣਾ ਹੈਗਾ ਹੁਣ ਆਦਮੀ ਹੋ ਗਿਆ। ਆਦਮੀ ਔਰ ਔਰਤ ਇੰਨੇ ਜ਼ਿਆਦਾ ਸਿਆਣੇ ਹੋ ਗਏ ਨਾ, ਓਵਰ ਕਲੈਵਰ ਹੋ ਗਏ। ਦੋਹਾਂ ਦੀ ਨਹੀਂ ਬਣਦੀ, ਬਸ ਇਹ ਹੱਦ ਹੈ ਕਲੈਵਰਟੀ ਇਹਦੀ। ਇਹ ਤੋਂ ਕੰਮ ਹੋਤੇ ਹੋਰ ਕੁਛ ਨਹੀਂ ਹੈ। ਜਦੋਂ ਆਦਮੀ ਔਰਤ ਦੀ ਖਟਪਟ ਹੋ ਜਾਏ, ਦੋ ਅੱਗੇ ਮੌਤ ਹੈ, ਹੋਰ ਕੁਛ ਨਹੀਂ ਹੁੰਦਾ। ਇਹ ਦੋ ਅੱਗੇ ਸਮਾਪਤੀ ਹੈ। ਇਹ ਦੋ ਚੀਜ਼ਾਂ ਐਸੀਆਂ ਨੇ ਜਿਨ੍ਹਾਂ ਦਾ ਬਾਰ-ਬਾਰ ਗੱਲ ਗੁਰਮਤਿ ਵਿੱਚ ਜ਼ਿਕਰ ਹੈ। ਇਹ ਰਿਸ਼ਤਾ ਗੁਰਮੁਖ ਦਾ ਪਰਮੇਸ਼ਰ ਨਾਲ ਹੈ। ਇਹ ਗੁਰਮੁਖ ਦਾ ਪਰਮੇਸ਼ਰ ਨਾਲ ਰਿਸ਼ਤਾ ਹੈ। ਖਸਮ ਛੋੜ ਦੂਜੇ ਲੱਗੇ ਡੁੱਬੇ ਸੇ ਪਣਜਾਰਿਆ। ਖਸਮ ਪਰਮੇਸ਼ਰ ਨੂੰ ਕਿਹਾ ਹੋਇਆ। ਜੇ ਖਸਮ ਵਾਲਾ ਰਿਸ਼ਤੇ 'ਚ ਵੀ ਖਟਾਸ ਪੈਦਾ ਹੋ ਗਈ ਨਾ, ਦੁਆਇਤ ਪੈਦਾ ਹੋ ਗਈ, ਫਿਰ ਮੌਤ ਹੈ, ਮੌਤ ਹੈ, ਫਿਰ ਕੁਛ ਵੀ ਨਹੀਂ। ਇਹ ਕਹਿੰਦੇ ਨੇ ਪੜ੍ਹ ਲੈ ਕੇ, ਮੈਂ ਕਹਿੰਦਾ ਇਹ ਬੇਅਕਲ ਹੋ ਗਏ। ਬੇਅਕਲੀ ਦੀ ਐਕਸਟ੍ਰੀਮ ਤੇ ਪਹੁੰਚ ਗਈ ਹੈ ਇਸ ਵਕਤ ਸੰਸਾਰ। ਐਦੋਂ ਵੱਡੀ ਬੇਅਕਲੀ ਕਿਤੇ ਨਹੀਂ ਹੋਣੀ। ਇਹ ਅਕਲ ਵਾਲੇ ਨਹੀਂ ਹੋਏ, ਬੇਅਕਲ ਹੋ ਗਏ ਸਾਰੇ। ਅਕਲ ਖਾਨਿਆਂ ਚਲੀ ਗਈ ਸਭ ਦੀ। ਅਕਲ ਵਾਲਾ ਘਰੇ ਇਹਨਾਂ ਨੂੰ ਅਕਲ ਦਾ ਪਤਾ ਹੀ ਨਹੀਂ ਅਕਲ ਕੀ ਹੁੰਦੀ ਹੈ। ਜਿੱਥੇ ਬਾਦ ਵਿਵਾਦ ਹੈ ਉੱਥੇ ਅਕਲ ਹੁੰਦੀ ਹੋਈ ਨਹੀਂ। ਅਕਲ ਗਵਾਈ ਹੈ, ਬਾਦ ਅਕਲੀਏ ਨਾ ਆਖੀਏ। ਤਾਂ ਸਾਰੇ ਜਿਹੜੇ ਘਰ 'ਚ ਬਾਦ ਵਿਵਾਦ ਹੈ, ਜਿਹੜੀ ਔਰਤ ਆਦਮੀ ਨਾਲ ਵਿਵਾਦ ਕਰਦੀ ਹੈ, ਕਹਿੰਦੇ ਇਹ ਖਸਮ ਹੈ ਨਾ, ਜਿਹੜਾ ਖਸਮੇ ਕਰਿਆ ਬਰਾਬਰੀ ਫਿਰ ਗੈਰਤ ਅੰਦਰ ਪਾਏ। ਇਹ ਕਹਿੰਦਾ ਨਹੀਂ ਆਦਮੀ ਔਰਤ ਬਰਾਬਰ ਨੇ ਗੁਰਬਾਣੀ 'ਚ। ਉਹ ਗੁਰਬਾਣੀ ਕੁਛ ਹੋਰ ਕਹਿੰਦੀ ਹੈ। ਇਹਨਾਂ ਦੀ ਬੁੱਧੀ ਭ੍ਰਸ਼ਟ ਹੋਈ ਹੋਈ ਹੈ। ਵਿਦਵਾਨ ਨੇ ਨਾ, ਬੁੱਧੀ ਤਾਂ ਇਹਨਾਂ ਦੀ ਭ੍ਰਸ਼ਟ ਹੈ। ਗੁਰਬਾਣੀ ਦੇ ਆਪਣੇ ਮੁਤਾਬਕ ਅਰਥ ਕਰਦੇ ਨੇ। ਹਾਂ ਬਈ ਗੁਰਬਾਣੀ ਵੀ ਇਹ ਕਹਿੰਦੀ ਹੈ ਜੋ ਅਸੀਂ ਕਰਦੇ ਹਾਂ। ਗੁਰਬਾਣੀ ਕੋਈ ਨਹੀਂ ਕਹਿੰਦੀ ਇਹ ਗੱਲ। ਗੁਰਬਾਣੀ ਕਹਿੰਦੀ ਖਸਮੇ ਕਰੇ ਬਰਾਬਰੀ ਫਿਰ ਗੈਰ ਤੰਤਰ ਪਾਏ। ਉੱਤੇ ਸਿੱਟ ਦੂਗਾ ਜਿੱਥੋਂ ਨਰਕ ਦੇ ਵਿੱਚ ਸਿੱਟ ਦੂਗਾ ਜਾ ਕੇ।
ਇਹ ਕਹਿੰਦੀ ਹੈ, ਕਦੋਂ ਕਹਿੰਦੀ ਹੈ ਬਰਾਬਰੀ ਹੈ? ਬਰਾਬਰੀ ਕਦੋਂ ਕਹਿੰਦੀ ਹੈ? ਉਹ ਤਾਂ ਕਹਿੰਦੀ ਜੇ ਕਰਿਆ ਬਰਾਬਰੀ, ਜੇ ਸੋਚਿਆ ਖਸਮ ਦੀ ਬਰਾਬਰੀ ਕਰਨੀ ਤਾਂ ਨਰਕ ਦੇ ਵਿੱਚ ਚਲੀ ਜਾਂਦੀ ਇੱਕਦਮ। ਤੇ ਇਦੋਂ ਬੜੀ ਤਾਂ ਕੋਈ ਸਜ਼ਾ ਹੀ ਨਹੀਂ ਹੈ। ਫਿਰ ਇਦੋਂ ਬੜੀ ਤਾਂ ਕੋਈ ਸਜ਼ਾ ਨਹੀਂ ਹੈ। ਨਰਕ ਬਣ ਜੂਗਾ ਸੰਸਾਰ। ਨਰਕ ਬਣਿਆ ਹੋਇਆ ਤਾਂ ਹੀ ਹੈ। ਸੋਚ ਇਹਨਾਂ ਦੀ ਨਰਕ ਵਾਲੀ ਹੈ ਸਾਰਿਆਂ ਦੀ। ਸੰਸਾਰ ਹੈ ਸੁੱਖ ਨਰਕ ਹੈ। ਇਦੋਂ ਬੜਾ ਨਰਕ ਹੋਰ ਕੀ ਹੁੰਦਾ? ਇਦੋਂ ਬੜਾ ਨਰਕ ਕੀ ਹੁੰਦਾ? ਆਦਮੀ ਦੇ ਖੂਨ ਦਾ ਪਿਆਸਾ ਹੈ। ਅੱਤਵਾਦ ਹੈ। ਮਰਦੇ ਕੌਣ ਨੇ? ਗਰੀਬ। ਐਵੇਂ ਬੰਬ ਰੱਖ ਦੇਣਾ, ਮਾਰ ਦੇਣਾ। ਇਦੋਂ ਬੜਾ ਅਪਰਾਧ ਕੀ ਹੋਊ? ਵੱਡੇ ਵੱਡੇ ਅਪਰਾਧ ਕਰਨ ਲੱਗੇ ਆਦਮੀ ਸੋਚਦਾ ਨਹੀਂ ਮੈਂ ਕੀ ਕਰ ਰਿਹਾ। ਵੱਡੇ ਵੱਡੇ ਅਪਰਾਧ ਸਰਕਾਰ ਵੀ ਕਰ ਦਿੰਦੀ ਹੈ। ਉਹਨਾਂ ਦੇ ਡਰੋਨ ਨਾਲ ਹਮਲੇ ਹੁੰਦੇ ਨੇ, ਦੂਜੇ ਮਰ ਜਾਂਦੇ ਨੇ। ਵਿੱਚ ਰਹਿੰਦੇ ਨੇ ਉਹ ਵੀ ਕੀ ਕਰਨ, ਦੂਜੇ ਮਰ ਜਾਂਦੇ ਨੇ। ਪਰ ਇਹਦੀ ਜੜ ਕੀ ਹੈ? ਮੁੱਕੂ ਕਿਵੇਂ ਲੜਾਈ ਹੈ? ਸਵਾਲ ਤਾਂ ਇਹ ਹੈ। ਉਹੀ ਗੱਲ ਫਿਰ ਉੱਥੇ ਆ ਗਈ। ਬੇਅਕਲੀ ਨੂੰ ਅਕਲ ਤੇ ਲੱਤਾ ਸੀ। ਧਰਮ ਦੀ ਹਾਨੀ ਕਰਨੀ ਚਾਹੁੰਦੇ ਅਸੀਂ। ਬੇਸ਼ਰਮੀ ਨੂੰ ਉੱਪਰ ਲਿਆਉਣਾ ਚਾਹੁੰਦੇ ਅਸੀਂ। ਜਿਹੜੀਆਂ ਗੱਲਾਂ ਦੇ ਧਰਮ ਖਿਲਾਫ ਹੈ, ਸੱਚ ਧਰਮ, ਉਹਨਾਂ ਨੂੰ ਅਸੀਂ ਉਹਨਾਂ ਧਰਮ ਨੂੰ ਦਬਾਉਣਾ ਚਾਹੁੰਦੇ ਹਾਂ। ਮਨਮਰਜ਼ੀ ਨੂੰ ਉੱਪਰ ਲਿਆਉਣਾ ਚਾਹੁੰਦੇ ਹਾਂ। ਜਦੋਂ ਧਰਮ ਤੇ ਮਨਮਰਜ਼ੀ ਹਾਵੀ ਹੁੰਦੀ ਹੈ, ਇਹੀ ਕੁਝ ਹੋ ਜਾਂਦਾ ਹੈ। ਬੜੇ ਬੜੇ ਬੰਬ ਤਾਂ ਅਸੀਂ ਪਹਿਲਾਂ ਬਣਾਏ ਹੋਏ ਨੇ। ਆਪਣੀ ਮੌਤ ਤਾਂ ਤਿਆਰ ਪਹਿਲਾਂ ਹੀ ਕਰ ਲਈ ਨਾ ਅਕਲਮੰਦਾਂ ਨੇ। ਸਾਰੇ ਸੰਸਾਰ ਦੀ ਕਈ ਵਾਰ ਮੌਤ ਹੋ ਸਕਦੀ ਹੈ ਜਿੰਨਾ ਕੋ ਸਾਡੇ ਕੋਲ ਸਮਾਨ ਹੈ। ਇਹ ਅਸੀਂ ਪਹਿਲਾਂ ਪੈਦਾ ਕਰ ਲਿਆ। ਵੱਡੀ ਅਕਲ ਦਾ ਨਤੀਜਾ ਸਾਡਾ ਇਹ ਹੈ। ਇੱਥੋਂ ਹੀ ਪਤਾ ਲੱਗਦਾ ਅਕਲਮੰਦਾਂ ਦਾ ਇਹਨਾਂ ਦਾ ਕਿੰਨਾ ਵਿਸ਼ਵਾਸ ਹੈ ਸਾਨੂੰ ਇੱਕ ਦੂਏ ਤੇ। ਸੰਕਟ ਨਿਵਾਰਨੀ ਅਦਮ ਉਦਾਹਰਨੀ। ਸੰਕਟ ਨਿਵਾਰਨੀ ਕੌਣ ਕੀ ਹੈ? ਸਾਰੇ ਸੰਕਟ ਨੂੰ ਨਿਵਾਰਨ ਕੀ ਕਰ ਸਕਦੀ ਹੈ? ਗੁਰਮਤ ਕਰ ਸਕਦੀ ਹੈ। ਐਵੇਂ ਨਹੀਂ ਟਾਈਮ ਲਾਇਆ ਨਾ। ਇਹ ਸੰਕਟ ਜੇ ਕਹਿੰਦੇ ਵੀ ਨੇ, ਇਹ UNO ਦੀ ਇਹ ਡਿਮਾਂਡ ਵੀ ਹੈ ਵੀ ਇਹ ਜਿਹੜਾ ਮਤ ਹੈ ਨਾ ਗੁਰੂ ਨਾਨਕ ਦੀ, ਜਿਹਦੀ ਸਮਝ ਆ ਜਾਏ ਸੰਕਟ ਨਿਵਾਰਨ ਹੋ ਸਕਦਾ। ਇਹ ਤੇ ਬਿਨਾਂ ਇਲਾਜ ਨਹੀਂ ਹੈ। ਨਹੀਂ ਤਾਂ ਖਤਮ ਤਾਂ ਹੈ। ਉਹ ਤਾਂ ਕੋਈ ਰੌਲਾ ਹੀ ਨਹੀਂ ਹੈ। ਖਤਮ ਦੇ ਵਿੱਚ ਕੋਈ ਸ਼ੰਕਾ ਨਹੀਂ ਹੈ। ਜੇ ਚੱਲਦਾ ਐਵੇਂ ਰਿਹਾ ਵਰਲਡ ਵਾਰ ਹੋਊਗੀ, ਐਟਮਿਕ ਜੰਗ ਹੋਊਗੀ, ਇਹਨੂੰ ਕੋਈ ਰੋਕ ਨਹੀਂ ਸਕਦਾ। ਇਹਨਾਂ ਨੇ ਕੀ ਰੋਕਣੀ ਹੈ? ਇਹਨਾਂ ਨੇ ਕੀ ਰੋਕਣੀ? ਇਹਨਾਂ ਨੂੰ ਇੰਨੀ ਅਕਲ ਨਹੀਂ ਰੋਕਣ ਵਾਲਿਆਂ ਨੂੰ। ਜਿੱਥੇ ਖੁਦਗਰਜੀ ਉੱਥੇ ਅਕਲ ਦਾ ਕੀ ਕੰਮ? ਜਿੱਥੇ ਸਵਾਰਥ ਉੱਥੇ ਅਕਲ ਦਾ ਕੀ ਕੰਮ? ਅਕਲ ਤਾਂ ਪਰਮਾਰਥ 'ਚ ਆ ਕੇ ਪੈਦਾ ਹੁੰਦੀ ਹੈ। ਅਕਲ ਨੂੰ ਨਵਾਂ ਪੱਤਾ ਫੁੱਟਦਾ ਜਦੋਂ ਅੰਦਰ ਪਰਮਾਰਥ ਪੈਦਾ ਹੁੰਦਾ ਹੈ। ਸਵਾਰਥ ਛੱਡ ਕੇ ਤਾਂ ਨਵਾਂ ਪੱਤਾ ਫੁੱਟਦਾ। ਪੱਤਾ ਹੀ ਤਾਂ ਫੁੱਟਦਾ, ਪਹਿਲਾ ਪੱਤਾ ਫੁੱਟਦਾ ਸਵਾਰਥ ਛੱਡ ਕੇ ਪਰਮਾਰਥ ਪੈਦਾ ਹੁੰਦਾ ਅੰਦਰ। ਇਹ ਪਰਮਾਰਥ ਵਾਲਿਆਂ ਦੀ ਲਿਖੀ ਹੋਈ ਹੈ ਸਾਰੀ ਗੁਰਬਾਣੀ, ਜਿਹਨਾਂ ਨੂੰ ਮੱਥੇ ਟੇਕਦੇ ਨੇ ਮਹਾਨ ਸੰਤ ਕਹਿ ਕੇ। ਕਿਹੜਾ ਨਹੀਂ ਕਹਿੰਦਾ ਨੇ ਜੋ ਬੜੇ ਬੜੇ ਲੀਡਰ? ਕਿਹੜਾ ਨਹੀਂ ਕਹਿੰਦਾ ਕਬੀਰ ਨੂੰ ਮਹਾਨ? ਕਿਹੜਾ ਨਹੀਂ ਕਰਦਾ ਕਬੀਰ ਦੀ ਇੱਜ਼ਤ? ਕਿਉਂ ਕਰਦੇ ਨੇ? ਕਬੀਰ ਕੋ ਕੀ ਸੀ? ਰਵਿਦਾਸ ਕੋ ਕੀ ਸੀ? ਕੀ ਸੀ ਉਹਨਾਂ ਦੇ ਕੋਲ? ਸਵਾਏ ਅਕਲ ਤੇ ਕੀ ਸੀ ਉਹਨਾਂ ਦੇ ਕੋਲ? ਹੋਰ ਦੱਸਣ ਕੀ ਸੀ? ਸਵਾਏ ਤਿਆਗ ਤੇ ਹੋਰ ਕੀ ਸੀ ਉਹਨਾਂ ਕੋਲ? ਪ੍ਰਾਣੀ ਕਿਆ ਤੇਰਾ ਕਿਆ ਮੇਰਾ, ਜੈਸੇ ਤਰਵਰ ਪੰਖ ਬਸੇਰਾ। ਜੇ ਇਹੀ ਗੱਲ ਮੰਨ ਲੈਣ ਆਪੇ ਛੁੱਟ ਜਾਏ ਸਭ ਕੁਝ। ਇੱਕੋ ਹੀ ਗੱਲ ਨਾਲ ਸਭ ਕੁਝ ਛੁੱਟ ਜਾਏ। ਸਭ ਪਿੱਛੇ ਆ ਜਾਣ ਵੀ ਭਾਈ ਰਾਜੀ ਨੇ ਕਰਨਾ ਕਰੋ, ਰਲ ਕੇ ਕਰੋ। ਸਭ ਪਿੱਛੇ ਹਟ ਜਾਣ। ਕੀ ਲੈਣਾ ਇਸ ਰਾਜ ਤੇ? ਆਰਾਮ ਨਾ ਕਰਨ। ਚਿੰਤਾ ਜ਼ਰੂਰ 24 ਘੰਟੇ ਦੀ ਰੱਖਣੀ, ਰਾਤ ਨੂੰ ਨੀਂਦ ਨਹੀਂ ਆਉਂਦੀ। ਇੱਕੋ ਹੀ ਗੱਲ ਦੇ ਵਿੱਚ ਕਿਆ ਤੇਰਾ ਕਿਆ ਮੇਰਾ, ਜੈਸੇ ਤਰਵਰ ਪੰਖ। ਇਹ ਤਾਂ ਇੱਕ ਦਰਖਤ ਤੇ ਜਿਵੇਂ ਜਾਨਵਰ ਹੈ। ਕਿੰਨੇ ਦਿਨ ਦਾ ਉਹਦੀ ਉਮਰ ਹੈ? ਐ ਬੈਠੇ ਆ ਬਿਰਖੇ ਹੇਠ ਸਭ ਜਾਂਦੇ ਇਕੱਠੇ।
ਕੁਛ ਤੱਤੇ ਕੁਛ ਬੋਲਣ ਬਿਠੇ ਅਸਤ ਅਤੋਦ ਸਭੇ ਉੱਠ ਜਾਣਾ ਜਿਉਂ ਜਿਉਂ ਉਹਦ ਬਿਆਣੀਆਂ ਸਾਰੇ ਚਲੇ ਜਾਂਦੇ ਨੇ ਤੁਸੀਂ ਚਲੇ ਜਾਣਾ ਕਿਹੜੇ ਪਾਸੇ ਤੁਸੀਂ ਲੱਗੇ ਹੋਏ ਅਦਮ ਉਦਾਹਰਨੀ ਬਾਅਦ ਵਿੱਚ ਫਸੇ ਨੇ ਸਾਰੇ ਤੇਜ ਪਕੜ ਖਣੀ ਤੁੰਦ ਤਵੇ ਅਦਮ ਉਦਾਹਰਣੀ ਕਿਵੇਂ ਹੈ ਤੇਜ ਪ੍ਰਕਰਖਣਾ ਅਕਲ ਦੇ ਰਹੀ ਹੈ ਸਾਰਿਆਂ ਨੂੰ ਗਿਆਨ ਵੀ ਬਾਜੋ ਜੇ ਬਚ ਹੁੰਦਾ ਤੇਜ ਨਿਵਾਰੇ ਜਾਓਗੇ ਤੇਜ ਅਕਲ ਹੁੰਦੀ ਹੈ ਅਕਲ ਪ੍ਰਚੰਡ ਗਿਆਨ ਦੇਣਾ ਇਹ ਪ੍ਰਕਰਖਣਾ ਜਿਵੇਂ ਸੂਰਜ ਤੇਜ ਦੇ ਰਿਹਾ ਸਾਨੂੰ ਤਾਂ ਦਿਨ ਚੜਦਾ ਤੁੰਦ ਸੂਰਜ ਤਵੇ ਕੀ ਦੇ ਰਿਹਾ ਤੇਜ ਦੇ ਰਿਹਾ ਸਾਨੂੰ ਲਾਈਟ ਦੇ ਰਿਹਾ ਪ੍ਰਕਰਖਣ ਹੁੰਦਾ ਆਪ ਤੋਂ ਦੂਰ ਨੂੰ ਸੁੱਟਣਾ ਕਿਸੇ ਚੀਜ਼ ਨੂੰ ਫੈਂਕਣਾ ਪ੍ਰਕਰਖਣ ਪ੍ਰਹਾਰ ਕਰਨਾ ਜਿਵੇਂ ਤੀਰ ਹੈ ਅਸੀਂ ਛੱਡਦਿਆਂ ਦੂਰ ਨੂੰ ਜਾਂਦਾ ਪ੍ਰਹਾਰ ਕਰਨਾ ਪ੍ਰਕਰਖਣ ਕਰਨਾ ਆਪ ਤੋਂ ਦੂਰ ਨੂੰ ਸੁੱਟਣਾ ਕਿਸੇ ਚੀਜ਼ ਆਪਣੇ ਗਿਆਨ ਨੂੰ ਵੰਡਣਾ ਲੋਕਾਂ ਨੂੰ ਰੋਸ਼ਨ ਕਰਨਾ ਸਾਰਿਆਂ ਦੇ ਹਿਰਦਿਆਂ ਨੂੰ ਇਹ ਪ੍ਰਕਰਖਣ ਤੁੰਦ ਤਵੇ ਤੁੰਦ ਤਵੇ ਔਰ ਜਿਹੜਾ ਤੇਰਾ ਤੇਜ ਹੈ ਨਾ ਬਹੁਤ ਹੀ ਸ਼ਕਤੀਸ਼ਾਲੀ ਤੇਜ ਹੈ ਤੇਰਾ ਜਿਹੜਾ ਪ੍ਰਚੰਡ ਗਿਆਨ ਹੈ ਨਾ ਬਹੁਤ ਸ਼ਕਤੀਸ਼ਾਲੀ ਹੈ ਇਹ ਨਹੀਂ ਹੈਗਾ ਬਈ ਇੱਧਰ ਨੂੰ ਚੜ੍ਹਦਾ ਨਹੀਂ ਪਾਣੀ ਤੇਰਾ ਕੋਈ ਗਿਆਨ ਜ਼ਿਆਦਾ ਕਿਸੇ ਕੋਲ ਇੱਧਰ ਇਹਦਾ ਅਸਰ ਨਹੀਂ ਹੁੰਦਾ ਤੇਰਾ ਗਿਆਨ ਐਡਾ ਤੇਰੇ ਕੋਲ ਐਡੀ ਵੱਡੀ ਲਾਈਟ ਆ ਸਾਰਿਆਂ ਨੂੰ ਰੋਸ਼ਨ ਕਰ ਰਿਹਾ ਕੋਈ ਵੱਧ ਗਿਆਨ ਵਾਲਾ ਨਹੀਂ ਬਾਹਰ ਹੈਗਾ ਵੀ ਜੋ ਉੱਥੋਂ ਮੁੜ ਆਉਂਦੀ ਹੈ ਲਾਈਟ ਪਿੱਛੇ ਨੂੰ ਦੁੱਖ ਦੋਖ ਦਹੰਤੀ ਜਵਾਲ ਜਯੰਤੀ ਦੁੱਖ ਦੋਖ ਦੇਹੰਤੀ ਦੁੱਖ ਦੋਖ ਨੇ ਜਿਹੜੇ ਲੋਕਾਂ ਦੇ ਸਾਡੇ ਸੰਸਾਰੀਆਂ ਦੇ ਦੁੱਖ ਦੋਖ ਹੋਣੇ ਨੇ ਸਾਡੇ ਕੋਲ ਕੀ ਹੈ ਉਹ ਬੜੇ ਮੇਰੇ ਸਾਡੇ ਕੋਲ ਅਸੀਂ ਜਿੰਨੇ ਸੁੱਖ ਪੈਦਾ ਕਰਦੇ ਹੁੰਦੇ ਵੀ ਦੁੱਖ ਨੇ ਉਹ ਤੋਂ ਸੁੱਖ ਲੱਗਦੇ ਨੇ ਸਭ ਦੁੱਖ ਪੈਦਾ ਕੀਤੇ ਨੇ ਅਸੀਂ ਦੁੱਖ ਦੋਖ ਦਹੰਤੀ ਸੁੱਖ ਪੈਦਾ ਹੀ ਨਹੀਂ ਕਰ ਸਕਦਾ ਸੁੱਖ ਤਾਂ ਪਰਮੇਸ਼ਰ ਪੈਦਾ ਕਰਦਾ ਆਦਮੀ ਦੁੱਖ ਪੈਦਾ ਕਰੂਗਾ ਸੁੱਖ ਨਹੀਂ ਪੈਦਾ ਕਰ ਸਕਦਾ ਜਿੰਨਾ ਜਿੱਥੇ ਪੈਦਾ ਕੀਤਾ ਡਿਵੈਲਪਮੈਂਟ ਦੁੱਖ ਪੈਦਾ ਕੀਤੇ ਸਾਬਤ ਕਰੇ ਵੀ ਸੁੱਖ ਹੈ ਕੋਈ ਆਦਮੀ ਸਾਬਤ ਕਰੇ ਹਾਂ ਪਤਾ ਪਿੱਛੋਂ ਲੱਗਦਾ ਵੀ ਦੁੱਖ ਹੈ ਪਹਿਲਾਂ ਸੁੱਖ ਲੱਗਦਾ ਹੁੰਦਾ ਪਿੱਛੋਂ ਪਤਾ ਲੱਗਦਾ ਦੁੱਖ ਹੈ ਕੋਈ ਫਲ ਦੁੱਖ ਦਾ ਲੱਗਦਾ ਬੂਟਾ ਪਹਿਲਾਂ ਲੱਗਦਾ ਵੀ ਸੁੱਖ ਦਊਗਾ ਇਹ ਨਿਆਣੇ ਨੇ ਹੁਣ ਛੋਟੇ ਛੋਟੇ ਐ ਲੱਗਦੇ ਨੇ ਸੁੱਖ ਦੇਣਗੇ ਬੜੇ ਹੋ ਕੇ ਕੀ ਕਰਨਗੇ ਕੀ ਨਹੀਂ ਕਰਨਗੇ ਫਿਰ ਕਹਿੰਦਾ ਵੀ ਦੁਖੀ ਕਰਤਾ ਔਲਾਦ ਨੇ ਦੁਖੀ ਕਰਤੇ ਉਹੀ ਗੱਲ ਹੈ ਨਾ ਫਿਰ ਨਿਆਣੇ ਚੰਗੇ ਲੱਗਦੇ ਨੇ ਜਦੋਂ ਆਪਣੀ ਮਰਜ਼ੀ ਕਰਨ ਲੱਗਦੇ ਨੇ ਫਿਰ ਦੁਖੀ ਇਹ ਆਪਣੀ ਮਰਜ਼ੀ ਦੁਖੀ ਕਰਦੀ ਹੈ ਆਪ ਨੂੰ ਵੀ ਦੂਏ ਨੂੰ ਵੀ ਆਪ ਨੂੰ ਬਾਝ ਕਰਦੀ ਹੈ ਦੂਏ ਨੂੰ ਪਰਮੇਸ਼ਰ ਨੂੰ ਅਸੀਂ ਦੁਖੀ ਕਰ ਰਹੇ ਹਾਂ ਆਪਣੀ ਮਰਜ਼ੀ ਸਾਡੀ ਉਹਨੂੰ ਦੁਖੀ ਕਰ ਰਹੀ ਹੈ ਖਸਮੇ ਕਰੇ ਬਰਾਬਰੀ ਕੀ ਹੈ ਉਹ ਜੋ ਚਾਹੁੰਦਾ ਅਸੀਂ ਹੋਰ ਚਾਹੁੰਦੇ ਉਹਦੇ ਵਿਰੁੱਧ ਇਹ ਬਰਾਬਰੀ ਹੈ ਉਹ ਚਾਹੁੰਦਾ ਹੈ ਅਸੀਂ ਚਾਹੁੰਦੇ ਹਾਂ ਬਰਾਬਰੀ ਹੋਈ ਹੈ ਸਾਡੀ ਇੱਛਾ ਜੇ ਉਹਦੇ ਅਨੁਸਾਰ ਇੱਛਾ ਦੇ ਨਹੀਂ ਹੈ ਉਹਦੀ ਬਰਾਬਰੀ ਹੈ ਔਰਤ ਦੀ ਇੱਛਾ ਜੇ ਆਦਮੀ ਦੀ ਇੱਛਾ ਦੇ ਖਿਲਾਫ ਹੈ ਬਰਾਬਰੀ ਹੈ ਪਰ ਆਦਮੀ ਤੇ ਇੱਕ ਬੈਨ ਨਾਲ ਮਰਜ਼ੀ ਆਪਣੀ ਆਦਮੀ ਵੀ ਨਹੀਂ ਕਰ ਸਕਦਾ ਜੇ ਆਦਮੀ ਮਰਜ਼ੀ ਕਰਦਾ ਉਹ ਪਰਮੇਸ਼ਰ ਤੋਂ ਭੁੱਲਿਆ ਹੋਇਆ ਉਹ ਆਪਣੇ ਖਸਮ ਨਾਲ ਨਹੀਂ ਜੁੜਿਆ ਹੋਇਆ ਆਦਮੀ ਆਪਣੇ ਖਸਮ ਦੇ ਅਨੁਸਾਰ ਚੱਲੇ ਔਰਤ ਆਪਣੇ ਖਸਮ ਦੇ ਅਨੁਸਾਰ ਚੱਲੇ ਫਿਰ ਇੱਕੋ ਖਸਮ ਦੇ ਅਨੁਸਾਰ ਨੇ ਦੋਏ ਇੱਕੋ ਖਸਮ ਦੇ ਅਨੁਸਾਰ ਨੇ ਦੋਏ ਬਈ ਆਦਮੀ ਰੇਲਵੇ ਲਾਈਨ ਤੇ ਚੱਲ ਰਿਹਾ ਔਰਤ ਪਿੱਛੇ ਪਿੱਛੇ ਚੱਲ ਰਹੀ ਹੈ ਦੋ ਰੇਲਵੇ ਲਾਈਨ ਤੇ ਚੱਲ ਰਹੇ ਨੇ ਗੁਰਮਤਿ ਤੇ ਜੇ ਆਦਮੀ ਚੱਲ ਰਿਹਾ ਔਰਤ ਉਹਦੇ ਪਿੱਛੇ ਚੱਲ ਰਹੀ ਹੈ ਦੋਏ ਗੁਰਮਤਿ ਤੇ ਹੀ ਚੱਲ ਰਹੇ ਨੇ ਆਦਮੀ ਦੀ ਮਰਜ਼ੀ ਉੱਤੇ ਹੈ ਕਿੱਥੇ ਜਿਹੜੇ ਵਿਦਵਾਨ ਕਹਿੰਦੇ ਨੇ ਉਹਦੀ ਮਰਜ਼ੀ ਵੀ ਚੱਲੂ ਉਹਦੀ ਮਰਜ਼ੀ ਵੀ ਉਹਦਾ ਝਗੜਾ ਪੈਦਾ ਕਰਨਾ ਉਹਦਾ ਝਗੜਾ ਖੜਾ ਕਰਤਾ ਉਹਨਾਂ ਨੇ ਆਪਣੀ ਮਰਜ਼ੀ ਦਾ ਸਾਰਾ ਝਗੜਾ ਹੀ ਹੈ ਇਹ ਹੱਲ ਨਹੀਂ ਹੈ ਇਹਦਾ ਇਹ ਹੱਲ ਨਹੀਂ ਹੈ ਝਗੜੇ ਦਾ ਝਗੜੇ ਦਾ ਹੱਲ ਹੈ ਜਿਹੜਾ ਇਨਸਾਫ ਹੱਕ ਇਨਸਾਫ ਵਾਲੀ ਮੱਤ ਤੇ ਦੋਏ ਚੱਲਣ ਆਦਮੀ ਆਪਣੀ ਮਰਜ਼ੀ ਛੱਡੇ ਔਰਤ ਦਾ ਤਾਂ ਮਰਜ਼ੀ ਤਾਂ ਕੰਮ ਹੀ ਨਹੀਂ ਹੈ ਆਦਮੀ ਨੂੰ ਆਪਣੀ ਮਰਜ਼ੀ ਛੱਡਣੀ ਪਊਗੀ ਨਹੀਂ ਕਲੇਸ਼ ਜੇ ਧਰਮ ਨਾਲ ਜੁੜਿਆ ਹੋਵੇ ਤਾਂ ਕਲੇਸ਼ ਹੈ
ਫਿਰ ਤਾਂ ਜਾਨਵਰ ਹੈ। ਫਿਰ ਜਾਨਵਰ ਹੈ, ਜਾਨਵਰ ਵੀ ਰੱਖਦੇ ਨੇ, ਜਾਨਵਰ ਧੱਕੇ ਨਾਲ, ਜ਼ੋਰ ਨਾਲ, ਜ਼ੁਲਮ ਨਾਲ ਰੱਖਦੇ ਨੇ ਕਾਬੂ 'ਚ। ਆਦਮੀ ਨੂੰ ਇਜਾਜ਼ਤ ਨਹੀਂ ਹੈ ਧੱਕੇ ਨਾਲ, ਜ਼ੋਰ ਨਾਲ, ਜ਼ੁਲਮ ਨਾਲ ਕਾਬੂ ਰੱਖਣਾ ਕਿਸੇ ਨੂੰ, ਆਪਣੇ ਪਿੱਛੇ ਲਾਉਣਾ, ਧਰਮ ਬਣਾਉਣਾ, ਚਾਹੇ ਧਰਮ ਬਣਾਉਣਾ ਹੋਵੇ, ਧਰਮ ਵੀ ਤਾਂ ਆਪਣੇ ਪਿੱਛੇ ਲਾਉਣਾ ਹੀ ਹੁੰਦਾ। ਗੁਰਮਤਿ ਇਜਾਜ਼ਤ ਨਹੀਂ ਦਿੰਦੀ ਐਸੇ ਧਰਮ ਦੀ ਜਿਹੜਾ ਦਹਿਸ਼ਤ ਨਾਲ ਫੈਲੇ, ਜਿਹਦੇ ਦਹਿਸ਼ਤ ਦੀ ਲੋੜ ਪਵੇ। ਸਮਝਾਉਣਾ, ਸਮਝਾ ਕੇ, ਦਹਿਸ਼ਤ ਨਹੀਂ। ਦਹਿਸ਼ਤ ਵਾਸਤੇ ਗੁਰਮਤਿ 'ਚ ਕੋਈ ਜਗ੍ਹਾ ਨਹੀਂ। ਸਾਡੇ ਜਿਹੜੇ ਸੀ ਨਾ ਅੱਤਵਾਦੀ ਤਾਂ ਹੀ ਮਾਰੇ ਗਏ। ਕਿਉਂ ਮਾਰੇ ਗਏ? ਗੁਰਮਤਿ ਦਾ ਗਿਆਨ ਹੀ ਨਹੀਂ ਸੀ ਉਹਨਾਂ ਨੂੰ। ਉਹ ਤਾਂ ਕਹਿੰਦੇ ਜਿਹੜਾ ਸਾਡੀ ਗੱਲ ਨਹੀਂ ਮੰਨਦਾ ਗੋਲੀ ਮਾਰ ਦਿਓ। ਤੁਸੀਂ ਕਿਹਦੀ ਮੰਨਦੇ ਹੋ? ਸਵਾਲ ਹੈ, ਤੁਸੀਂ ਕਿਹਦੀ ਮੰਨਦੇ ਹੋ? ਜੇ ਤੁਸੀਂ ਗੁਰੂ ਦੀ ਮੰਨੋ, ਜੇ ਸਿੱਖ ਸੀਗੇ ਤਾਂ ਗੁਰੂ ਦੀ ਮੰਨਦੇ ਨਾ ਹੋ, ਤੇ ਗੁਰੂ ਦੀ ਜੇ ਮੰਨਦੇ ਫਿਰ ਤਾਂ ਕਿਸੇ ਗੋਲੀ ਮਾਰ ਨਹੀਂ ਸਕਦੇ, ਫਿਰ ਤਾਂ ਆਪਣੀ ਬਣਾ ਹੀ ਨਹੀਂ ਸਕਦੇ। ਗੁਰਮਤਿ ਤੋਂ ਸਖਣੇ ਤੇ ਕੋਰੇ ਤੇ ਹੁਣ ਵੀ ਜਿਹੜੇ ਰੌਲਾ ਪਾਉਂਦੇ ਨੇ, ਗੁਰਮਤਿ ਤੋਂ ਕੋਰੇ ਨੇ, ਕੱਖ ਨਹੀਂ ਉਹਨਾਂ ਦੇ ਪੱਲੇ ਹੈ। ਔਰ ਉਹ ਕਾਮਯਾਬ ਨਹੀਂ ਹੋ ਸਕਣੇ। ਉਹਨਾਂ ਦੇ ਮਗਰ ਤਾਂ ਹੀ ਨਹੀਂ ਪਬਲਿਕ ਲੱਗਦੀ, ਤਾਂ ਹੀ ਨਹੀਂ ਉਹਨਾਂ ਨੂੰ ਕੋਈ ਵੋਟ ਦਿੰਦਾ। ਵੋਟ ਉਹਨਾਂ ਨੂੰ ਦਊ ਕਿ ਮੈਂ ਮੂਰਖਾਂ ਨੂੰ ਨਹੀਂ ਕੋਈ ਵੋਟ ਦਿੰਦਾ ਹੁੰਦਾ। ਅੱਗੇ ਨੁਕਸਾਨ ਕਰਾਤਾ, ਹੁਣ ਕਰਾ ਦੇਣਗੇ। ਉਹ ਦੇਖ ਲੈ, ਨੁਕਸਾਨ ਕਰਾ ਦੇਣਗੇ। ਅੱਗੇ ਮੁੰਡੇ ਨਹੀਂ ਬਣਾਏ ਨੇ, ਜਵਾਕ ਸੀਗੇ, ਪਤਾ ਹੈ ਨਹੀਂ, ਸਾਰੇ ਬਰਬਾਦ ਤੇ। ਹਾਂਜੀ, ਦੁੱਖ ਦੋਖ ਦਹੰਤੀ ਜਵਾਲ ਸਿੱਖ ਦਾ ਮਤਲਬ ਸਾਡਾ ਹੈ ਕਿ ਸਾਰੇ ਸੰਸਾਰ ਦੇ ਜਿਹੜੇ ਲੋਕ ਨੇ, ਬੱਚੇ ਨੇ, ਉਹ ਸਾਡੇ ਨੇ। ਕੋਈ ਭਾਈ ਹੈ, ਕੋਈ ਸਾਰੇ ਭਾਈ ਹੋ ਨੇ। ਜੇ ਬੱਚੇ ਨੇ ਉਹ ਵੀ ਸਾਡੇ ਨੇ। ਚਾਹੇ ਇੱਕ ਪਰਿਵਾਰ ਇੱਕ ਹੈ, ਫਿਰ ਥੋੜੇ ਜਿਹੇ ਫਰਕ ਕਿਉਂ ਹੈ? ਜੇ ਇੱਕ ਪਰਿਵਾਰ ਨਹੀਂ ਸਮਝਦੇ ਤੁਸੀਂ, ਫਿਰ ਸਿੱਖੀ ਤੋਂ ਤੁਸੀਂ ਹਜ਼ਾਰਾਂ ਕੋਹ ਦੂਰ ਬੈਠੇ ਹੋ। ਫਿਰ ਨਹੀਂ ਤੁਹਾਡੇ ਕਿਸੇ ਨੇ ਮਗਰ ਲੱਗਣਾ। ਪ੍ਰੇਮ ਨਾਲ ਤਾਂ ਤੁਸੀਂ ਜਿੱਤ ਸਕਦੇ ਹੋ ਕਿਸੇ ਨੂੰ, ਪ੍ਰੇਮ ਤੇ ਬਿਨਾਂ ਨਹੀਂ ਜਿੱਤਿਆ ਜਾ ਸਕਦਾ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਅੰਗਰੇਜ਼ਾਂ ਦੇ ਵਿੱਚ ਪ੍ਰੇਮ ਨੂੰ ਮਹਾਨਤਾ ਤਾਂ ਦਿੱਤੀ ਹੋਈ ਹੈ, ਪਰ ਕੁਟਲ ਨੀਤੀ ਉਹਨਾਂ ਦੇ ਵਿੱਚ ਜਿਹੜੀ ਉਹ ਖਮ ਖਰਾਬ ਕਰਦੀ ਹੈ। ਪ੍ਰੇਮ ਕਹਿਣ ਨੂੰ ਪ੍ਰੇਮ ਹੈ, ਅੰਦਰ ਕੁਟਲਤਾ ਵਿੱਚ। ਕੁਟਲਤਾ ਵਾਲਾ ਪ੍ਰੇਮ ਜਿਹੜਾ ਪ੍ਰੇਮ ਨਹੀਂ ਹੁੰਦਾ, ਖੋਟਾ ਪ੍ਰੇਮ ਹੋ ਜਾਂਦਾ। ਪ੍ਰੇਮ ਤਾਂ ਉਹ ਵੀ ਕਹਿੰਦੇ ਨੇ ਲਵ ਇਜ਼ ਗੋਡ, ਪਰ ਲਵ ਇਜ਼ ਗੋਡ ਨਹੀਂ ਹੁੰਦਾ। ਗੋਡ ਲਵ ਨਹੀਂ ਹੁੰਦਾ। ਪ੍ਰੇਮ ਨਾਲ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰੇਮ ਕੀਓ ਪ੍ਰਭ ਪਾਇਓ। ਉਹ ਪ੍ਰੇਮ ਤਾਂ ਡੋਰੀ ਹੈ ਪ੍ਰਭ ਨੂੰ ਪਾਉਣ ਦੀ। ਡੋਰੀ ਨੂੰ ਕਹਿਣ ਲੱਗੇ, ਡੋਰੀ ਨੂੰ ਗੋਡ ਬਣਾਤਾ। ਡੋਰੀ ਨੂੰ ਗੋਡ ਬਣਾਤਾ। ਇਹਦਾ ਉਹਨਾਂ ਗੋਡ ਬਾਰੇ ਗਿਆਨ ਨਹੀਂ ਹੈ ਉਹਨਾਂ ਨੂੰ। ਉਹਦਾ ਡੋਰੀ ਨੂੰ ਗੋਡ ਬੰਨੀ ਬੈਠੇ ਨੇ। ਡੋਰੀ ਨਾਲ ਫਾਹਾ ਲੈਣਾ ਤੁਸੀਂ। ਡੋਰੀ ਨਾਲ ਫਾਂਸੀ ਹੋ ਸਕਦੀ ਹੈ ਤੁਹਾਨੂੰ, ਕਿਸੇ ਨੂੰ ਦੇ ਸਕਦੇ ਹੋ, ਆਪ ਲੈ ਲਓ। ਔਰ ਡੋਰੀ ਦਾ ਬੰਨਣਾ ਹੈ, ਜੰਜਾਲ ਹੈ। ਡੋਰੀ ਦਾ ਮਾਇਆ, ਫਿਰ ਉਹ ਰੱਸੀ ਹੋਈ ਹੈ ਨਾ ਵਿਚਾਲੇ। ਪ੍ਰੇਮ ਕਿਹਦੇ ਨਾਲ ਕਰਨਾ ਹੈ? ਡੋਰੀ ਜੋੜਨੀ ਕਿਹਦੇ ਨਾਲ ਹੈ? ਕਿਹਦੇ ਜੋੜਨੀ ਡੋਰੀ? ਗੋਡ ਨਾਲ ਜੋੜਨੀ ਹੈ ਨਾ ਡੋਰੀ। ਤਾਂ ਉਹ ਭਵਸਾਗਰ ਚੋਂ ਬਾਹਰ ਕੱਢੂਗਾ। ਭਵਸਾਗਰ ਦਾ ਗੋਡ ਹੈ ਨਹੀਂ, ਗੋਡ ਤਾਂ ਆਪਣੇ ਘਰ ਬੈਠਾ ਹੈ। ਪਾਇਓ ਤਾਂ ਹੀ ਹੈ ਜੋ ਬਾਹਰ ਕੱਢ ਨੂੰ। ਡੋਰੀ ਉਹਦੇ ਨਾਲ ਜੋੜੋਗੇ। ਡੋਰੀ ਜੋੜਨ ਦਾ ਮਤਲਬ ਸਾਰੇ ਸਾਡੇ ਨੇ, ਜਿਹੜੇ ਉਹਦੇ ਨੇ ਉਹ ਸਾਡੇ ਨੇ। ਜਿਵੇਂ ਉਹ ਪ੍ਰੇਮ ਕਰਦਾ, ਅਸੀਂ ਉਵੇਂ ਪ੍ਰੇਮ ਕਰਨਾ ਸਾਰਿਆਂ ਨੂੰ। ਸਮਝਿਆ ਨੀ? ਦੁੱਖ ਦੋਖ ਦਹੰਤੀ ਜਵਾਲ ਜਯੰਤੀ। ਦੁੱਖ ਦੋਖ ਦਹੰਤੀ, ਸਾਰੇ ਦੁੱਖ ਦੂਰ ਕਰਨ ਵਾਲੀ ਹੈ ਸੰਸਾਰ ਦੇ। ਸੰਸਾਰ ਦੇ ਦੁੱਖ ਦੂਰ ਕਰਨ ਵਾਲੀ ਹੈ ਸਾਰੇ ਦੇ। ਦੁੱਖ ਦੋਖ ਹੁੰਦੇ ਨੇ, ਨੁਕਸ ਔਗਣ। ਜਿਨ੍ਹਾਂ ਦੇ ਕਾਰਨ ਦੁੱਖ ਪੈਦਾ ਹੁੰਦੇ ਨੇ ਉਹਨੂੰ ਦੋਖ ਕਹਿੰਦੇ ਨੇ। ਦੋਖ ਦਾ ਕਾਰਨ ਦੁੱਖ ਪੈਦਾ ਹੁੰਦਾ। ਦੋਖ ਦੁੱਖ ਦਾ ਬੀਜ ਹੈ। ਆਪਣਾ ਪਰਾਇਆ ਸਮਝਣਾ ਦੋਖ ਹੈ ਵੀ ਇੱਥੋਂ ਦੁੱਖ ਪੈਦਾ ਹੋਣਗੇ। ਆਪ ਜ਼ਿਆਦਾ ਭਾਲਣਾ, ਰਿਆਇਤ ਕਰਨੀ,
ਰਹਿ ਚੌੜੀ, ਇਹ ਸਭ ਦੋਖ ਨੇ, ਕਵੀਆਂ ਨੇ। ਦੁੱਖ ਦੋਖ ਦਹੰਤੀ ਇਹਦਾ ਸਾਰਾ ਨਾਸ ਕਰਨ ਵਾਲੀਆਂ ਤੂੰ। ਦੁੱਖ ਦੋਖ ਦਾ ਆ ਨਾਸ ਕਰਨ ਦੀ ਉਹ ਗੱਲ ਦੱਸੀ ਹੈ। ਦੁੱਖ ਦੋਖ ਐ ਹੋਣਗੇ ਦੂਰ ਕਿਵੇਂ ਦਹੰਤੀ? ਜੇ ਹੁਣ ਆਪਾਂ ਅਰਥ ਕਰਕੇ ਨਿਕਲ ਜਾਂਦੇ, ਨਕਸ਼ਾ ਨਾ ਦਿਖਾਉਂਦੇ, ਕਿਸੇ ਨੂੰ ਕੀ ਪਤਾ ਲੱਗਦਾ? ਟਾਈਮ ਨਹੀਂ ਵੇਸਟ ਕੀਤਾ ਹੈ, ਅਨਸੈਸਰੀ ਕੋਈ ਗੱਲ ਨਹੀਂ ਕਹੀ। ਦੁੱਖ ਦੋਖ ਦਹੰਤੀ ਸਾਡਾ ਗੁਰੂ ਕਹਿੰਦਾ। ਸੰਸਾਰ ਨੂੰ ਕਹਿ ਰਿਹਾ, ਮੈਸੇਜ ਹੈ। ਅਸੀਂ ਉਹ ਮੈਸੇਜ ਕਲੀਅਰ ਕੀਤਾ ਵੀ ਆਹ ਮਤਲਬ ਹੈ ਇਹਦਾ ਕਹਿਣ ਦਾ। ਜਿਹੜਾ ਦੁੱਖ ਦੋਖ ਦਹੰਤੀ ਇੱਥੇ ਲਿਖਿਆ ਹੋਇਆ ਹੈ, ਕਿਉਂ ਲਿਖਿਆ ਹੋਇਆ ਹੈ? ਉਹਦਾ ਆ ਹੈਗਾ ਭਾਈ, ਮੌਕੇ ਤੇ ਆ ਗੱਲ ਹੈ, ਐ ਹੋਣਾ ਚਾਹੀਦਾ, ਐ ਦਹੰਤੀ ਹੈ। ਜਵਾਲ ਜਯੰਤੀ, ਜਵਾਲ ਜਯੰਤੀ। ਹੁਣ ਜੇ ਸਿੱਖਾਂ ਦੇ ਅੰਦਰ ਹੀ ਦੁੱਖ ਦੋਖ ਹੋਣ, ਅਸੀਂ ਉਹ ਨਾ ਮੰਨੀਏ ਗੁਰਮਤਿ ਨੂੰ, ਜਿਵੇਂ ਦੁੱਖ ਦੋਖ ਦੂਰ ਹੁੰਦੇ ਨੇ, ਤਾਂ ਹੋਰ ਕੌਣ ਮੰਨੂਗਾ? ਪਹਿਲਾਂ ਸਾਡਾ ਕੰਮ ਹੈ ਸਿੱਖ ਆਪਣੇ ਆਪ ਦਾ ਹਿਰਦਾ ਸਾਫ਼ ਕਰਨ, ਫੇਰ ਕਿਸੇ ਕੋਲ ਜਾਣ ਕਹਿਣ। ਜਵਾਲ ਜਯੰਤੀ, ਰੋਸ਼ਨ ਰੂਪ ਹੈ ਤੂੰ, ਜਵਾਲਾ ਹੈ। ਉਹ ਜਵਾਲਾ ਨਹੀਂ ਜਿਹੜੀ ਉੱਥੇ ਗੈਸ ਜਲਦੀ ਹੈ, ਧਰਤੀ ਚੋਂ ਨਿਕਲਦੀ ਹੈ ਗੈਸ, ਉਹਨੂੰ ਕਹਿੰਦੇ ਜਵਾਲਾ ਜੀ। ਉਹ ਜਵਾਲਾ ਜੀ ਬਾਹਰ ਬਣਾ ਲਈ ਅੱਗ ਜਿਹੜੀ ਹੁੰਦੀ ਹੈ, ਇਹ ਅੱਗ ਨਾਲ ਤਾਂ ਆਦਮੀ ਦਗਦ ਹੋ ਜਾਂਦਾ। ਜਵਾਲ ਹੈ, ਜਵਾਲ ਜਯੰਤੀ ਕਹਿੰਦੇ ਨੇ। ਜੋ ਸਾਰੇ ਸੰਸਾਰ ਦੇ ਅੰਦਰ ਜੋਤ ਹੈ, ਉਹ ਜਵਾਲ ਜਯੰਤੀ ਹੈ। ਜਯੰਤੀ ਹੁੰਦੀ ਹੈ ਜੀਵਨ ਦਾਨ ਦੇਣ ਵਾਲੀ। ਸਾਧਨਾ ਜੋਤ ਜਯੰਤੀ ਜੀਵਨ ਦਾਨ ਦੇਣ ਵਾਲੀ। ਜਿੰਨੇ ਦੇ ਸਰੀਰ ਨੇ ਨਾ ਮਿੱਟੀ ਦੇ, ਉਹਨਾਂ 'ਚ ਜੋਤ ਜਿਹੜੀ ਹੈ ਉਹ ਜੀਵਨ, ਉਹ ਜੋਤ ਹੈ। ਜਯੰਤੀ ਜੀਵਨ ਦੇਣ ਵਾਲੀ ਹੈ, ਜਿਉਂਦਾ ਰੱਖਣ ਵਾਲੀ। ਜਯੰਤੀ ਜਲਣਾ ਨਹੀਂ ਹੈ ਇਹਦਾ ਅਰਥ, ਇਹ ਤਾਂ ਵਿਦਵਾਨਾਂ ਦਾ ਅਰਥ ਕੀਤਾ ਹੋਇਆ ਜਯੰਤੀ। ਇਹੀ ਤਾਂ ਗੱਲ ਹੈ। ਜਯੰਤੀ ਅੰਤ ਤੱਕ, ਜਿੰਨਾ ਚਿਰ ਸਰੀਰ ਦਾ ਅੰਤ ਨਹੀਂ ਹੁੰਦਾ, ਜੀਵਨ ਇਹੀ ਰੱਖਦੀ ਹੈ ਜਿਉਂਦਾ। ਜਦੋਂ ਤੱਕ ਸ੍ਰਿਸ਼ਟੀ ਹੈ ਰੱਖੂ ਇਹੀ ਜਯੰਤੀ। ਆਦ ਅਨਾਦਿ ਅਗਾਧ ਅਛੈ, ਆਦਿ ਅਨਾਦਿ। ਆਦ ਤੋਂ ਲੈ ਕੇ, ਸ਼ੁਰੂ ਤੋਂ ਲੈ ਕੇ ਹੀ ਹੈ। ਇਹਦੇ ਨਾਲ ਜੀਵਨ ਹੈ ਸੰਸਾਰ ਦਾ। ਅਨਾਦਿ, ਇਹਦਾ ਆਪਣਾ ਆਦ ਕੋਈ ਨਹੀਂ। ਸੰਸਾਰ ਦਾ ਜਦਾਂ ਪੈਦਾ ਹੋਇਆ ਹੋਇਆ ਇਹੀ ਜੋਤ ਹੈ। ਇਹ ਆਪ ਕਿਸੇ ਨਾਲ ਨਹੀਂ, ਕਿਸੇ ਤੋਂ ਨਹੀਂ ਪੈਦਾ ਹੋਈ। ਇਹਦਾ ਜੀਵਨ ਕਿਸੇ ਹੋਰ ਦੀ ਵਜ੍ਹਾ ਨਾ ਹੋਵੇ। ਆਦ ਅਨਾਦ ਅਗਾਧਿ ਅਛੈ, ਅਗਾਧ ਹੈ ਮਨੁੱਖੀ ਬੁੱਧੀ। ਫਿਰ ਵੀ ਆਦਮੀ ਨੂੰ ਪਤਾ ਨਹੀਂ ਹੈ, ਫਿਰ ਵੀ ਸੰਸਾਰ ਨੂੰ ਪਤਾ ਨਹੀਂ। ਹਾਲਾਂਕਿ ਗੱਲ ਸੱਚ ਹੈ, ਆਦ ਤੋਂ ਲੈ ਕੇ ਤੂੰ ਹੀ ਸਾਰਿਆਂ ਦਾ ਜੀਵਨ ਦਾਨ ਹੈ, ਤੇਰੀ ਵਜ੍ਹਾ ਨਾਲ ਜੀਵਨ ਹੈ, ਫਿਰ ਵੀ ਲੋਕਾਂ ਨੂੰ ਪਤਾ ਨਹੀਂ। ਅਗਾਧ ਦਾ ਮਤਲਬ ਹੈ, ਅਗਾਧ, ਅਗਾਧ ਇਕੱਲੇ ਲਫ਼ਜ਼ ਦਾ ਮਤਲਬ ਹੈ। ਸੰਸਾਰ ਨੂੰ ਨਹੀਂ ਪਤਾ ਇਸ ਗੱਲ ਦਾ। ਅੱਛਾ, ਕਦੇ ਵੀ ਤੇਰਾ ਨਾਸ ਨਹੀਂ ਹੁੰਦਾ, ਤੂੰ ਕਦੇ ਸ਼ੈ ਨਹੀਂ ਹੁੰਦੀ। ਚਾਰ ਸ਼ਬਦ ਨੇ, ਚਾਰਾਂ ਦੇ ਅਰਥ ਨੇ ਇਹ। ਆਦ ਤੋਂ ਲੈ ਕੇ ਜਦੋਂ ਸੰਸਾਰ ਪੈਦਾ ਹੋਇਆ, ਤੂੰ ਜਯੰਤੀ ਹੈ ਸਾਰਿਆਂ ਨੂੰ ਜੀਵਨ। ਸਾਰੇ ਸਰੀਰ ਤੇਰੀ ਵਜ੍ਹਾ ਨਾਲ ਜਿਉਂਦੇ ਨੇ, ਜੋਤ ਦੀ ਵਜ੍ਹਾ ਨਾਲ ਜਿਉਂਦੇ ਨੇ। ਜਦ ਤੋਂ ਹੀ ਜੋਤ ਹੈ। ਓਏ ਆਪਾਂ ਲਾ ਲਓ ਨੂਰ ਉਪਾਇਆ, ਜਿਹੜਾ ਨੂਰ ਹੈ ਉਸੇ ਦੀ ਗੱਲ ਹੈ। ਨੂਰ ਹੈ ਜੋਤ ਹੈ, ਹੋਰ ਜੋਤ ਕੀ ਹੈ? ਕੁਦਰਤ ਕੇ ਸਭ ਬੰਦੇ ਆ, ਜਿਹੜੇ ਬੰਦੇ ਬਣੇ ਨੇ ਉਹ ਜੋਤ ਨਾਲ ਜਿਉਂਦੇ ਨੇ। ਮਿੱਟੀ ਦੇ ਪੁੱਤਰੇ ਕੈਸੇ ਨੱਚਦਾ? ਇਹੀ ਜੋਤ ਦੀ ਵਜ੍ਹਾ ਨਾਲ ਜਿਉਂਦੇ ਨੇ ਸਰੀਰ, ਹੋਰ ਕਾਹਦੇ ਨਾਲ ਜਿਉਂਦੇ ਨੇ? ਜਾਂ ਨਿਕਲ ਜਾਂਦੀ ਹੈ ਫਿਰ ਕਹਿੰਦੇ ਡੈਡ ਬੋਡੀ ਹੈ। ਜੋਤ ਜਯੰਤੀ। ਆਦ ਅਨਾਦਿ ਅਗਾਧ ਅਛੈ। ਆਦ ਤੋਂ ਲੈ ਕੇ ਐ ਨਹੀਂ ਪਹਿਲਾਂ ਕੁਝ ਹੋਰ ਸੀ, ਫਿਰ ਕੁਝ ਹੋਰ ਹੋ ਗਿਆ, ਦੂਏ ਜਨਮ ਤੀਏ ਜਨਮ ਚ ਹੋਰ ਹੋ ਗਿਆ। ਜੋਤ ਇੱਕੋ ਹੀ ਹੈ, ਚਲੀ ਆਉਂਦੀ। ਉਹੀ ਜੋ ਚਲੀ ਆਉਂਦੀ ਹੈ। ਜੋਦਾ ਜੋ ਆਪ ਜੋਤ ਅਨਾਦਿ ਹੈ, ਪੈਦਾ ਨਹੀਂ ਹੋਈ ਕਿਸੇ ਤੋਂ, ਹਮੇਸ਼ਾ ਰਹਿੰਦੀ ਹੈ। ਅੱਛਾ, ਮਰਦੀ ਨਹੀਂ, ਕਿਉਂਕਿ ਮਰਦੀ ਹੈ ਹੀ ਨਹੀਂ। ਉਹ ਮਰੂ ਤਾਂ ਹੀ ਪੈਦਾ ਹੋਊ ਨਾ। ਅੱਛਾ, ਤਾਂ ਲਿਖਿਆ ਹੋਇਆ। ਸੁਧਤਾ ਸਮਰਪਣੀ ਤਰਕ ਬਿਤਰਕਣੀ। ਇਹ ਹੁਣ ਪੰਡਤ ਨੂੰ ਨਹੀਂ ਅਰਥਾਂ ਦਾ ਪਤਾ ਇਹਨਾਂ ਦਾ, ਇਹ ਤਾਂ ਹੋਰੇ ਕੁਛ ਕਰੀ ਜਾਂਦਾ। ਇਹ ਵਿਚਾਰਾ ਹੁਣ ਵਿਦਵਾਨ ਹੈਗਾ, ਜਿਹੇ ਅਰਥ ਵਿਦਵਾਨਾਂ ਨੇ ਅਸਲ ਦੇ ਵਿੱਚ ਸਾਰੀ ਜਿਹੜੀ ਡਿਕਸ਼ਨਰੀ ਲਿਖੀ ਹੈ ਨਾ, ਪੈਦਾ ਕੀਤੀ ਹੈ, ਸਾਰੀ ਉਹ ਵਿਦਵਾਨਾਂ ਦੇ ਲੈਵਲ ਤੇ। ਤਾਂ ਹੀ ਤਾਂ ਬ੍ਰਹਮ ਗਿਆਨ ਤਾਂ ਹੀ ਲੁਪਤ ਹੋ ਗਿਆ।
ਸਿਮਰਤ ਸ਼ਾਸਤਰਾਂ ਵਾਲਾ ਗਿਆਨ ਹੈ। ਦੇਖੋ ਜਿਹੜੇ ਮੂਲ ਅਰਥ ਨੇ ਸ਼ਬਦਾਂ ਦੇ ਉਹਦੇ ਕੋਲ ਹੈ ਹੀ ਨਹੀਂ। ਮੂਲ ਅਰਥ ਸ਼ਬਦਾਂ ਦੇ ਵੇਦ ਵਿੱਚ ਪਏ ਨੇ। ਸ਼ਬਦ ਆਪ ਦੱਸਦਾ ਮੇਰੇ ਅਰਥ ਹੈ, ਲਫ਼ਜ਼ ਆਪ ਦੱਸਦਾ ਮੇਰੇ ਅਰਥ ਹੈ। ਜੇ ਕਿਸੇ ਨੂੰ ਪਤਾ ਹੋਵੇ ਲਫ਼ਜ਼ ਦੇ ਵਿੱਚ ਉਤਰਦੀ ਹੈ, ਜੇ ਪੌੜੀ ਲਾ ਕੇ ਜੇ ਖੂਹ ਦੇ ਵਿੱਚ ਉਤਰਾਂਗੇ ਤਾਂ ਹੀ ਪਤਾ ਲੱਗੂ ਥੱਲੇ ਕੀ ਹੈ। ਕਈ ਜਗ੍ਹਾ ਤਾਂ ਪੁੱਟ ਕੇ ਦੇਖਣਾ ਪੈਂਦਾ। ਖੂਹ ਭਰਿਆ ਹੋਇਆ ਹੈ ਰੇਤੇ ਨਾਲ, ਬੌਣ ਹੈਗੀ ਆ, ਥੱਲੇ ਦੇ ਖੂਹ ਕੀ ਹੈ। ਸ਼ੁੱਧਤਾ ਸਮਰਪਣੀ ਤਰਕ ਵਿਤਰਕਣੀ। ਦੇਖੋ ਸ਼ੁੱਧਤਾ ਸਮਰਪਣੀ, ਸੰਸਾਰ ਨੂੰ ਸ਼ੁੱਧ ਕਰਨ ਵਾਸਤੇ ਆਪਣਾ ਜੀਵਨ ਸਮਰਪਣ ਕੀਤਾ ਹੋਇਆ ਨਾ। ਹੁਣ ਇਹ ਕੌਣ ਹੈ? ਇਹ ਹੈ ਗੁਰਮੁਖ, ਇਹ ਹੈ ਵਿਵੇਕ ਬੁੱਧੀ। ਵਿਵੇਕ ਬੁੱਧੀ ਦਾ ਕੰਮ ਕੀ ਹੈ? ਜਨਮ ਤੁਮਾਰੇ ਲੇਖੇ। ਸ਼ੁੱਧਤਾ ਸਮਰਪਣੀ, ਸ਼ੁੱਧਤਾ ਨੂੰ ਸਮਰਪਣ, ਸੰਸਾਰ ਦਾ ਮਨ ਸ਼ੁੱਧ ਕਰਨਾ, ਸੰਸਾਰ ਨੂੰ ਸ਼ੁੱਧ ਕਰਨਾ। ਇਸ ਗੱਲ ਵਾਸਤੇ ਹੀ ਸਿੱਖ ਦਾ ਜੀਵਨ ਸਮਰਪਣ ਹੈ। ਜਿਨ੍ਹਾਂ ਨੂੰ ਗੁਰੂ ਕਹਿੰਦੇ ਨੇ, ਉਹ ਭਗਤ ਕਹਿੰਦੇ ਨੇ, ਉਹ ਸਮਰਪਣ ਇਸੇ ਗੱਲ ਨੂੰ ਰਹੇ ਨੇ। ਗੁਰੂ ਤਾਂ ਕਹਿਣਾ ਨਹੀਂ ਚਾਹੀਦਾ। ਚਲੋ ਜੇ ਆਪਾਂ ਕਹਿਣ ਵੀ ਲੱਗ ਗਏ, ਆਪਣੀ ਬੋਲੀ 'ਚ ਆਪਾਂ ਨੂੰ ਪਤਾ ਹੋਣਾ ਚਾਹੀਦਾ ਸ਼ਬਦ ਗੁਰੂ ਅਰੇ ਗੁਰੂ 'ਚ ਕੀ ਫਰਕ ਹੈ। ਤਰਕ ਵਿਤਰਕਣੀ, ਉਹਨਾਂ ਦਾ ਇਹੀ ਕੰਮ ਰਿਹਾ। ਸਾਰਿਆਂ ਨੂੰ ਉਪਦੇਸ਼ ਦਿੱਤਾ ਉਹਨਾਂ ਨੇ। ਉਪਦੇਸ਼ 54 ਲੱਖੋਂ ਸਾਂਝਾ। ਤਰਕ ਵਿਤਰਕਣੀ, ਜੇ ਕੋਈ ਇਹਦੇ ਤੇ ਤਰਕ ਕਰੇ ਨਾ, ਉਹਦਾ ਮੂੰਹ ਉਹਦੇ ਵੱਲ ਵੀ ਮੋੜ ਦਿੰਦੀ ਹੈ। ਉਹਦੇ ਜਾਵੜ ਦਾ ਸੀ ਨਜ਼ਦੀਰ, ਉਹਦਾ ਹੀ ਤਰਕ ਨੂੰ ਪੁੱਠਾ ਕਮਾ ਕੇ ਉਧਰ ਨੂੰ ਮੋੜ ਦਿੰਦੀ ਉਹਦੇ ਵੱਲ ਨੂੰ। ਵਿਤਰਕ ਬਣਦੇ, ਵਿਤਰਕ ਪੁੱਠਾ ਤਰਕ, ਉਹਦਾ ਹੀ ਤੀਰ ਉਹਦੇ ਵੱਲ ਨੂੰ ਮੂੰਹ ਮੋੜ ਦੇਣਾ। ਉਹਦਾ ਤੀਰ ਫੜ ਕੇ ਨਾ ਆਉਂਦਾ, ਉਹਦਾ ਹੀ ਮਾਰ ਦੇਣਾ ਪੁੱਠਾ। ਵਿਤਰਕ ਕਿਵੇਂ? ਜਿਵੇਂ ਜਿੱਦਾਂ ਉਹਨਾਂ ਨੇ ਗੱਲ ਕੀਤੀ ਨਾ ਆ ਕੇ ਆਪਣੇ ਤਰਖੀਲਾ ਨੇ, ਬਈ ਅੱਖ ਨਾਲ ਪਰਮੇਸ਼ਰ ਦੀ ਨਾ ਵੀ ਦਿਖਾਓ, ਦਰਸ਼ਨ ਕਰਾਓ। ਦਰਸ਼ਨ ਕਰਾਓ, ਤੁਸੀਂ ਕਹਿੰਦੇ ਰੱਬ ਹੈਗਾ, ਦਿਖਾਓ। ਤਰਕ ਕੀਤਾ ਨਾ, ਦਿਖਾਓ। ਤਰਕ ਦਾ ਵਿਤਰਕ ਕਿਵੇਂ ਕੀਤਾ? ਵੀ ਜਦ ਅੱਜ ਤੱਕ ਕਿਸੇ ਨੇ ਕਿਹਾ ਹੀ ਨਹੀਂ, ਅਸੀਂ ਕਹਿੰਦੇ ਦੀਦਾ ਨਹੀਂ, ਤੁਹਾਡਾ ਇਹ ਤਰਕ ਹੀ ਗਲਤ ਹੈ, ਤੁਸੀਂ ਮੂਰਖ ਹੋ। ਮਾਰਾ ਨਾ ਸੀ ਨੇ ਉਹਨਾਂ ਦੇ ਤੀਰ। ਜੇ ਤਾਂ ਕੋਈ ਕਹਿੰਦਾ ਹੋਵੇ ਵੀ ਰੱਬ ਦੇਂਦੇ ਤਾਂ ਕਹੋ, ਦਿਖਾਓ। ਤੁਹਾਡਾ ਤਾਂ ਸਵਾਲ ਹੀ ਗਲਤ ਹੈ, ਤਾਂ ਤਰਕੇ ਤੁਹਾਡਾ ਗਲਤ ਹੈ। ਇਹਦਾ ਮਤਲਬ ਇੱਥੋਂ ਹੀ ਸਾਬਤ ਹੁੰਦਾ ਤੁਸੀਂ ਮੂਰਖ ਹੋ। ਉਹਨਾਂ ਦਾ ਤਰਕ ਵਿਤਰਕ ਕਰਕੇ ਸੀਨੇ 'ਚ ਮਾਰਿਆ ਉਹਨਾਂ ਦੇ। ਇਹ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ। ਤੁਸੀਂ ਕਹੋ ਵੀ ਜੇ ਤੁਸੀਂ ਅੱਖ ਨੂੰ ਕਹਿਣਾ ਦੀਦਾ ਨਹੀਂ, ਹੱਥਾਂ ਸਾਡੇ ਗਿਆਨ ਇੰਦਰੀਆਂ ਤੋਂ ਪਰੇ ਹੈ, ਫਿਰ ਉਹਦਾ ਦਰਸ਼ਨ ਕਿਵੇਂ ਹੁੰਦਾ ਹੈ ਜਾਂ ਦਰਸ਼ਨ ਦੀ ਗੱਲ ਕੀਤੀ ਹੋਈ ਹੈ? ਇਹ ਸਵਾਲ ਬਣਦਾ ਤੁਹਾਡਾ। ਤੁਹਾਨੂੰ ਤਾਂ ਸਵਾਲ ਹੀ ਨਹੀਂ ਕਰਨਾ ਹੁੰਦਾ। ਤੁਸੀਂ ਬੜੇ ਫੰਨੇਖਾ ਬਣੇ ਬੈਠੇ ਹੋ। ਤੁਹਾਨੂੰ ਤਾਂ ਇਹੀ ਨਹੀਂ ਪਤਾ ਸਵਾਲ ਕਿਵੇਂ ਕਰੀਦਾ। ਆਪਣਾ ਜੋ ਸਵਾਲ ਹੈ, ਤੁਹਾਨੂੰ ਸਵਾਲ ਹੀ ਰੱਖਣਾ ਨਹੀਂ ਆਇਆ ਸਾਡੇ ਸਾਹਮਣੇ, ਤੁਸੀਂ ਜਵਾਬ ਭਾਲ ਦਿਓ। ਸਵਾਲ ਮੈਂ ਆਪਣੇ ਕੋਲੋਂ ਦੱਸ ਕੇ ਫਿਰ ਉਹਨੂੰ ਜਵਾਬ ਦਿੱਤਾ, ਤੇ ਆਪੇ ਠੰਡੇ ਹੋਣਾ ਦਾ ਆਪੇ ਪਤਾ ਲੱਗ ਗਿਆ ਵੀ ਤੁਸੀਂ ਕਿੱਥੇ ਖੜੇ ਹੋ। ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝਦੇ ਹੋ, ਅਕਲਮੰਦ ਸਮਝਦੇ। ਤੁਹਾਡੇ ਪਤਾ ਅਕਲ ਵਾਲੇ ਦਾ ਰਾਹ ਨਹੀਂ ਪਾਇਆ ਜੋ ਤੁਸੀਂ ਅਕਲ ਵਾਲੇ। ਉਹ ਜਿਹੜੇ ਲੋਕਾਂ ਨੂੰ ਤੁਸੀਂ ਪੜ੍ਹੇ ਹੋ ਅਕਲ ਵਾਲੇ ਨਹੀਂ ਸੀ, ਤੁਹਾਨੂੰ ਹਾਂ ਤੋਂ ਜ਼ਿਆਦਾ ਅਕਲ ਵਾਲੇ ਹੋਣਗੇ। ਦੇਖੋ ਨਾ, ਜਿਹੜਾ ਵੀ ਪਾਣੀ ਚਾਹੇ ਥੋੜਾ ਹੋਵੇ, ਦੂਏ ਪਾਣੀ ਤੋਂ ਉੱਚਾ ਖੜਾ ਹੈ। ਸਮੁੰਦਰ ਦੇ ਵਿੱਚ ਸਭ ਤੋਂ ਜ਼ਿਆਦਾ ਪਾਣੀ ਹੈ। ਕੋਈ ਛੋਟੀ ਤੋਂ ਛੋਟੀ ਨਦੀ ਵੀ ਆਉਂਦੀ ਹੈ, ਪਾਣੀ ਉਹ ਉੱਚਾ ਹੁੰਦਾ, ਸਮੁੰਦਰ 'ਚ ਪੈ ਜਾਂਦਾ। ਆਪ ਤੇ ਉੱਚਾ ਗਿਆਨ ਆਪਣੇ ਵਾਸਤੇ ਵੱਡਾ ਲੱਗਦਾ ਹੁੰਦਾ ਕਿ ਮੇਰਾ ਗਿਆਨ ਥੱਲੇ ਦੇ ਲੈਵਲ ਦਾ ਹੈ, ਉਸ ਪੁਆਇੰਟ ਤੇ ਇਕੱਲੇ ਤੇ ਜਿਹੜਾ ਪੁਆਇੰਟ ਉਹ ਦੱਸ ਰਿਹਾ। ਜਿਹੜਾ ਬ੍ਰਹਮ ਗਿਆਨ ਦਾ ਹੈ, ਇੱਕ ਧਾਰਾ ਹੈ, ਚਾਹੇ ਛੋਟੀ ਜਿਹੀ ਹੈ, ਪਰ ਉੱਚੀ ਇੰਨੀ ਹੈ। ਦੁਨੀਆ ਦੇ ਜਿਹੜੇ ਗਿਆਨ ਨੇ, ਸਮੁੰਦਰ ਨੇ, ਉਹਨਾਂ ਨਾਲ ਉੱਚੀ ਜਗ੍ਹਾ ਖੜੀ ਹੈ। ਇਸ ਕਰਕੇ
ਗੰਗਾ ਉੱਚੀ ਹੈ ਨਾ ਉੱਤੇ ਨੂੰ ਜਾ ਰਹੀ ਹੈ, ਉਹ ਥੱਲੇ ਨੂੰ ਜਾ ਰਹੇ ਨੇ ਗਿਆਨ। ਉਹ ਗਹਿਰਾਈ ਵੱਲ ਨੂੰ ਜਾ ਰਹੇ ਨੇ, ਜ਼ਮੀਨ ਨੂੰ ਜਿਹੜਾ ਖੋਦ ਰਿਹਾ ਹੋਰ ਗਹਿਰਾਈ ਵੱਲ ਖੋਲ ਰਿਹਾ, ਪਤਾਲ ਜਿਹੜਾ ਖੋਦ ਰਿਹਾ ਉਹ ਥੱਲੇ ਨੂੰ ਹੋਰ ਖੋਦ ਰਿਹਾ। ਤਪਤ ਪ੍ਰਤਾਪਣੀ ਜਪਤ ਜਿਵੇਂ। ਤਪਤ ਦੇਖੋ, ਜਿਹੜੇ ਤਪਤ ਨੇ ਜਿਨ੍ਹਾਂ ਕੋਲ ਗਿਆਨ ਪ੍ਰਚੰਡ ਹੈ ਪਹਿਲਾਂ, ਪ੍ਰਤਾਪਣੀ ਉਹਨਾਂ ਨੂੰ ਹੋਰ ਪ੍ਰਚੰਡ ਕਰਨਾ। ਜੇ ਪਹਿਲਾਂ ਹੀ ਕੋਈ ਗਰਮ ਹੈ ਪ੍ਰਚੰਡਤਾ ਕਿਸੇ ਕੋਲ ਗਿਆਨ ਦੀ, ਉਹਨੂੰ ਹੋਰ ਪ੍ਰਤਾਪ ਉਹਦਾ ਵਧਾਉਣਾ ਹੈ। ਜੇ ਕਿਸੇ ਦਾ ਪ੍ਰਤਾਪ ਪਹਿਲਾਂ ਹੈਗਾ ਤਾਂ ਉਹਨੂੰ ਹੋਰ ਪ੍ਰਤਾਪ ਕਰਨਾ ਹੈ। ਤਾਪ ਤੇ ਤਾਪ ਹੋਰ ਚੜ੍ਹਨਾ, ਉਹਦੇ ਗਿਆਨ ਤੇ ਹੋਰ ਗਿਆਨ ਚੜ੍ਹਨਾ। ਜਪਤ ਜਿਵੇਂ। ਜਪ ਤੇ ਜਿਵੇ, ਜਪਤ ਜਿਵੇਂ ਜਿਹੜਾ ਤੈਨੂੰ ਜਪ ਲੈਂਦਾ ਨਾ, ਸਮਝ ਲੈਂਦਾ ਪੂਰਾ, ਉਹ ਫਿਰ ਹਮੇਸ਼ਾ ਵੱਲ ਹੀ ਜਿਉਂਦਾ ਹੋ ਜਾਂਦਾ, ਹਮੇਸ਼ਾ ਜਿਉਂਦਾ। ਜਿਵੇਂ ਜਿਉਂ ਜਾਂਦਾ, ਜਿਉਂਦਾ ਹੀ ਰਹਿੰਦਾ, ਫਿਰ ਉਹ ਮਰਦਾ ਹੀ ਨਹੀਂ। ਜਪਤ ਜਿਵੇਂ। ਹਾਂ, ਜਪ ਲੈਂਦਾ ਜਿਹੜਾ ਸਾਰਾ ਹੀ ਸਮਝ ਲੈਂਦਾ ਤੈਨੂੰ, ਜਿਹੜਾ ਗੁਰਮਤਿ ਨੂੰ ਸਾਰੀ ਨੂੰ ਸਮਝ ਲੈਂਦਾ, ਜਿਹਨੂੰ ਪੂਰੀ ਸਮਝ ਆ ਜਾਂਦੀ ਹੈ, ਉਹ ਨਹੀਂ ਫਿਰ ਮਰਦਾ। ਇਹ ਇਹਦਾ ਮਤਲਬ। ਜੀਵੇ ਲਫ਼ਜ਼ ਹੈ, ਜਿਵੇਂ ਲਿਖ ਦਿੱਤਾ, ਸਿਆਰੀ ਭਾਰਤੀ ਬਿਹਾਰੀ ਦੇ ਤੋਂ ਕਵਿਤਾ ਬਣਾਉਣੀ ਦੇ ਵਿੱਚ ਜੀਵੇ ਦਾ ਮਤਲਬ ਦੀ ਹੈ, ਜਿਵੇਂ ਬਣਾਤਾ। ਜੈ ਜੈ ਹੋਸੀ ਸ਼ਸਤਰ ਪ੍ਰਕਰਖਣੀ ਜੀਵਨ ਆਦ ਅਨੀਲ ਅਗਾਧ ਅਭੇ। ਜੈ ਜੈ ਹੋਸੀ ਸ਼ਸਤਰ ਪ੍ਰਕਰਖਣੀ। ਸ਼ਾਸਤਰ ਪਰ ਕੜਖਣੀ। ਦੇਖੋ, ਸ਼ਾਸਤਰਾਂ ਦਾ ਪ੍ਰਹਾਰ ਕਰਦੀ ਹੈ ਸਾਰੀ ਜਗ੍ਹਾ, ਪਰ ਜੀਵਨ ਦਾਨ ਦੇ ਰਹੀ ਹੈ। ਕੈਸੇ ਸ਼ਾਸਤਰ ਨੇ ਤੇਰੇ ਸੁਖ ਦੇ ਰਹੀਆਂ, ਸ਼ਾਸਤਰਾਂ ਨਾਲ ਚਲਾ ਰਹੀਆਂ ਹਥਿਆਰ, ਦੇਰ ਵੰਡ ਰਹੀਆਂ ਸੁਖ। ਇਹ ਸੁਖਦਾਇਕ ਹਥਿਆਰ ਇਹਨੇ ਸਾਰੇ, ਦੁਖਦਾਇਕ ਨਹੀਂ ਕੋਈ ਵੀ। ਦੁੱਖਾਂ ਨੂੰ ਕੱਟ ਰਹੀਆਂ, ਹਥਿਆਰ ਚਲਾ ਰਹੀਆਂ, ਸਾਰਿਆਂ ਦੇ ਤਰਕ ਤੀਰ ਮਾਰ ਰਹੀਆਂ, ਤਲਵਾਰਾਂ ਚਲਾ ਰਹੀਆਂ, ਤੋਪਾਂ ਦੇ ਘੋੜੇ ਚਲਾ ਰਹੀਆਂ। ਇਹਨਾਂ ਕੁਝ ਕਰਕੇ ਕੀ ਬਣ ਰਹੀਆਂ? ਸੁਖ। ਸ਼ਾਸਤਰ ਪ੍ਰਕਰਖਣੀ। ਅੱਗੇ ਦੇਖਣਾ, ਆਦ ਅਨੀਲ ਅਗਾਧ ਅਭੇ। ਆਦ ਅਨੀਲ ਅਗਾਧ ਅਪੈ। ਆਦ ਅਨੀਲ ਅਗਾਧ, ਆਦ ਤੋਂ ਲੈ ਕੇ ਹੀ ਇਹੀ ਕੰਮ ਹੈ ਤੇਰਾ। ਇਸੇ ਤਰ੍ਹਾਂ ਕੱਟ ਕੇ ਸਾਰਿਆਂ ਨੂੰ ਨਾ, ਘੜ ਕੇ, ਘੜੀਏ ਮਾਰੀਏ। ਤੇ ਘੜੀਏ ਸੁਰਤ ਮਤ ਮਨ ਬੁੱਧ, ਤੇ ਘੜੀਏ ਸੁਰਾਂ ਸਿੱਧਾਂ ਕੀ ਸੁਧ। ਸਾਰਿਆਂ ਨੂੰ ਘੜ ਵੀ ਰਹੀ ਹੈ, ਆ ਘੜੀਏ ਮਾਰੀਏ ਮਾਰ ਵੀ ਰਹੀ ਹੈ। ਸੱਟ ਮਾਰੇ ਤੇ ਬਿਨਾਂ ਘੜਿਆ ਨਹੀਂ ਨਾ ਜਾਂਦਾ ਸੋਨਾ ਘੜ ਮਾਰ ਤੇ ਵੀ ਸੱਟ ਮਾਰਨੀ ਪੈਂਦੀ ਹੈ। ਗਹਿਣੇ ਕੀਮਤ ਰਾਜੇ ਦੇ ਸਿਰ ਤੇ, ਸ਼ਹਿਨਸ਼ਾਹ ਦੇ ਸਿਰ ਤੇ ਹੁੰਦਾ ਤਾਜ। ਸ਼ਹਿਨਸ਼ਾਹ ਸਾਰਿਆਂ ਦੇ ਸਿਰ ਤੇ ਹੁੰਦਾ, ਤਾਜ ਉਹਦੇ ਸਿਰ ਤੇ ਹੁੰਦਾ। ਕਾੜਨਾ ਉਹਨੂੰ ਵੀ ਸੱਟ ਮਾਰ ਕੇ ਹੀ ਪੈਂਦਾ। ਘੜਿਆ ਹੋਇਆ ਜਾਂਦਾ। ਜੇ ਘੜਿਆ ਜਾਂਦਾ ਸੋਨਾ, ਹੀਰੇ ਜੜੇ ਜਾਂਦੇ ਨੇ, ਫਿਰ ਉਹਦੇ ਸਿਰ ਤੇ ਹੈ। ਜੇ ਡਲਾ ਪਿਆ ਹੋਵੇ ਉੱਥੇ, ਉਹ ਰੱਖ ਲੂ ਸਿਰ ਤੇ। ਸੋਨੇ ਦਾ ਡਲਾ ਰੱਖ ਲੂ ਸਿਰ ਤੇ, ਉਹ ਨਹੀਂ ਰੱਖਦਾ ਨਾ, ਪਰ ਘੜੇ ਤੇ ਹੀ ਬਣਦਾ। ਘੜੇ ਤੇ ਕੀਮਤ ਬਣਦੀ ਆ ਉਹਦੀ, ਫਿਰ ਸਿਰ ਤੇ ਟਿਕਦਾ ਜਾ ਕੇ ਰਾਜੇ ਦੇ ਵੀ ਤਾਜ ਬਣ ਕੇ। ਚੰਚਲਾ ਚਖੰਗੀ ਅਲਕ ਭੁਜੰਗੀ ਤੁੰਦ ਤਰੰਗਣੀ ਤਿਛ ਸਰੇ। ਚੰਚਲਾ ਚਖੰਗੀ। ਚਖੰਗੀ, ਜਿਹੜੀ ਤੇਰੀ ਬੁੱਧੀ ਆ ਨਾ, ਬਹੁਤ ਤੇਜ ਹੈ। ਉਹਦੀ ਜਿਹੜੀ ਆ ਨਾ ਤੇਜੀ, ਮਨ ਨਾਲੋਂ ਜ਼ਿਆਦਾ ਤੇਜ ਹੈ ਨਾ। ਮਨ ਬਹੁਤ ਤੇਜ ਹੈ। ਮਨ ਨੂੰ ਘੇਰਨ ਵਾਲੀ ਬੁੱਧੀ ਉਦੋਂ ਵੀ ਤੇਜ ਹੈ, ਚੰਚਲ ਹੈ। ਮਨ ਚੰਚਲ ਹੈ ਨਾ, ਮਨ ਚੰਚਲ ਹੈ ਨਾ। ਇਹ ਬੁੱਧੀ ਹੋਰ ਚੰਚਲਾ ਚਖੰਗੀ ਹੈ। ਇਹਦੇ ਨਾਲ ਹੋਰ ਲੱਗ ਗਈ ਇੱਕ ਚੰਚਲਾ ਚਖੰਗੀ। ਇਹ ਚੰਚਲਾ ਤਾਂ ਹੈ, ਉਹ ਹੈ, ਨਾਲ ਚਖੰਗੀ ਵੀ ਹੈ। ਮਨ ਨੂੰ ਹੈ ਨਾ ਜਿਹੜੀ, ਇਹਦੇ ਜਿਹੜੇ ਅੰਗ ਨੇ ਨਾ, ਇਹ ਕੁਛ ਬਹੁਤ ਹੀ ਤੇਜ਼ ਨੇ, ਤੇ ਤੀਰਾਂ ਵਰਗੇ ਤਲਵਾਰ ਘੋੜੇ। ਚਖੰਗੀ ਦੇਖੋ ਅੱਗੇ ਕੀ ਹੈ, ਚਖੰਗੀ ਅਲਕ ਭੁਜੰਗੀ। ਅਲਕ ਭੁਜੰਗੀ। ਔਰ ਜਿਹੜੀ ਤੇਰੀ ਸੁਰਤ ਹੈ, ਉਹ ਲੱਟ ਕਹਿੰਦੇ ਨੇ ਸ਼ਿਵ ਜੀ ਨੂੰ। ਲੱਟ ਨਹੀਂ ਹੁੰਦੀ, ਸੁਰਤ ਹੁੰਦੀ ਹੈ। ਲੱਟ ਹੈ ਸਰੀਰ ਦੀ ਹੁੰਦੀ ਹੈ, ਅੰਦਰਲੇ ਸਰੀਰ ਦੀ ਜਿਹੜੀ ਲੱਟ ਹੈ, ਸੁਰਤ ਹੁੰਦੀ ਹੈ। ਔਰ ਸੁਰਤ ਕਿਵੇਂ? ਅਲਕ ਕਹਿੰਦੇ ਲੱਟ ਨੂੰ, ਸੁਰਤ ਨੂੰ। ਭੁਜੰਗੀ, ਉਹ ਜੇ ਸੁਰਤ ਬਾਹਰ ਜਾਂਦੀ ਹੈ, ਉਸ ਨੂੰ ਕਿਹਾ ਮਨ ਮੁੰਡਿਆ ਨਹੀਂ,
ਹਿਰਦੇ 'ਚ ਜਿਹੜੀ ਸੁਰਤ ਪੈਦਾ ਹੁੰਦੀ ਉਹਦੀ ਗੱਲ ਹੈ, ਜਿਹੜੀ ਦਿਮਾਗ 'ਚੋਂ ਸੁਰਤ ਪੈਦਾ ਹੁੰਦੀ ਉਹਦੀ ਗੱਲ ਹੋਰ ਹੈ। ਇੱਕ ਦਿਮਾਗ 'ਚੋਂ ਪੈਦਾ ਹੁੰਦੀ ਹੈ ਚੀਜ਼, ਇੱਕ ਹਿਰਦੇ 'ਚੋਂ ਪੈਦਾ ਹੁੰਦੀ ਹੈ, ਇੱਕ ਵਿਵੇਕ ਬੁੱਧੀ 'ਚੋਂ ਪੈਦਾ ਹੁੰਦੀ ਹੈ, ਇੱਕ ਮਨ ਬੁੱਧੀ 'ਚੋਂ ਪੈਦਾ ਹੁੰਦੀ ਹੈ। ਚੰਚਲਾ ਛਖੰਗੀ ਅਲਕ ਭੁਜੰਗੀ। ਅਲਕ ਭੁਜੰਗੀ, ਭੁਜੰਗੀ ਹੈ ਉਹ ਸੱਪ ਜਿਵੇਂ ਦਾ ਬੱਚਾ ਹੁੰਦਾ ਨਾ ਜਿਹੜਾ ਐ ਤੇਜ, ਛੋਟਾ ਬੱਚਾ ਬਹੁਤ ਤੇਜ਼ ਹੁੰਦਾ ਸੱਪ ਦਾ, ਦੇਖੋ ਕਿਵੇਂ ਕਰਦਾ ਹੁੰਦਾ, ਬਹੁਤ ਛੋਟਾ ਜਿਹਾ ਜਿਹੜਾ ਬੱਚਾ ਹੁੰਦਾ ਆ ਕਰਦਾ ਨਾ, ਬਹੁਤ ਤੇਜ਼ੀ ਨਾਲ ਹਿਲਦਾ, ਇਹੋ ਜਿਹੀ ਤੇਜ਼ੀ ਹੈ ਜਿਵੇਂ ਬਹੁਤ ਛੋਟੇ ਸੱਪ ਦੇ ਬੱਚੇ ਤੇਜ਼ੀ ਹੁੰਦੀ ਹੈ। ਅਲਕ ਭੁਜੰਗੀ ਤਨ ਤੁੰਦ ਤਰੰਗਣੀ। ਤੁੰਦ ਤਰੰਗਣੀ, ਤਰੰਗਣੀ ਘੋੜੀ ਹੁੰਦੀ ਹੈ, ਜਾਂ ਫਿਰ ਬਹੁਤ ਤੇਜ਼ ਦੌੜਨ ਵਾਲੀ ਘੋੜੀ ਵਰਗੀ ਉਹਦੀ ਚਾਲ ਹੈ, ਜਾਂ ਤਾਂ ਉਹੀ ਜੀ ਹੈ ਸੱਪ ਦੇ ਬੱਚੇ ਵਰਗੀ, ਜਾਂ ਫਿਰ ਤੇਜ਼ ਦੌੜਨ ਵਾਲੀ ਘੋੜੀ ਵਰਗੀ ਚਾਲ ਹੈ। ਤਿਛ ਸਾਰੇ। ਜਾਂ ਫਿਰ ਇਹੋ ਜੀ ਹੈ ਜਿਵੇਂ ਬਹੁਤ ਤਿੱਖੇ ਤੀਰ ਚੱਲਦੇ ਨੇ, ਤੀਰ ਹੁੰਦੇ ਨੇ ਜਿਵੇਂ ਤੀਰ ਜਾਂਦਾ, ਇਹੋ ਜੀ ਚਾਲ ਹੈ ਉਹਦੀ। ਤਿੰਨ ਚਾਲਾਂ ਨਾਲ ਉਹਦਾ ਕੰਪੈਰੀਜ਼ਨ ਕੀਤਾ ਹੋਇਆ। ਵਿਵੇਕ ਬੁੱਧੀ ਦਾ, ਵਿਵੇਕ ਬੁੱਧੀ ਦਾ ਜਿਹੜਾ ਧਿਆਨ ਹੈ, ਸੁਰਤ ਹੈ ਉਹਦਾ, ਚੰਚਲਾ ਉਹ ਛਖੰਗੀ। ਸੁਰਤੇ ਮਨ ਨੂੰ ਘੇਰਦੀ ਹੈ। ਫਿਰ ਉਹ ਘੇਰਦੀ ਹੈ ਫਿਰ। ਕਰ ਕਸਾ ਕੁਠਾਰੇ ਨਰਕ ਨਿਵਾਰੇ ਅਦਮ ਉਧਾਰੇ ਤੂਰ ਭੁਜੇ। ਕਰ ਕਸਾ ਕੁਠਾਰੇ, ਹੱਥ ਵਿੱਚ ਕੀ ਰੱਖਿਆ ਹੈ? ਕਰ ਕਸਾ ਕੁਠਾਰੇ, ਮਜ਼ਬੂਤ ਕਰਕੇ ਕੁਹਾੜਾ ਫੜਿਆ ਹੱਥ 'ਚ। ਕੁਠਾਰ, ਕੁਠਾਰ ਕੁਹਾੜੇ ਨੂੰ ਕਹਿੰਦੇ ਨੇ। ਬਜਰ ਕੁਠਾਰ ਮੋਏ ਹੈ ਛਿਨ, ਕਰ ਮਿੰਨਤ ਲੱਗ ਪਾਏ। ਬਜਰ, ਬਜਰ ਬਜਰ ਨਹੀਂ ਹੈ ਲਫ਼ਜ਼, ਬਜਰ ਹੈ। ਬਜਰ ਦਾ ਮਤਲਬ ਜਿਹਨੂੰ ਜੰਗ ਨਹੀਂ ਲੱਗਦੀ, ਪੁਰਾਣਾ ਨਹੀਂ ਹੁੰਦਾ ਜਿਹੜਾ ਕੁਹਾੜਾ। ਉਹ ਕੀ ਹੈ? ਉਹ ਆਹੀ ਹੈ ਸ਼ਬਦ ਉਪਦੇਸ਼। ਇਹ ਜਿਹੜਾ ਉਪਦੇਸ਼ ਹੈ ਨਾ, ਆਹ ਇਹ ਕੁਠਾਰ ਹੈ, ਤਤ ਗਿਆਨ। ਤਤ ਗਿਆਨ। ਕਰ ਕਸਾ ਕੁਠਾਰੇ ਨਰਕ ਨਿਵਾਰੇ। ਅਰੇ ਕੁਹਾੜਾ ਕਰਦਾ ਕੀ ਹੈ? ਵੜਦਾ ਨਹੀਂ ਹੈ, ਨਰਕ ਨਿਵਾਰਨ ਕਰਦਾ। ਨਰਕ ਦੀਆਂ ਉਹ ਜਿਹੜੀਆਂ ਨੇ ਨਾ ਲਿਜਾਣ ਵਾਲੀਆਂ ਜੰਜੀਰਾਂ, ਜਿਹੜੀਆਂ ਨਰਕ 'ਚ ਬੰਨ੍ਹ ਕੇ ਜੰਜੀਰਾਂ ਰੱਖਣ ਵਾਲੀਆਂ, ਉਹ ਵੱਢ ਦਿੰਦਾ ਜੰਜੀਰਾਂ, ਉਹ ਕੱਟਣੀਆਂ ਨੇ ਇਹਦੇ ਨਾਲ। ਅਦਮ ਉਧਾਰੇ, ਉਹ ਬੜੀ ਉਹਨੂੰ ਛਡਾਉਣਾ ਹੈ, ਛਡਾਉਣ ਵਾਸਤੇ ਆ ਕੁਹਾੜਾ। ਇਹ ਔਗਣ ਕੱਟਣ ਵਾਲਿਆ ਹੈ ਕੁਹਾੜਾ। ਔਗਣ ਕੱਟਦਾ ਲੋਕਾਂ ਦੇ, ਹੋਰ ਨਹੀਂ ਕੁਛ ਕਰਦਾ। ਨਾਨਕ ਔਗਣ ਜੇਤਣੇ ਤੇਤੇ ਗਲੀ ਜੰਜੀਰ। ਇਹ ਔਗਣ ਕੱਟ ਰਿਹਾ ਸਾਡੇ ਗੁਰਬਾਣੀ। ਕੁਹਾੜੇ ਨੂੰ ਸਿਰ ਨਹੀਂ ਪਾੜ ਰਹੀ, ਸਿਰ ਪਾੜਨ ਵਾਲਾ ਕੁਹਾੜਾ ਨਹੀਂ ਹੈ ਇਹ ਔਗਣ ਕੱਟਣ ਵਾਲਾ, ਛਡਾਉਣ ਵਾਲੇ ਜੰਮਦੇ ਜਾਲ 'ਚੋਂ। ਅਦਮ ਉਧਾਰੇ, ਅਦਮ, ਫਿਰ ਅਦਮ ਆ ਗਿਆ। ਅਦਮ ਉਧਾਰੇ, ਉਹਦੇ ਫਸੇ ਨੇ ਨਾ ਜੰਮ ਜੰਜੀਰਾਂ 'ਚ ਵੱਜੇ ਨੇ, ਉਹਨਾਂ ਨੂੰ ਛਡਾਉਣ ਵਾਸਤੇ, ਉਧਾਰ ਕਰਨ ਵਾਸਤੇ। ਤੂਰ ਭੁਜੇ, ਤੂਰ ਭੁਜੇ, ਉਹ ਜਿਹੜੀ ਤੇਰੀ ਭੁਜਾ ਹੈ ਨਾ, ਭੁਜਾ, ਉਹ ਐਂ ਸਮਝ ਲਓ ਬਈ ਤੂਰ ਕਹਿੰਦੇ ਨੇ, ਤੁਰਾ ਹੁੰਦਾ ਨਾ, ਆਵਾਜ਼ ਹੈ। ਭੁਜਾ 'ਚ ਤੇਰੀ 'ਚ ਇੱਕ ਕਿਸਮ ਦੀ ਆਵਾਜ਼ ਹੈ, ਜਿਹੜੀ ਆਹ ਗੁਰਮਤਿ, ਜਿਹੜੀ ਤੇਰਾ ਆਵਾਜ਼ ਬੋਲੀ ਹੈ। ਬੋਲ, ਬੋਲੇ ਕੁਹਾੜਾ, ਸ਼ਬਦੇ ਕੁਹਾੜਾ। ਇਹੀ ਔਗਣ ਕੱਟ ਰਿਹਾ, ਇਹੀ ਛਡਵਾ ਰਿਹਾ, ਔਗਣ ਅਦਮਾਂ ਨੂੰ ਉਧਾਰ ਕਰ ਰਿਹਾ। ਸ਼ਬਦ ਹੈ ਸਭ ਕੁਛ, ਇਹੀ ਨਰਕ ਨਿਵਾਰੇ, ਇਹੀ ਨਰਕ ਨਿਵਾਰਨ ਕਰ ਰਿਹਾ। ਸ਼ਬਦ ਉਪਦੇਸ਼, ਜਿਹੜਾ ਉਪਦੇਸ਼ ਹੈ, ਇਹ ਜਿਹੜਾ ਗਿਆਨ ਹੈ, ਇਹਦੀ ਧਾਰ ਐਸੀ ਹੈ, ਇਹ ਸਭ ਕੁਛ ਕੱਟ ਦਿੰਦਾ ਹੈ, ਇਹਦੀ ਧਾਰ ਨਹੀਂ ਵਰਦੀ। ਦਾਮਨੀ ਦਮੰਕੇ ਕੇਹਰ ਲੰਕੇ ਆਦ ਅਤੰਕੇ ਕਰੂਰ ਕਥੇ। ਹੇ ਕੇਹਰ ਵਰਗੇ ਲੱਕ ਵਾਲੀ ਹੈ। ਦਾਮਨੀ ਦਮੰਕੇ, ਦਾਮਣੀ ਜਿਹੜੀ ਹੈਗੀ ਹੈ ਨਾ, ਜਿਵੇਂ ਬਿਜਲੀ ਪੈ ਜਾਂਦੀ ਹੈ, ਇਹ ਜੀ ਤੇਰੀ ਚਮਕ। ਕੇਹਰ ਤੇਰੀ ਜਿਹੜੀ ਲੰਕੇ, ਬਿਜਲੀ ਹੈ, ਜਿਹੜੀ ਆਵਾਜ਼ ਹੈ, ਕੇਹਰ ਵਰਗੀ ਹੈ। ਦਾਮਨੀ ਆਵਾਜ਼ ਦਮੰਕੇ ਨਿਰਭੈਤਾ ਵਾਲੀ ਹੈ। ਕੇਹਰ ਲੰਕੇ, ਹਾਂ, ਅਸਲ ਦੇ ਵਿੱਚ ਆਵਾਜ਼ ਹੈ, ਆਵਾਜ਼ ਕੇਹਰ ਵਰਗੀ ਹੈ। ਉਹਦੇ ਵਿੱਚ ਜਿਹੜਾ ਗਿਆਨ ਹੈ, ਬਿਜਲੀ ਹੈ, ਬੋਲਦੇ ਸਾਰਿਆਂ ਦੇ। ਆਦ ਅਤੰਕੇ ਕਰੂਰ ਕਥੇ। ਆਦ ਅਤੰਕੇ, ਆਦ ਤੋਂ ਲੈ ਕੇ ਆਤੰਕ, ਭੈ ਭੀਤ ਕੀਤੇ ਹੋਏ ਨੇ। ਆਤੰਕ ਹੁੰਦਾ ਨਾ, ਆਤੰਕ, ਆਤੰਕ। ਕਰੂਰ ਕਥੇ, ਜਿਹੜੇ ਕਰੂਰ ਨੇ ਨਾ, ਬਹੁਤ ਲੋਕ ਭੈੜੇ ਲੋਕ ਨੇ, ਜ਼ਾਲਮ ਨੇ,
ਉਹਨਾਂ ਦੇ ਮਨਾਂ ਤੇ ਆਦ ਤੋਂ ਹੀ ਲੈ ਕੇ ਤੇਰਾ ਭੈ ਬਣਿਆ ਹੋਇਆ, ਡਰਦੇ ਨੇ ਤੇ ਪਾਪ ਕਰਦਾ ਪਾਪੀ ਡਰਦਾ ਹੈ। ਡਰ ਕਾਹਦਾ? ਤੇਰਾ ਡਰ ਹੈਗਾ, ਹੁਕਮ ਦਾ ਡਰ ਹੈ ਵੀ ਗਾਹਾਂ ਕੀ ਬਣੂ ਮੇਰਾ ਜਾ ਕੇ। ਪਾਪ ਕਰਦਾ ਵੀ ਹੈ ਔਰ ਡਰਦਾ ਵੀ ਹੈ, ਆਤੰਕ ਵੀ ਹੈ ਨਾਲ। ਆਤੰਕ ਤੇਰਾ ਹੀ ਹੈ, ਉਹਨੂੰ ਹੋਰ ਕਿਸੇ ਦਾ ਆਤੰਕ ਨਹੀਂ। ਪਾਪੀ ਪਾਪ ਕਰਦਾ ਹੈ ਤੇ ਅੰਦਰੋਂ ਡਰਦਾ ਹੈ। ਡਰਦਾ ਕਾਹਦੇ? ਤੇਰੇ ਸ਼ੁਰੂ ਤੋਂ ਹੀ ਡਰਦਾ, ਆਤੰਕ ਹੈ ਤੇਰਾ। ਸਭ ਲੋਕ ਭੈ ਭੀਤ ਨੇ ਵੀ ਹਿਸਾਬ ਦੇਣਾ ਪਊ, ਸਾਰੇ ਬੰਦੇ ਨੇ। ਉਹ ਆਤੰਕ ਹੈ ਸ਼ੁਰੂ ਤੋਂ ਲੈ ਕੇ ਤੇਰਾ। ਇਹ ਕਥਾ ਚ ਪ੍ਰਚਲਿਤ ਹੈ ਤੇਰੀ, ਆਤੰਕ ਕਰੂਰ ਕਥੇ। ਇਹ ਕਥਾ ਪ੍ਰਚਲਿਤ ਹੈ ਵੀ ਤੇਰਾ ਬਈ ਭਾਈ ਅੱਗੇ ਜਾ ਕੇ ਭੁਗਤਣਾ ਪਊ। ਸਾਰੇ ਕਹਿੰਦੇ ਨੇ ਨਾ, ਆਤੰਕ ਪਾਉਣ ਵਾਲੀ ਕਥਾ ਤੇਰੀ, ਕਰੂਰ ਆਦਮੀਆਂ ਨੂੰ ਭੈ ਭੀਤ ਕਰਨ ਵਾਲੀ ਕਥਾ ਤੇਰੀ। ਵੀ ਦੇਖੋ ਰਾਵਣ ਨਾ ਹੋਇਆ, ਫਲਾਣੇ ਨਾ ਹੋਇਆ, ਆਪਾਂ ਇਹੀ ਕਹਿੰਦੇ ਨਾ। ਜੈ ਜੈ ਹੋਸੀ ਰਕਤਾਸੁਰ ਖੰਡਣੀ, ਸੁਭ ਚਕਰਤਣੀ ਸੁਭ ਮਥੇ ਸੁੰਭ ਮਥੇ। ਹਾਂ, ਜੈ ਜੈ ਹੋਸੀ ਮੈਖਾਸੁਰ ਮਰਦਨੀ। ਜੈ ਜੈ ਹੋਸੀ ਰਕਤਾਸੁਰ ਖੰਡਣੀ। ਹਾਂ, ਰਕਤਾਸੁਰ ਖੰਡਣੀ। ਜਿਹੜਾ ਰਕਤਾਸੁਰ ਹੈ, ਲੋਭੀ ਹੈ, ਉਹਦਾ ਖੰਡਨ ਕਰਨ ਵਾਲੀ, ਉਹਨੂੰ ਸੁੰਭ ਚਕਰਤਣੀ, ਉਹਨੂੰ ਖੰਡ ਕਰਨ ਵਾਲੀ। ਹੋਏ ਹਲਾਲ ਲੱਗੇ ਹੱਕ ਜਾਏ, ਉਹਨੂੰ ਹਲਾਲ ਕਰਨ ਵਾਲੀ ਹੈ ਨਾ। ਸੁੰਭ ਚਕਰਤਨ, ਸੁਭ ਚੱਕਰਤਨ। ਸੁਭ ਨੂੰ ਤਾਂ ਚੱਕਰਿਤ ਕਰ ਦਿੰਦੀ ਹੈ, ਹੈਰਾਨ ਹੈ ਹੁੰਦਾ ਸੁਭ ਤਾਂ। ਸੁੰਭ ਮਥੇ, ਜਿਹੜਾ ਨਿਸੁੰਭ ਹਾਂ, ਨਿਸੁੰਭ ਮਥੇ। ਨਸੁੰਭ ਹੈ ਜਿਹੜਾ, ਸੁਭ ਹੈ ਜਿਹੜਾ ਨਾ, ਜਿਹੜਾ ਤਾਂ ਸੁਭ ਹੈ ਮਨ ਹੈ ਤਾਂ ਸੁਭ ਹੈ ਜਿਹੜਾ, ਉਹਦਾ ਨਸੁੰਭ ਨੂੰ ਤਾਂ ਬੰਧਨ ਕਰਦੀਆਂ, ਮਾਰਦੀਆਂ ਤੂੰ, ਚੀਰਦੀਆਂ। ਸਰੀਰ ਨਾਲ ਜੁੜਿਆ ਹੈ ਨਾ, ਮਾਇਆ ਨਾਲ ਜੁੜਿਆ ਹੈ, ਉਹਨੂੰ ਤਾਂ ਕੱਢਦੀ ਹੈ ਤੂੰ। ਕੱਢਣਾ ਪੈਂਦਾ ਨਸੁੰਭ ਤਾਂ, ਮਾਇਆ ਤੋਂ ਬਾਹਰ ਜੋ ਕੱਢਣਾ। ਉਹ ਜਿਹੜਾ ਸੁਭ ਹੈ, ਜਿਹਦੋਂ ਮੰਨਦਾ ਨਹੀਂ ਉਹ ਪਹਿਲਾਂ ਮਨ, ਉਹ ਹੈਰਾਨ ਹੁੰਦਾ ਵੀ ਦੇਖੋ ਇਹਨੂੰ ਮਨ ਬਣਾਤਾ, ਇਹ ਤਾਂ ਬਣੇ ਹੀ ਨਹੀਂ, ਇਹਨਾਂ ਚਿਰ ਹੋ ਗਿਆ ਮੇਰੇ ਨਾਲ ਲੜਦਾ ਰਿਹਾ, ਹੁਣ ਬੁਰਾ ਛਾਲਣੇ ਪੈ ਗਿਆ ਆ ਕੇ। ਉਹ ਚੱਕਰ ਤੇ ਹੋ ਜਾਂਦਾ, ਹੈਰਾਨ ਹੁੰਦਾ ਇਹ ਕੀ ਕਰਤਾ। ਜੈ ਜੈ ਹੋਸੀ ਜਿਹੜਾ ਮਨ ਮੰਨਣ ਵਾਲਾ ਹੀ ਨਹੀਂ ਸੀ, ਉਹ ਕਿਵੇਂ ਬਣ ਗਿਆ? ਇਹੋ ਜਿਹਾ ਬਣਿਆ, ਉਹ ਐ ਪੈ ਗਿਆ, ਛੜਨ ਆ ਗਿਆ, ਛੜਨ। ਹਾਂ, ਜੈ ਜੈ ਹੋਸੀ ਰਕਤਾਸੁਰ ਖੰਡਣੀ, ਸੁੰਭ ਚਕਰਤ ਨਿਸੁੰਭ ਮਥੇ। ਨਸੁੰਭ ਨੂੰ ਐਸਾ ਮੱਥਿਆ, ਐਸਾ ਉਹਨੂੰ ਉਹਦੀ ਮੱਤ ਮਾਰੀ, ਧੋਤਾ ਜਿਵੇਂ ਪਟਕ ਦਿੰਦਾ ਨਾ ਆਪਾਂ ਕੱਪੜੇ ਨੂੰ ਮੱਥਦੇ ਨਹੀਂ, ਐਸਾ ਉਹਨੂੰ ਮੱਥ ਕੇ ਧੋ ਕੇ ਸ਼ੁੱਧ ਕੀਤਾ। ਸੁਭ ਹੈਰਾਨ ਹੋ ਗਿਆ, ਉਹਦੇ ਨਾਲ ਕਾਲਕ ਛੱਡਿਓ ਹੀ ਨਹੀਂ, ਕਾਲਕ ਛੱਡਿਓ ਹੀ ਨਹੀਂ। ਬਾਰਜ ਸੁਭ ਨਾਲ ਕਾਲਕ ਛੱਡਿਓ ਹੀ ਨਹੀਂ ਬਿਲਕੁਲ। ਮਨ ਬਿਲਕੁਲ ਧੋ ਕੇ ਨਿਰਮਲ ਕਰਤਾ, ਪਵਿੱਤਰ ਕਰਤਾ, ਪਵਿੱਤਰ ਫਿਰ ਹੋਰ ਕਰਤਾ, ਫਿਰ ਪਵਿੱਤਰ ਹੋਰ ਕਰਤਾ, ਫਿਰ ਪੁਨੀਤ ਬਣਾਤਾ। ਜਦ ਪੁਨੀਤ ਬਣਾਤਾ ਫਿਰ ਚੱਕਰਤ ਹੋ ਗਿਆ। ਚਿੱਤ ਚੱਕਰਤ ਕਦ ਹੁੰਦਾ? ਮਨ ਤਾਂ ਉਹਦੇ ਨਾਲ ਇੰਨਾ ਚਿਰ ਦਾ ਲੜਦਾ, ਮਨ ਤਾਂ ਬਣਦਾ ਹੀ ਨਹੀਂ। ਮਾਈ ਮਨ ਮੇਰੋ ਬਸ ਨਾ ਉਹ ਤਾਂ ਮਾਈ ਨੂੰ ਕਹਿ ਰਿਹਾ ਮੇਰਾ ਮਨ ਬਚ ਨਹੀਂ। ਮਾਈ ਨੇ ਐਸਾ ਕੋਲ ਬਿਠਾਣ ਕੇ ਸਮਝਾਇਆ, ਮਨ ਬਿਲਕੁਲ ਉਹ ਕਹਿੰਦਾ ਵੀ ਲੈ ਮੈਂ ਤਾਂ ਬੋਲਦਾ ਹੀ ਨਹੀਂ, ਬੋਲਣਾ ਹੀ ਬੰਦ ਕਰਤਾ ਉਹਨੇ। ਉਹ ਰੈਵ ਨਹੀਂ ਦਿੰਦਾ ਕੋਈ, ਹੁਣ ਚੁੱਪੇ ਕਰਾਤਾ। ਇਹੋ ਜਿਹਾ ਚੁੱਪ ਕਰਾਇਆ, ਸਮਝੋ ਮਰ ਜਾਂਦਾ। ਜਿਵੇਂ ਮਰਿਆ ਨਹੀਂ ਹੈ, ਜਿਵੇਂ ਮਰਿਆ ਹੋਇਆ ਬੰਦਾ ਚੁੱਪ ਕਰ ਜਾਂਦਾ, ਉਹਦੀ ਵੋਟੇ ਨਹੀਂ ਹੁੰਦੀ, ਐ ਚੁੱਪ ਕਰਾਤਾ। ਇਸ ਕਰਕੇ ਸੁਭ ਚੱਕਰ ਤੋਂ ਹੋਇਆ, ਚੱਕਰ ਤੋਂ ਹੋਇਆ, ਹੈਰਾਨ ਹੋਇਆ। ਇਹ ਜਿਹੜਾ ਉਹ ਲਫ਼ਜ਼ ਆਇਆ ਨਾ ਉਹਦੇ ਵਿੱਚ, ਬਾਰਜ ਬਲੋਚਣੀ ਬਿਰਤਨ ਵਿਮੋਚਣੀ। ਬਾਰਦ ਬਲੋਚਣੀ, ਬਾਰਜ ਜਿਹੜਾ ਕਮਲ ਹੈ, ਕਮਲ ਹੈ ਨਾ, ਬਿਲੋਚਣੀ ਉਹਦੇ ਚ ਅੱਖ ਹੈ ਤੇਰੀ। ਲੋਚਣ ਉੱਥੇ ਅੱਖ ਹੁੰਦੀ ਹੈ, ਉੱਥੋਂ ਅੱਖ ਨਿਕਲਦੀ ਹੈ, ਉੱਥੇ ਪ੍ਰਗਟ ਹੁੰਦੀ ਹੈ ਤੂੰ। ਤੀਸਰੀ ਅੱਖ ਹੈ, ਉੱਥੇ ਖੁੱਲਦੀ ਹੈ ਜਾ ਕੇ ਬਾਅਦ ਵਿੱਚ ਹਿਰਦੇ ਵਿੱਚ। ਬਾਰਜ ਬਲੋਚਣੀ, ਉੱਥੇ ਤੂੰ ਉੱਥੇ ਪ੍ਰਗਟ ਹੁੰਦੀ ਹੈ ਆ ਕੇ। ਇਹ ਤੀਸਰੀ ਅੱਖ ਹੈ, ਉੱਥੇ ਖੁੱਲਦੀ ਹੈ, ਉੱਥੋਂ ਦੀਦਾ ਸਭ ਕੁਝ। ਉੱਥੇ ਤੀਸਰਾ ਇਹ ਕੀ ਹੈ? ਇਹ ਹੈ ਹਰ ਕਾ ਦਵਾਰ, ਅੰਦਰ ਵੀ ਦੀਦਾ ਬਾਹਰ ਵੀ ਦੀਦਾ। ਹਰ ਦਰਗਾਹ ਕਿਆ ਬਾਤਾਂ ਨਾਨਕ ਆਖ ਸੁਣਾਵੇ। ਜਦੋਂ ਦਰਵਾਜ਼ਾ ਖੁੱਲਦਾ ਨਾ ਫਿਰ ਅੰਦਰਲੀਆਂ ਬਾਹਰਲੀਆਂ ਦੋਏ ਵਿਚਾਲੇ ਉਹ ਅਜੂ ਤਾਂ ਹਰ ਕੇ ਦਵਾਰ ਖੜਾ।
ਇਹ ਬਲ ਆ ਜਾ ਉੱਥੇ ਖੜ ਜਾਂਦਾ, ਫਿਰ ਜਾ ਕੇ ਬਲੀ ਬਣ ਕੇ ਉੱਥੇ ਖੜਦਾ ਹੈ। ਜਾਂ ਬਲ ਪੂਰਾ ਹੋ ਜਾਂਦਾ, ਬਲ ਹੋਆ ਬੰਧਨ ਛੁਟੇ। ਬੰਧਨ ਛੁੱਟ ਕੇ ਬਲਵਾਨ ਬਲ ਹੋ ਗਿਆ, ਮਨ ਬਸ ਚ ਆ ਗਿਆ, ਫੇਰ ਉਹ ਗੇਟ ਖੁੱਲਦਾ। ਬ੍ਰਿਤਨ ਵਿਮੋਚਣੀ ਸੋਚ ਵਿੱਚ ਵਿਸੋਚਣੀ ਕੌਚ ਕਸੇ। ਬਿਰਤੀ ਵਿਮੋਚਣੀ, ਬ੍ਰਿਤਨ ਵਿਮੋਚਣੀ ਬਿਰਤੀਆਂ ਨੂੰ ਇਕਾਗਰ ਕਰਨ ਵਾਲੀ ਹੈ, ਬਿਰਤੀਆਂ ਨੂੰ ਇਕੱਠਾ ਕਰਨ ਵਾਲੀ ਹੈ, ਮੋੜਨ ਵਾਲੀ ਹੈ। ਸੋਚ ਵਿੱਚੋਂ ਵਿਸੋਚਣੀ ਸੋਚ ਜਿਹੜੀ ਹੈਗੀ ਉਹਨੂੰ ਵਿਸੋਚਣੀ, ਸੋਚ ਨੂੰ ਬੰਦ ਕਰਨ ਵਾਲੀ ਹੈ। ਆਦਮੀ ਦੀ ਸੋਚ ਹੈ ਜਿਹੜੀ, ਉਹਨੂੰ ਬੰਦ ਕਰ ਦੇਣਾ। ਕੌਚ ਕਸੇ ਇਹੀ ਤੇਰੀ ਕੌਚ ਕਸੀ ਹੋਈ ਹੈ, ਕਵਚ ਕਸੀ ਹੋਈ ਹੈ।